ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾਂ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸਕ ਗੁਰੂ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਧੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਦੋਹਰਾ ਭਇਓ ਦਿਵਸ ਪੁਨ ਸਤਿਗੁਰੂ ਸ਼ਾਹੋ ਬੁਲਾਏ ਪਾਸ ਚੜ੍ਹ ਤੁਰੰਗ ਪਹੁੰਚੇ ਤਬਹੇ ਬੈਠੇ ਰੁਚਰ ਆਵਾਸ ਭਇਓ ਦਿਵਸ ਪੁਨ ਸਤਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਤਖਤ ਚਬਰ ਛਤਰ ਦੇ ਮਾਲਕ ਜਾਗਦੀ ਜੋਤ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਸਤ ਸੰਗਤ ਦੀਆਂ ਪਵਿੱਤਰ ਘੜੀਆਂ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਹਜ਼ੂਰ ਦੀ ਹਜ਼ੂਰੀ ਅੰਦਰ ਬੜੇ ਉਤਸ਼ਾਹ ਨਾਲ ਆਪ ਜੀ ਸੰਗਤ ਕਰਨ ਵਾਸਤੇ ਪਹੁੰਚੇ ਹੋ। ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਪਵਿੱਤਰ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਪਿਆਰ ਸ਼ਰਧਾ ਨਾਲ ਸਰਵਣ ਕੀਤਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਪਰਉਪਕਾਰਾਂ ਨੂੰ ਚੇਤੇ ਕਰਦਿਆਂ ਹੋਇਆਂ
ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਸਤਿਗੁਰਾਂ ਜੀ ਦੇ ਇਸ ਪਾਵਨ ਅਸਥਾਨ ਬਹੁਤ ਪਿਆਰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਹਜ਼ੂਰ ਦੇ ਜੀਵਨ ਕੌਤਕਾਂ ਦੀ ਲੜੀਵਾਰ ਕਥਾ ਚੱਲ ਰਹੀ ਸੀ, ਜਿਸ ਵਿੱਚ ਸਤਿਗੁਰਾਂ ਜੀ ਦੀ ਮਿਹਰ ਨਾਲ ਹਾਜ਼ਰੀ ਭਰੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਿੱਲੀ ਦੀ ਧਰਤੀ ਤੇ ਸੱਚੇ ਪਾਤਸ਼ਾਹ ਜੀ ਦਾ ਵੱਡਾ ਪ੍ਰਤਾਪ ਫੈਲਿਆ ਹੈ। ਜਿਸ ਚੰਦੂ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਸੀ, ਸੱਚੇ ਪਾਤਸ਼ਾਹ ਨੇ ਉਸ ਚੰਦੂ ਦੀ ਬਹੁਤ ਦੁਰਦਸ਼ਾ ਕੀਤੀ। ਕੇਵਲ ਕੀਤੀ ਨਹੀਂ, ਸਾਰੇ ਦਿੱਲੀ ਦੇ ਲੋਕਾਂ ਨੇ ਇਹ ਵੇਖਿਆ। ਵੇਖ ਕਰਕੇ ਲੋਕ ਬੜੇ ਹੈਰਾਨ ਹੁੰਦੇ ਆ। ਸਤਿਗੁਰੂ ਜੀ ਨੇ ਕੁੱਤਿਆਂ ਵਿੱਚ ਉਸ ਨੂੰ ਬੰਨ੍ਹ ਕਰਕੇ ਰੱਖਿਆ। ਜਹਾਂਗੀਰ ਸਤਿਗੁਰੂ ਜੀ ਦੇ ਕੋਲੋਂ ਮਾਫੀ ਯਾਚਨਾ ਕਰਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 52 ਰਾਜੇ ਉਹਨਾਂ ਨੂੰ ਰਾਜ ਤਿਲਕ ਦੇ ਕੇ ਰਾਜ ਭਾਗ ਉਹਨਾਂ ਦੇ ਵਾਪਸ ਕਰਵਾ ਕੇ ਜਹਾਂਗੀਰ ਦੇ ਕੋਲੋਂ ਆਗਿਆ ਕੀਤੀ, ਸੱਚੇ ਨਾਮ ਦਾ ਸਦਾ ਹੀ ਭਜਨ ਕਰੋ। ਜ਼ਿੰਦਗੀ ਦੇ ਸਫਲ ਹੋਣ ਦੀ ਯੁਗਤ ਮਹਾਰਾਜ ਜੀ ਨੇ ਦੱਸੀ। ਆਪਣੇ ਕੋਲੋਂ ਸਿਰੋਂ ਪਾਓ ਬੜੇ ਸੁੰਦਰ ਘੋੜੇ ਸਤਿਗੁਰਾਂ ਜੀ ਨੇ ਦਿੱਤੇ। ਇਸ ਪ੍ਰਸੰਗ ਦੇ ਅੰਦਰ ਸਤਿਗੁਰੂ ਜੀ ਦੇ ਕੋਲੋਂ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਇਸ ਟਿੱਲੇ ਦਾ ਨਾਮ ਮਜਨੂ ਟਿੱਲਾ ਕਿਉਂ ਪਿਆ? ਤੇ ਸੱਚੇ ਪਾਤਸ਼ਾਹ ਜੀ ਨੇ ਉਹ ਲੈਲਾ ਤੇ ਮਜਨੂ ਦਾ ਪ੍ਰਸੰਗ ਦੱਸਿਆ। ਫਿਰ ਹਜ਼ੂਰ ਨੇ ਕਿਹਾ, ਪ੍ਰੀਤ ਤਾਂ ਜੇ ਦੇਹ ਨਾਲ ਲਾ ਲਵੇ ਤਾਂ ਫਿਰ ਦੇਹ ਦੀ ਪ੍ਰੀਤ ਸਦਾ ਦੁਖਦਾਈ ਹੁੰਦੀ ਹੈ। ਉਸ ਨੂੰ ਨਿਰੰਕਾਰ ਦੀ ਇਹੋ ਜਿਹੀ ਬਖਸ਼ਿਸ਼ ਪ੍ਰਾਪਤ ਹੋਈ ਕਿ ਉਹ ਦੇਹ ਤੋਂ ਪ੍ਰੀਤ ਹਟਾ ਕੇ ਅੱਲਾ ਵਿੱਚ ਆਪਣੀ ਪ੍ਰੀਤ ਲਾ ਕੇ ਆਪਣੇ ਜਨਮ ਨੂੰ ਸਫਲਾ ਕਰ ਗਿਆ। ਭਾਵੇਂ ਕਿ ਸਰੀਰਾਂ ਦਾ ਉਹ ਪ੍ਰੇਮ, ਪਰ ਸਤਿਗੁਰਾਂ ਜੀ ਨੇ ਸਿੱਖਿਆ ਦਿੱਤੀ, ਜਿੱਥੋਂ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹ ਸਿੱਖਿਆਵਾਂ ਦਿੱਤੀਆਂ ਕਿ ਦੇਹਾਂ ਦੇ ਪ੍ਰੇਮ ਝੂਠੇ ਹੁੰਦੇ ਹੈ। ਜੀਵ ਨੂੰ ਸਦੀਵੀ ਸੁੱਖ ਨਹੀਂ ਮਿਲਦਾ, ਦੇਹ ਦੇ ਵਿਛੜਨੇ ਕਰਕੇ ਦੁੱਖ ਹੈ, ਦੇਹ ਦੇ ਮਿਲਾਪ ਕਰਕੇ ਸੁੱਖ ਹੈ। ਪਰ ਇਹ ਸੰਜੋਗ ਤੇ ਵਿਜੋਗ ਦੇਹਾਂ ਦਾ ਸਦਾ ਹੀ ਹੈ। ਇੱਕੋ ਇੱਕ ਸੱਚਾ ਨਾਮ ਹੈ, ਜਿਹਦੇ ਵਿੱਚ ਜੀਵ ਦਾ ਸੰਜੋਗ ਪੈ ਜਾਵੇ ਫਿਰ ਕਿਧਰੇ ਵਿਜੋਗ ਨਹੀਂ ਹੁੰਦਾ। ਦੇਹਾਂ ਦਾ ਮਿਲਣਾ ਵਿਛੜਨਾ, ਹਜ਼ੂਰ ਨੇ ਕਿਹਾ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਸੰਸਾਰ ਦੇ ਅੰਦਰ ਜੋ ਕੁਝ ਦਿਸਦਾ ਹੈ ਸਦੀਵੀ ਨਹੀਂ ਹੈ, ਮਨ ਦਾ ਭਰਮ ਨਹੀਂ ਹਟਦਾ। ਸਤਿਗੁਰੂ ਜੀ ਦੇ ਸ਼ਬਦ ਉਪਦੇਸ਼ ਨਾਲ, ਬਾਣੀ ਦੀ ਕਮਾਈ ਨਾਲ ਸੰਸਾਰ ਦੀ ਸੱਚਾਈ ਜੀਵ ਨੂੰ ਪਤਾ ਲੱਗਦੀ ਹੈ। ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਤੇ ਸੰਸਾਰ ਜੀਵ ਦਾ ਸਫਲਾ ਹੋ ਜਾਂਦਾ। ਆਇਆ ਹੋਇਆ ਉਹਦਾ ਜਨਮ ਲੇਖੇ ਵਿੱਚ ਪੈ ਜਾਂਦਾ ਹੈ। ਹਜ਼ੂਰ ਦਿੱਲੀ ਦੀ ਧਰਤੀ ਤੇ ਬਿਰਾਜ ਰਹੇ ਹੈ। ਮਹਾਰਾਜ ਜੀ ਦਾ ਪੜਾਅ ਮਜਨੂ ਟਿੱਲੇ ਅਸਥਾਨ ਤੇ ਹੈ। ਜਹਾਂਗੀਰ ਬਾਦਸ਼ਾਹ ਨਾਲ ਹਜ਼ੂਰ ਦੀਆਂ ਮੁਲਾਕਾਤਾਂ ਹੁੰਦੀਆਂ। ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਨੂੰ ਤੁਰਨ ਦੀ ਤਿਆਰੀ ਕਰਦੇ ਹੈ। ਇਹ ਕਥਾਵਾਂ ਸਤਿਗੁਰਾਂ ਦਾ ਦਰਸ਼ਨ ਬਖਸ਼ਦੀਆਂ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ
ਜਦੋਂ ਸਰੂਪ ਨੂੰ ਚੇਤੇ ਕਰੀਏ, ਜਦੋਂ ਭਾਵਨਾ ਨਾਲ ਸਾਡਾ ਮਨ ਉਸ ਸਮੇਂ ਨੂੰ ਚੇਤੇ ਕਰਦਾ ਹੈ ਤੇ ਸ਼ਰਧਾਵਾਨ ਸਿੱਖ ਦਾ ਦਿਲ ਹਿਰਦਾ ਜਿਹੜਾ ਹੈ ਉਹ ਪਿਆਰ ਨਾਲ ਭਰ ਜਾਂਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਦਿੱਲੀ ਤੋਂ ਕੂਚ ਕਰਦੇ ਹੈ, ਆਓ ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਦਰਸ਼ਨ, ਸਤਿਗੁਰਾਂ ਜੀ ਦਾ ਪਾਵਨ ਸਰੂਪ ਹਿਰਦੇ ਅੰਦਰ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਦੋਹਰਾ। ਭਇਓ ਦਿਵਸ ਪੁਨ ਸਤਿਗੁਰੂ ਸ਼ਾਹੋ ਬੁਲਾਏ ਪਾਸ। ਜਦੋਂ ਅਗਲਾ ਦਿਨ ਹੋਇਆ, ਜਹਾਂਗੀਰ ਨੇ ਸਤਿਗੁਰਾਂ ਜੀ ਦੇ ਪਾਸ ਬੇਨਤੀ ਭੇਜੀ ਹੈ, ਮਹਾਰਾਜ ਆਪ ਕਿਰਪਾ ਕਰੋ, ਦਰਸ਼ਨ ਬਖਸ਼ੋ। ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਇਆ ਬੇਨਤੀ ਕਰਕੇ। ਚੜ੍ਹ ਤੁਰੰਗ ਪਹੁੰਚੇ ਤਬਹਿ ਬੈਠੇ ਰੁਚਰ ਆਵਾਸ। ਮਹਾਰਾਜ ਜੀ ਘੋੜੇ ਤੇ ਅਸਵਾਰ ਹੋ ਸਿੱਖਾਂ ਸੂਰਮਿਆਂ ਦੀ ਸੈਨਾ ਸਮੇਤ ਹਜੂਰ ਦਿੱਲੀ ਦੇ ਅੰਦਰ ਪਹੁੰਚੇ ਹੈ। ਜਦੋਂ ਮਹਾਰਾਜ ਦੀ ਅਸਵਾਰੀ ਆਉਂਦੀ ਤੇ ਜਹਾਂਗੀਰ ਬਾਦਸ਼ਾਹ ਹਜੂਰ ਨੂੰ ਅੱਗੋਂ ਲੈਣ ਵਾਸਤੇ ਆਉਂਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਆਗਰੇ ਆਏ ਸੀ ਨਾ, ਤੇ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਮਹਾਰਾਜ ਘੋੜੇ ਤੇ ਚੜ੍ਹੇ ਪ੍ਰਵੇਸ਼ ਕੀਤੇ ਸੀ ਸਤਿਗੁਰੂ ਜੀ। ਬਹਾਦਰ ਸ਼ਾਹ ਤਖਤ ਤੋਂ ਉੱਠ ਖਲੋਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬੈਠਦੇ ਸੀਗੇ ਤੇ ਹਿੰਦੁਸਤਾਨ ਦੇ ਬਾਦਸ਼ਾਹ ਤੋਂ ਉੱਚਾ ਤਖਤ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬੈਠਣ ਦਾ। ਸਤਿ ਸ੍ਰੀ ਅਕਾਲ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਜਹਾਂਗੀਰ ਦੇ ਕੋਲ ਮਿਲਣ ਵਾਸਤੇ ਆਏ ਹੈ, ਜਹਾਂਗੀਰ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਸਤਿਕਾਰ ਕਰਦਿਆਂ ਹੋਇਆਂ ਮਹਾਰਾਜ ਜੀ ਦਾ ਉੱਚਾ ਆਸਣ ਹੈ, ਕਿਉਂਕਿ ਇਹ ਬਾਦਸ਼ਾਹ ਭਾਵੇਂ ਕਿ ਸਰੀਰਕ ਰਸਾਂ ਵਿੱਚ ਫਸੇ ਹੁੰਦੇ ਹੈ। ਜਹਾਂਗੀਰ ਦੇ ਕੋਲ ਸਾਈਂ ਮੀਆਂ ਮੀਰ ਜੀ ਨੇ ਜੋ ਹਾਲਾਤ ਦੱਸੇ, ਇਤਿਹਾਸ ਨੇ ਜੋ ਬਿਆਨ ਕੀਤਾ, ਜਹਾਂਗੀਰ ਆਪਣੇ ਆਪ ਵਿੱਚ, ਕਿਉਂਕਿ ਇਸ ਨੇ ਆ ਕਰਕੇ ਮੁਆਫੀ ਵੀ ਅੰਮ੍ਰਿਤਸਰ ਸਾਹਿਬ ਮੰਗੀ ਹੈ, ਮਹਾਰਾਜ ਜੀ ਦੇ ਨਾਲ ਆਵੇਗਾ। ਤੋ ਇਸ ਜਹਾਂਗੀਰ ਬਾਦਸ਼ਾਹ ਨੇ ਬੜਾ ਮਹਾਰਾਜ ਜੀ ਦਾ ਅਦਬ ਕਰਦਾ ਹੈ, ਬੜਾ ਸਤਿਕਾਰ ਕਰਦਾ ਹੈ। ਸਤਿਗੁਰੂ ਜੀ ਉੱਚੇ ਪਲੰਘੇ ਤੇ ਆ ਕਰਕੇ ਸਜ ਗਏ ਹਨ। ਚੌਪਈ ਚੰਦਨ ਚੌਂਕੀ ਚਾਰ ਚਕੋਨੀ। ਜਿਹੜੀ ਉਹ ਆਸਣ ਕਿਹੋ ਜਿਹਾ ਹੈ, ਕਵੀ ਰਾਜ ਉਹਦਾ ਸਰੂਪ ਦੱਸਦੇ ਆ। ਉਹ ਕੋ ਚੰਦਨ ਦਾ ਪਲੰਘਾ ਏ ਤੇ ਚੌਂ ਪਾਸਿਆਂ ਤੋਂ ਇੱਕੋ ਜਿਹਾ ਹੈ, ਬੜਾ ਹੀ ਚੌਹਾਂ ਪਾਸਿਆਂ ਤੋਂ ਇੱਕ ਜਿਹਾ ਬਣਿਆ ਹੋਇਆ ਸੁੰਦਰ ਪਲੰਘਾ। ਸੁਜਨੀ ਸੇਤ ਸ਼ਾਦ ਕਰ ਲੋਨੀ। ਬਹੁਤ ਹੀ ਸੁੰਦਰ ਚਿੱਟੇ ਰੰਗ ਦੀ ਵਿਛਾਈ ਜਿਹੜੀ ਉਸ ਦੇ ਉੱਪਰ ਕੀਤੀ ਹੋਈ ਹੈ। ਤਿਸ ਉਪਰ ਸਨਮਾਨ ਬਿਠਾਏ। ਉਸ ਪਲੰਘੇ ਦੇ ਉੱਤੇ ਬੜੇ ਸਨਮਾਨ ਨਾਲ, ਬੜੇ ਸਤਿਕਾਰ ਨਾਲ ਸਤਿਗੁਰਾਂ ਜੀ ਨੂੰ ਬਿਠਾਉਣਾ ਕੀਤਾ। ਬੰਦੇ ਸ਼ਾਹੋ ਸਹਿਤ ਸਮਦਾਏ। ਸਾਰੇ ਤਮਾਮ ਜਿੱਥੇ ਜਹਾਂਗੀਰ ਨਮਸਕਾਰ ਕਰ ਰਿਹਾ ਹੈ, ਉਹਦੇ ਸਾਰੇ ਵਜ਼ੀਰ ਸਤਿਗੁਰਾਂ ਨੂੰ ਸਿਜਦੇ ਕਰਦੇ ਐ। ਸੰਤਨ ਪੀਰਨ ਅਨਕ ਪ੍ਰਸੰਗ। ਤੇ ਮਹਾਰਾਜ ਦੇ ਕੋਲ ਸੰਤਾਂ ਦੇ, ਮਹਾਤਮਾ ਦੇ, ਪੀਰਾਂ ਫਕੀਰਾਂ ਦੇ ਅਨੇਕਾਂ ਹੀ ਪ੍ਰਸੰਗ ਜੋ ਕਥਾਵਾਂ ਹਨ। ਕਹੇ ਸੁਨੇ ਹਜ਼ਰਤ ਗੁਰ ਸੰਗ। ਗੁਰੂ ਸਾਹਿਬ ਜੀ ਨੂੰ ਇਉਂ ਬਚਨ ਪੁੱਛਦਾ ਏ, ਕਦੇ ਖੁਦਾ ਦੀ ਬਾਬਤ ਪੁੱਛਦਾ ਏ, ਜਿਵੇਂ ਬਹਾਦਰ ਸ਼ਾਹ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਦਾ। ਉਹਦੇ ਜਿਹੜੇ ਇਹ ਖੁਸ਼ਾਮਦੀ ਹੁੰਦੇ ਆ ਨਾ, ਕਾਜੀ ਆਦਿਕ, ਉਹ ਬਾਦਸ਼ਾਹਾਂ ਨੂੰ ਕਹਿ ਛੱਡਦੇ ਆ ਕਿ ਤੁਸੀਂ ਬਖਸ਼ੇ ਹੀ ਹੋਏ ਹੋ, ਖੁਸ਼ਾਮਦ ਕਰਦੇ ਆ। ਤੇ ਬਹਾਦਰ ਸ਼ਾਹ ਨੇ ਸਤਿਗੁਰਾਂ ਜੀ ਨੂੰ ਕਿਹਾ ਸੀ, ਮਹਾਰਾਜ ਇਸਲਾਮ ਤੋਂ ਬਿਨਾਂ ਜੀਵ ਦਾ ਭਲਾ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਬਾਦਸ਼ਾਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਅਸੂਲ ਹੈ, ਜੀਵ ਦਾ ਛੁਟਕਾਰਾ ਉਹਦੇ ਸ਼ੁਭ ਕਰਮਾਂ ਤੇ ਹੁੰਦਾ ਹੈ। ਜੇਕਰ ਕਿ ਉਹਦੇ ਪੱਲੇ ਵਿੱਚ ਅੱਲਾ ਦੀ ਇਬਾਦਤ ਨਹੀਂ, ਸ਼ੁਭ ਕਰਮ ਨਹੀਂ, ਤਾਂ ਉਹ ਛੁੱਟ ਨਹੀਂ ਸਕਦਾ। ਸਤਿਗੁਰੂ ਜੀ ਨੂੰ ਫਿਰ ਇਹ ਬਹਾਦਰ ਸ਼ਾਹ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿ ਮਹਾਰਾਜ ਮੇਰੇ ਸ਼ਾਹੀ ਕਾਜੀ ਦੱਸਦੇ ਹੈ
ਕਿ ਇਸਲਾਮ ਧਾਰੇ ਤੋਂ ਬਿਨਾ ਭਲਾ ਨਹੀਂ ਹੋ ਸਕਦਾ, ਪਰਲੋਕ ਵਿੱਚ ਸੌਰ ਨਹੀਂ ਸਕਦਾ, ਮੁਕਤ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਜਹਾਂਗੀਰ ਤੈਨੂੰ ਵਾਹਿਗੁਰੂ ਇਹਨੂੰ ਕਹਿੰਦੇ ਐ ਬਾਦਸ਼ਾਹ ਨੂੰ, ਬਹਾਦਰ ਸ਼ਾਹ ਨੂੰ, ਕਿ ਤੈਨੂੰ ਪ੍ਰਤਿਆਵਾ ਦਿਖਾਈਏ। ਕਹਿੰਦਾ ਮਹਾਰਾਜ ਦਿਖਾਓ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਆਪਣੇ ਖੀਸੇ ਵਿੱਚੋਂ ਇੱਕ ਸਿੱਕਾ ਕੱਢਿਆ। ਮਹਾਰਾਜ ਕਹਿੰਦੇ ਵੇਖ ਮੋਹਰ ਕਿਹਦੀ ਲੱਗੀ ਹੋਈ ਹੈ? ਕਹਿੰਦਾ ਮਹਾਰਾਜ ਮੇਰੀ ਬਾਦਸ਼ਾਹਤ ਦੀ ਮੋਹਰ ਲੱਗੀ ਹੋਈ ਹੈ। ਸੀਗਾ ਉਹ ਇੱਕ ਪਾਸਿਓਂ ਖੋਟਾ। ਮਹਾਰਾਜ ਕਹਿੰਦੇ ਇਸ ਸਿੱਕੇ ਦਾ ਸਤਿਗੁਰਾਂ ਜੀ ਨੇ ਭੇਜਿਆ ਕਿ ਆਪਣੇ ਸਿਪਾਹੀ ਨੂੰ ਭੇਜ ਕੇ ਕੋਈ ਬਾਜ਼ਾਰ ਵਿੱਚੋਂ ਕੁਝ ਖਰੀਦ ਲਿਆਵੇ। ਸਭ ਨੇ ਚੁੱਕ ਚੁੱਕ ਕੇ ਪਰਾਂ ਮਾਰਿਆ ਤੇ ਕਿਸੇ ਨੇ ਵੀ ਕੋਈ ਉਹਦਾ ਦਿੱਤਾ ਨਹੀਂ ਪਦਾਰਥ। ਸਤਿਗੁਰੂ ਜੀ ਕਹਿੰਦੇ ਵੇਖ ਜਹਾਂਗੀਰ, ਤੇਰੀ ਬਾਦਸ਼ਾਹਤ ਦੀ ਮੋਹਰ ਵੀ ਉੱਤੇ ਲੱਗੀ ਹੋਈ ਹੈ ਤੇ ਤੇਰਾ ਰਾਜ ਵੀ ਇੱਥੇ ਕਾਇਮ ਹੈ। ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਆ। ਸਤਿਗੁਰੂ ਜੀ ਕਹਿੰਦੇ ਜੇ ਖੋਟਾ ਸਿੱਕਾ ਇੱਥੇ ਨਹੀਂ ਚੱਲਿਆ ਤੇ ਖੋਟਾ ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਕਿਵੇਂ ਕਬੂਲ ਪੈ ਸਕਦਾ ਹੈ? ਇਹ ਸਤਿਗੁਰਾਂ ਜੀ ਨੇ ਪ੍ਰਮਾਣ ਦੇ ਕਰਕੇ ਦੱਸਿਆ। ਜਹਾਂਗੀਰ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਅਨੇਕਾਂ ਪ੍ਰਸੰਗ। ਸੱਚੇ ਪਾਤਸ਼ਾਹ ਉਹਨੂੰ ਸੱਚ ਦਾ ਮਾਰਗ ਗਰੀਬ ਨਵਾਜ ਜੀ ਦੱਸਦੇ ਹਨ। ਬਚਨ ਬਿਲਾਸ ਹੁਲਾਸਤ ਕਰੇ, ਬਹੁਤ ਖੁਸ਼ ਪ੍ਰਸੰਨ ਹੋ ਕਰਕੇ ਬਚਨ ਬਿਲਾਸ ਸਤਿਗੁਰੂ ਜੀ ਕਰਦੇ ਆ। ਦਹਿ ਦਿਸ ਰਸ ਵਿਸਾਲ ਮਹਿ ਢਰੇ, ਤੇ ਸਤਿਗੁਰੂ ਜੀ ਬਹੁਤ ਭਾਰੀ ਪਿਆਰ ਰਸ ਵਿੱਚ ਗਰੀਬ ਨਵਾਜ ਢਲੇ ਹੋਏ ਆ। ਜਹਾਂਗੀਰ ਵੀ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰ ਰਿਹਾ ਏ। ਪੁਨ ਸ੍ਰੀ ਹਰਿ ਗੋਬਿੰਦ ਉਚਾਰਿਓ, ਅਸੀਂ ਹੁਣ ਅੰਮ੍ਰਿਤਸਰ ਸਾਹਿਬ ਨੂੰ ਵਾਪਸ ਪਰਤਨ ਦਾ ਚਿੱਤ ਵਿੱਚ ਖਿਆਲ ਕੀਤਾ ਏ। ਕਿਤਕ ਮਾਸ ਬੀਤੇ ਇਤ ਆਏ, ਕਿਉਂਕਿ ਕਿੰਨੇ ਕੁ ਮਹੀਨੇ ਬਤੀਤ ਹੋ ਗਏ ਸਾਨੂੰ ਇੱਧਰ ਆਇਆ ਹੋਇਆ। ਪੀਛੇ ਸਿੱਖ ਸੰਗਤ ਅਕੁਲਾਏ, ਪਿੱਛੋਂ ਸਾਰੀਆਂ ਸਿੱਖ ਸੰਗਤਾਂ ਬੜੀਆਂ ਵਿਆਕੁਲ ਹੋ ਗਈਆਂ ਨੇ ਸਾਨੂੰ ਮਿਲਣ ਵਾਸਤੇ। ਸੁਨਤ ਸ਼ਾਹੋ ਕਹੈ ਮਮ ਅਬਲਾਖਾ, ਸੁਣ ਕਰਕੇ ਬਾਦਸ਼ਾਹ ਕਹਿੰਦਾ ਮਹਾਰਾਜ ਜੀ ਮੇਰੇ ਮਨ ਦੀ ਇੱਛਾ ਹੈ ਪੁਰ ਕਸ਼ਮੀਰ ਚੱਲੋਂ ਚਿਤ ਰਾਖਾ। ਚਿੱਤ ਵਿੱਚ ਇਹ ਚਾਹਨਾ ਹੈ ਕਿ ਮੈਂ ਕਸ਼ਮੀਰ ਵਿੱਚ ਜਾਣਾ ਚਾਹੁੰਦਾ ਹਾਂ। ਚੱਲੈ ਸੰਗ ਹੀ ਮਾਝੇ ਦੇਸ਼, ਤੇ ਮਾਝੇ ਦੇਸ਼ ਤੱਕ ਮਹਾਰਾਜ ਮੈਂ ਤੁਹਾਡੀ ਸੰਗਤ ਕਰ ਲਾਂਗਾ, ਉਥੋਂ ਤੱਕ ਮੈਂ ਤੁਹਾਡੇ ਨਾਲ ਚੱਲਣਾ ਚਾਹੁੰਦਾ ਹਾਂ। ਦਰਸ ਆਪ ਕੋ ਹੋਏ ਹਮੇਸ਼, ਹਮੇਸ਼ਾ ਮਹਾਰਾਜ ਆਪ ਜੀ ਦਾ ਹਰ ਰੋਜ਼ ਦਰਸ਼ਨ ਪ੍ਰਾਪਤ ਹੋਵੇਗਾ। ਆਜ ਮਹੂਰਤ ਕੋ ਦਿਖਰਾਵਾਂ, ਕਹਿਣ ਲੱਗਾ ਮਹਾਰਾਜ ਮੈਂ ਮਹੂਰਤ ਕਢਵਾ ਲਵਾਂ ਅੱਜ। ਨਹੀਂ ਬਿਲਮ ਤਿਤ ਤੁਰਤ ਸਿਧਾਵਾਂ, ਤੇ ਦੇਰੀ ਨਹੀਂ ਹੈ, ਮੈਂ ਵੀ ਛੇਤੀ ਨਾਲ ਹੀ ਤੁਰਨ ਦੀ ਤਿਆਰੀ ਕਰਾਂਗਾ। ਸਤਿਗੁਰ ਬੈਠੇ ਤਬੇ ਬੁਲਾਇਓ, ਸਤਿਗੁਰੂ ਜੀ ਬੈਠੇ ਹੋਏ ਐ। ਜਹਾਂਗੀਰ ਨੇ ਤਦੋਂ ਹੀ ਜਿਹੜਾ ਸੀ ਨਾ ਉਹ ਮਹੂਰਤ ਕੱਢਣ ਵਾਲਾ ਬੁਲਾ ਲਿਆ। ਸੋਧ ਮਹੂਰਤ ਤਾਹੇ ਬਤਾਇਓ, ਉਹਨੇ ਸੋਧ ਕਰਕੇ ਨਾ ਮਹੂਰਤ ਸਮਾਂ ਉਹ ਦੱਸਣਾ ਕੀਤਾ। ਤਰੋ 10 ਵੀਰਵਾਰ ਹੈ ਪਰਸੋਂ, ਕਿ 13ਵੀਂ ਤਰੀਕ ਹੈ ਤੇ ਵੀਰਵਾਰ ਹੈ ਪਰਸੋਂ ਦੇ ਦਿਨ। ਕਰੋ ਪਿਆਨਾ ਤਬ ਦਿਨ ਬਰਸੋ, ਉਹ ਜਿਹੜਾ ਸ੍ਰੇਸ਼ਟ ਦਿਨ ਹੈ ਬਾਦਸ਼ਾਹ ਉਸ ਦਿਨ ਤੂੰ ਤੁਰਨਾ ਕਰ। ਕਈ ਇਉਂ ਮਨ ਵਿੱਚ ਸ਼ੰਕਾ ਕਰਦੇ ਆ ਤੇ ਸੁਭਾਵਿਕ ਹੈ ਸ਼ੰਕਾ ਆ ਜਾਣਾ ਕਿ ਬਾਦਸ਼ਾਹ ਤਾਂ ਮੁਸਲਮਾਨ ਸੀ ਤੇ ਉਹ ਦਿਨ ਮਹੂਰਤ ਕਿਉਂ ਕਢਵਾ ਰਿਹਾ ਸੀ ਜਦੋਂ ਕਿ ਹਿੰਦੂ ਮਤ ਹੈ ਇਹ। ਸਾਧ ਸੰਗਤ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਦੇ ਅੰਦਰ ਸਲਾਹ ਦਿੱਤੀ ਸੀ ਨਾ ਕੈਦ ਕਰਨ ਦੀ ਗੁਰੂ ਸਾਹਿਬ ਜੀ ਨੂੰ, ਇਹ ਚੰਦੂ ਨੇ ਉਸ ਸਮੇਂ ਕਿਹਾ ਸੀ ਕਿ ਬਾਦਸ਼ਾਹ ਤੇਰੇ ਤੇ ਸਾੜ ਸਤੀ ਆਈ ਹੋਈ ਹੈ। ਉਹ ਚੰਦੂ ਨੇ ਕਹਾਇਆ ਸੀਗਾ ਕਿਉਂਕਿ ਜਦੋਂ ਬਾਦਸ਼ਾਹ ਰਾਜ ਕਰਦੇ ਆ ਇਹਨਾਂ ਕੋਲ ਹਰੇਕ ਧਰਮ ਦਾ ਜਿਹੜਾ ਹੈ ਉਹ ਧਰਮ ਦੇ ਬਾਰੇ ਜਾਣਕਾਰੀ ਦੇਣ ਵਾਲਾ ਕੋਈ ਜਿਹੜਾ ਪੰਡਤ, ਕੋਈ ਕਾਜੀ, ਇਸ ਤਰ੍ਹਾਂ ਇਹ ਸਾਰੇ ਉਹਨਾਂ ਨੂੰ ਰੱਖਿਆ ਕਰਦੇ ਜਿਹੜੇ ਉਸ ਧਰਮ ਦੇ ਪੱਖ ਤੋਂ ਬਾਦਸ਼ਾਹ ਨੂੰ ਆਪਣੀ ਸਲਾਹ ਦਿੰਦੇ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਵੀ ਦਰਬਾਰ ਦੇ ਅੰਦਰ ਮਹਾਰਾਜੇ ਦੇ ਕੋਲ ਬੜੇ ਬੜੇ ਜੇ ਵੇਖੀਏ ਤੇ ਫਕੀਰ ਅਜ਼ੀਜ਼ੁਦੀਨ ਜੀ ਮੁਸਲਮਾਨ ਸੀਗੇ ਤੇ ਮਹਾਰਾਜੇ ਨੇ ਉਹਨਾਂ ਨੂੰ ਹੱਕ ਹਕੂਕ ਕਿੰਨਾ ਦਿੱਤਾ ਹੋਇਆ ਸੀ। ਲਿਖਤ ਰੂਪ ਵਿੱਚ ਮਹਾਰਾਜੇ ਨੇ ਆਖਿਆ ਹੋਇਆ ਸੀ ਕਿ ਮੇਰਾ ਹੁਕਮ
ਜਿਹੜਾ ਰਿਆਇਆ ਦੇ ਹੱਕ ਵਿੱਚ ਨਾ ਹੋਵੇ ਤੇ ਪੀਰ ਅਜ਼ੀਜ਼ੁਦੀਨ ਉਸ ਸਾਡੇ ਹੁਕਮ ਨੂੰ ਬਦਲ ਸਕਦੇ ਆ। ਆਪਣੇ ਤੋਂ ਵੱਧ ਤਾਕਤ ਆਪਣੇ ਵਜ਼ੀਰ ਨੂੰ ਦਿੱਤੀ ਹੋਈ ਸੀ। ਇਹ ਸ਼ੇਰੇ ਪੰਜਾਬ ਜੀ ਦੇ ਜੀਵਨ ਵਿੱਚ ਜ਼ਿਕਰ ਆਉਂਦਾ ਹੈ। ਫਿਰ ਧਾਰਮਿਕ ਮਸਲਿਆਂ ਤੇ ਗਿਆਨੀ ਗੁਰਮੁਖ ਸਿੰਘ ਜੀ ਮਹਾਰਾਜੇ ਨੂੰ ਧਰਮ ਦਾ ਰਾਹ ਦੱਸਿਆ ਕਰਦੇ ਸੀਗੇ। ਇਉਂ ਬਾਦਸ਼ਾਹਾਂ ਦੇ ਕੋਲ ਇਹ ਧਰਮਾਂ ਦੇ ਸੰਬੰਧ ਵਿੱਚ ਦੱਸਣ ਵਾਲੇ ਕਿ ਇਹ ਧਰਮ ਕੀ ਆਗਿਆ ਦਿੰਦਾ ਹੈ। ਜਹਾਂਗੀਰ ਸ਼ੰਕਾਵਾਦੀ ਸੀ ਤੇ ਉਸ ਪੰਡਤ ਦੇ ਕੋਲੋਂ ਹੀ ਪੈਸੇ ਦੇ ਕਰਕੇ ਕਹਾਇਆ ਤੇ ਨਹੀਂ ਆਈ, ਜਿਹਦੇ ਤੇ ਆਈ ਉਹ ਟਲੇਗੀ ਨਹੀਂ। ਮਹਾਰਾਜ ਜੀ ਨੇ ਇਸ਼ਾਰਾ ਚੰਦੂ ਵੱਲ ਕਰ ਦਿੱਤਾ ਸੀ ਜਦੋਂ ਜਾਣ ਲੱਗੇ ਸੀ। ਇਹ ਜਹਾਂਗੀਰ ਨੇ ਦਿਨ ਕਢਾਇਆ ਕਿ ਕਿਹੜੇ ਦਿਨ ਮੈਨੂੰ ਤੁਰਨਾ ਚਾਹੀਦਾ। ਸਤਿਗੁਰੂ ਜੀ ਦੇ ਹੁੰਦਿਆਂ ਹੀ ਇਸ ਨੇ ਉੱਥੇ ਬੈਠਿਆਂ ਹੋਇਆਂ ਜਿਹੜਾ ਦੱਸਿਆ ਕਿ ਮਹਾਰਾਜ ਵੀਰਵਾਰ ਨੂੰ 13ਵੀਂ ਤਰੀਕ ਨੂੰ ਮੇਰਾ ਵੀ ਤੁਰਨ ਦਾ ਵਿਚਾਰ ਹੈ। ਉਹ ਦਿਨ ਇਸ ਨੇ ਕਢਵਾਉਣਾ ਕੀਤਾ। ਸੁਨਿਓ ਸਬਨ ਕੀਨ ਸਨਿਜ ਤਿਆਰੀ, ਸੁਣ ਕੇ ਸਭ ਨੇ ਆਪੋ ਆਪਣੀ ਤਿਆਰੀ ਕਰਨਾ ਕੀਤੀ। ਜਬ ਹਜਰਤ ਨਿਸ਼ਚੈ ਮਤ ਧਾਰੀ, ਜਦੋਂ ਇਸ ਜਹਾਂਗੀਰ ਨੇ ਤੁਰਨ ਵਾਸਤੇ ਨਿਸ਼ਚਾ ਕਰ ਲਿਆ, ਪੱਕਾ ਕਰ ਲਿਆ ਆਪਣਾ ਮਨ, ਸ੍ਰੀ ਸਤਿਗੁਰ ਡੇਰੇ ਚੱਲ ਆਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪਣੇ ਡੇਰੇ ਅਸਥਾਨ ਤੇ ਚੱਲ ਕਰਕੇ ਆ ਗਏ। ਬ੍ਰਿਧ ਆਦਿਕ ਕੋ ਕਹਿ ਸਮਝਾਏ, ਬਾਬਾ ਬੁੱਢਾ ਸਾਹਿਬ ਜੀ ਆਦਿਕ ਸਾਰੇ ਸਿੱਖਾਂ ਨੂੰ ਸਤਿਗੁਰਾਂ ਜੀ ਨੇ ਉਹ ਦੱਸਣਾ ਕੀਤਾ। ਸੁਣਿਓ ਸੁਦਾ ਸਰ ਕੋ ਜਬ ਪਿਆਨਾ, ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਹੁਣ ਸਾਡਾ ਚੱਲਣਾ ਇਥੋਂ ਹੋਵੇਗਾ। ਜਦੋਂ ਸੁਣਿਆ ਸਭ ਨੇ ਕਿ ਅੰਮ੍ਰਿਤਸਰ ਸਾਹਿਬ ਨੂੰ ਸਤਿਗੁਰਾਂ ਜੀ ਨੇ ਤਿਆਰੀ ਕੀਤੀ ਹੈ ਚੱਲਣ ਦੀ। ਸਤਿਗੁਰ ਕੇ ਨਰ ਆਨੰਦ ਮਹਾਨਾ, ਜਿੰਨੇ ਵੀ ਸੈਨਾ ਦੇ ਵਿੱਚ ਸਿੱਖ ਹੈ ਸਭ ਨੂੰ ਬੜੀਆਂ ਖੁਸ਼ੀਆਂ ਹੋਈਆਂ, ਬੜਾ ਆਨੰਦ ਹੋਇਆ ਕਿ ਅਸੀਂ ਆਪਣੇ ਪਾਵਨ ਅਸਥਾਨ ਨੂੰ ਵਾਪਸ ਪਰਤ ਰਹੇ ਹਾਂ। ਤਬ ਹਰਦਾਸ ਪਾਸ ਚੱਲ ਆਇਓ, ਜਦੋਂ ਇਹ ਗਵਾਲੀਅਰ ਦਾ ਜਿਹੜਾ ਦਰੋਗਾ ਸੀ ਨਾ, ਜਿਹਦੀ ਨਿਗਰਾਨੀ ਥੱਲੇ ਮਹਾਰਾਜ ਜੀ ਰਹੇ, ਇਹ ਹਰਦਾਸ ਦਰੋਗਾ ਸਤਿਗੁਰੂ ਜੀ ਦਾ ਤਨ ਮਨ ਕਰਕੇ ਸਿੱਖ ਹੋ ਗਿਆ ਸੀ। ਹਜੂਰ ਦਾ ਚੱਲਣਾ ਸੁਣਿਆ ਤੇ ਹਰਦਾਸ ਦਰੋਗਾ ਦਰਸ਼ਨ ਕਰਨ ਵਾਸਤੇ ਆਇਆ। ਪਾਦ ਅਰਬਿੰਦਨ ਪਰ ਲਪਟਾਇਓ, ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਆ ਕੇ। ਤਬ ਸਤਿਗੁਰ ਬਹੁ ਕਰੁਣਾ ਕਰੀ, ਤਦੋਂ ਸਤਿਗੁਰਾਂ ਜੀ ਨੇ ਹਰਦਾਸ ਦੇ ਉੱਤੇ ਬਹੁਤ ਕਿਰਪਾ ਕਰਨਾ ਕੀਤੀ। ਹਿਰਦੇ ਅਵਿਦਿਆ ਤਿਸ ਕੀ ਹਰੀ, ਜਿੰਨੀ ਅਵਿਦਿਆ ਸੀ ਅੰਦਰ ਹਜੂਰ ਨੇ ਤੱਕ ਕੇ ਨਾਸ਼ ਕਰ ਦਿੱਤੀ ਸਾਰੀ ਅਵਿਦਿਆ। ਇਹ ਕਹਿਣ ਨੂੰ ਬੜਾ ਸੌਖਾ ਹੁੰਦਾ ਹੈ, ਪਰ ਪੂਰੇ ਗੁਰੂ ਜੀ ਤੋਂ ਬਿਨਾਂ ਅਵਿਦਿਆ ਕੋਈ ਨਾਸ਼ ਨਹੀਂ ਕਰ ਸਕਦਾ। ਉਹਦਾ ਗਿਆਨ ਵਿੱਚ ਮਨ ਜਾਗ ਪੈਂਦਾ, ਜਿਹਦੇ ਅੰਦਰੋਂ ਅਵਿਦਿਆ ਨਾਸ਼ ਹੋ ਜਾਵੇ ਹਜੂਰ ਦਾ ਵਾਸਤਵ ਰੂਪ ਉਸ ਨੂੰ ਦਿਸ ਪੈਂਦਾ ਹੈ। ਸਤਨਾਮ ਸਿਮਰੋ ਲਿਵ ਲਾਈ, ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹਰਦਾਸ ਸਦਾ ਹੀ ਲਿਵ ਲਾ ਕੇ ਸੁਰਤ ਜੋੜ ਕੇ ਸੱਚੇ ਨਾਮ ਦਾ ਸਿਮਰਨ ਕਰਨਾ। ਮਮ ਮੂਰਤ ਧਰ ਧਿਆਨ ਬਨਾਈ, ਸਤਿਗੁਰੂ ਜੀ ਕਹਿੰਦੇ ਸਾਡੇ ਵਾਸਤਵ ਸਰੂਪ ਦਾ ਧਿਆਨ ਰੱਖਣਾ ਸਦਾ ਸਤ ਚਿਤ ਆਨੰਦ ਸਰੂਪ ਦਾ। ਇਹ ਸਤਿਗੁਰਾਂ ਜੀ ਨੇ ਸਿੱਖਿਆ ਦਿੱਤੀ। ਰਹੋ ਗਵਾਲੀਅਰ ਮਹਿ ਅਬ ਜਾਏ, ਹੁਣ ਤੂੰ ਕੇ ਰਹਿਣਾ ਕਰ। ਦੋਹ ਲੋਕਨ ਮਹਿ ਬਹੁ ਸੁਖ ਪਾਏ, ਦੋਹਾਂ ਲੋਕਾਂ ਦੇ ਵਿੱਚ ਤੂੰ ਭਾਰੀ ਸੁਖ ਪਾਵੇਂਗਾ। ਸੰਕਟ ਪਰੇ ਸਿਮਰ ਔਰ ਸਾਦਰ, ਜੇ ਕਰਕੇ ਕਿਤੇ ਸੰਕਟ ਪਏ ਨਾ, ਦੁੱਖ ਆ ਜਾਵੇ ਤੇ ਮਹਾਰਾਜ ਕਹਿੰਦੇ ਬੜੇ ਪਿਆਰ ਦੇ ਨਾਲ ਸਾਨੂੰ ਚੇਤਾ ਕਰਨਾ ਕਰੀ। ਤਤ ਛਿਨ ਹਮ ਹੋਵੈ ਤੋ ਬਹਾਦਰ, ਅਸੀਂ ਉਸੇ ਵੇਲੇ ਤਤ ਛਿਨ ਤੇਰੇ ਸਾਹਮਣੇ ਪ੍ਰਤੱਖ ਹੋ ਜਾਵਾਂਗੇ ਜਦੋਂ ਤੂੰ ਵਿਗਨ ਨੂੰ ਨਾਸ਼ ਕਰਨ ਲਈ ਸਾਨੂੰ ਧਿਆਵੇਂਗਾ। ਅਪਰ ਨਰਨ ਕੋ ਸਿੱਖੀ ਦੀਜੈ, ਮਹਾਰਾਜ ਜੀ ਨੇ ਆਖਿਆ ਹਰਦਾਸ ਜਿੱਥੇ ਆਪ ਸਿੱਖੀ ਕਮਾਵੇਂ ਉੱਥੇ ਹੋਰਨਾਂ ਨੂੰ ਵੀ ਸਿੱਖੀ ਦਾ ਜਿਹੜਾ ਨਾ ਉਹ ਪਿਆਰ ਲਾਉਣਾ, ਹੋਰਨਾਂ ਨੂੰ ਸਿੱਖੀ ਦੇਣਾ ਕਰੀ। ਕਰ ਸੰਗਤ ਮਿਲ ਗੁਰੂ ਜਪੀਜੈ, ਸੰਗਤ ਕਰਨੀ ਦੋਵੇਂ ਵਕਤ ਇਕੱਠੇ ਹੋ ਕਰਕੇ ਵਾਹਿਗੁਰੂ ਵਾਹਿਗੁਰੂ ਜਪਣਾ। ਜਥਾ ਨਿਕਟ ਅਬ ਦਰਸ਼ਨ ਕਰੈ, ਤੇ ਜਿਸ ਤਰ੍ਹਾਂ ਹੁਣ ਤੂੰ ਕੋਲ ਰਹਿ ਕਰਕੇ ਦਰਸ਼ਨ ਕਰਦਾ ਏ, ਤਥਾ ਮਹਾ ਫਲ ਸੰਮਤ ਧਰੈ। ਇਉਂ ਮਹਾਰਾਜ ਕਹਿੰਦੇ ਭਾਰੀ ਫਲ ਜਿਹੜਾ ਨਾ ਉਹ ਤੈਨੂੰ ਪ੍ਰਾਪਤ ਹੋਵੇਗਾ, ਸਾਡੇ ਦਰਸ਼ਨ ਦੀਦਾਰ ਤੈਨੂੰ ਹੋਣਗੇ। ਸੁਨ ਔਰ ਪ੍ਰੇਮ ਬਿਲੋਚਨ ਭਰੇ, ਮਹਾਰਾਜ ਜੀ ਦੇ ਐਸੇ ਵਰਦਾਨ ਦੇ ਬਚਨ ਸੁਣ ਕਰਕੇ
ਤੇ ਹਰਦਾਸ ਦੇ ਨੇਤਰਾਂ ਵਿੱਚ ਵਿਰਾਗ ਆ ਗਿਆ, ਨੇਤਰਾਂ ਵਿੱਚ ਪਾਣੀ ਭਰ ਗਿਆ। ਮਹਾਰਾਜ ਜੀ ਨੇ ਇੰਨੀ ਬਖਸ਼ਿਸ਼ ਕੀਤੀ। ਗੁਰ ਬਿਸ਼ਰਨ ਤੇ ਦੁਖ ਬਹੁ ਕਰੇ, ਸਤਿਗੁਰੂ ਜੀ ਦੇ ਵਿਛੜਨੇ ਕਰਕੇ ਬੜਾ ਮਨ ਦੁੱਖ ਮੰਨਦਾ ਏ। ਦੇ ਗੁਰ ਧੀਰ ਬਿਦਾ ਕਰ ਦੀਨੋ, ਮਹਾਰਾਜ ਜੀ ਨੇ ਧੀਰਜ ਦੇ ਕੇ ਤੇ ਸਮੇਂ ਵਿਦਾਇਗੀ ਦੇਣਾ ਕੀਤੀ। ਧਰ ਔਰ ਮੂਰਤ ਪਿਆਨਾ ਕੀਨੋ, ਮਹਾਰਾਜ ਜੀ ਦੇ ਪਵਿੱਤਰ ਸਰੂਪ ਨੂੰ ਹਿਰਦੇ ਅੰਦਰ ਵਸਾ ਕਰਕੇ ਤੇ ਸਮੇਂ ਹਰਦਾਸ ਦਰੋਗੇ ਨੇ ਚੱਲਣਾ ਕੀਤਾ। ਜੀਵਤ ਰਹਿਓ ਸਿਮਰ ਤਬ ਗੁਰ ਕੋ, ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿਮਰਦਾ ਰਿਹਾ ਜਿੰਨਾ ਚਿਰ ਸਰੀਰ ਵਿੱਚ ਸਵਾਸ ਚੱਲਦੇ ਰਹੇ। ਅੰਤ ਸਮੇਂ ਪ੍ਰਾਪਤ ਸੁਰਪੁਰ ਕੋ, ਅੰਤ ਦਾ ਸਮਾਂ ਜਦੋਂ ਆਇਆ ਸਤਿਗੁਰੂ ਜੀ ਦੀ ਪੁਰੀ ਵਿੱਚ ਪ੍ਰਾਪਤ ਹੋਇਆ। ਮਹਾਰਾਜ ਜੀ ਨੇ ਵੇਖ ਲੋ, ਹਰਦਾਸ ਇਹ ਉਥੇ ਦਰੋਗਾ ਸੀਗਾ ਭਾਵੇਂ, ਪਰ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਤੋਂ ਸਿੱਖੀ ਪ੍ਰਾਪਤ ਕਰਕੇ ਸੱਚੇ ਨਾਮ ਵਿੱਚ ਲਿਵ ਲਾ ਕਰਕੇ ਸਦਗਤੀ ਨੂੰ ਪ੍ਰਾਪਤ ਕਰ ਗਿਆ। ਬੋਲਿਓ ਜੇਠਾ ਚੰਦੂ ਮੰਦ, ਜਦੋਂ ਮਹਾਰਾਜ ਤੁਰਨ ਲੱਗੇ ਤੇ ਭਾਈ ਜੇਠਾ ਜੀ ਕਹਿੰਦੇ, ਮਹਾਰਾਜ ਇਹ ਜਿਹੜਾ ਦੁਸ਼ਟ ਵਾ ਚੰਦੂ ਮੰਦੀ ਮਤ ਵਾਲਾ, ਬਨਤਾ ਇਸ ਆਈ ਅਰ ਨੰਦ। ਮਹਾਰਾਜ ਜਹਾਂਗੀਰ ਲੈ ਕੇ ਆਇਆ ਸੀ ਇਹਦੀ ਘਰਵਾਲੀ ਨੂੰ ਤੇ ਪੁੱਤਰ ਨੂੰ ਨਾਲ ਪਕੜਾਉਣ ਵਾਸਤੇ। ਸੋ ਰਾਵਰ ਨੇ ਕਹਿ ਛੁਟਵਾਏ, ਮਹਾਰਾਜ ਤੁਸੀਂ ਕਹਿ ਕੇ ਉਹਨਾਂ ਨੂੰ ਛਡਵਾਇਆ ਕਾਹਨੂੰ ਹੈ? ਛਡਵਾਉਣੇ ਨਹੀਂ ਸੀ ਚਾਹੀਦੇ। ਚਾਹੀਏ ਦੁਸ਼ਟ ਮੂਲ ਬਿਨਸਾਏ, ਚਾਹੀਦਾ ਤੇ ਸੀ ਕਿ ਇਸ ਪਾਪੀ ਚੰਦੂ ਦੁਸ਼ਟ ਦੀ ਜੜ ਹੀ ਪੁੱਟ ਦੇਣੀ ਚਾਹੀਦੀ ਸੀਗੀ, ਇਹਦਾ ਪਰਿਵਾਰ ਹੀ ਨਾਸ਼ ਕਰ ਦੇਣਾ ਚਾਹੀਦਾ ਸੀ। ਜਗ ਮਹਿ ਨਹਿ ਇਸ ਕੀ ਜਰ ਰਹਿ, ਇਹਦੀ ਜੜ ਜਗਤ ਵਿੱਚ ਰਹਿ ਹੀ ਨਾ ਸਕਦੀ। ਇਉਂ ਮਹਾਰਾਜ ਤੁਸੀਂ ਛਡਵਾਉਣੇ ਨਹੀਂ ਸਨ। ਮਰਹਿ ਸਜਾਏ ਨਰਕ ਕੀ ਲਹੈ, ਮਰ ਕਰਕੇ ਨਰਕਾਂ ਦੀਆਂ ਸਜ਼ਾਵਾਂ ਪ੍ਰਾਪਤ ਕਰਦੇ। ਸੰਕਟ ਭਰੇ ਜੁਗਨ ਲਗ ਪਰਿਓ, ਤੇ ਇਉਂ ਜੁਗਾਂ ਤੱਕ ਇਹਨਾਂ ਦੇ ਸਿਰ ਤੇ ਸੰਕਟ ਪਿਆ, ਦੁੱਖ ਪਿਆ ਰਹਿੰਦਾ। ਆਤ ਕੁਕਰਮ ਪਾਪੀ ਨੇ ਕਰਿਓ, ਐਡਾ ਪਾਪੀ ਨੇ ਕੁਕਰਮ ਕੀਤਾ ਸਤਿਗੁਰਾਂ ਨੂੰ ਸ਼ਹੀਦ ਕਰਨ ਦਾ। ਇਹ ਭਾਈ ਜੇਠਾ ਜੀ ਉਹੋ ਹੀ ਨੇ ਜਿਨ੍ਹਾਂ ਨੇ ਹਜੂਰ ਦੀ ਸ਼ਹਾਦਤ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਸੀਗਾ। ਤਬ ਸ੍ਰੀ ਹਰਗੋਬਿੰਦ ਉਚਾਰਾ, ਤਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਭਲੇ ਪੁਰਖ ਕੀ ਨਹਿ ਇਹ ਕਾਰਾ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਜੇਠਾ ਭਲੇ ਪੁਰਖ ਦਾ ਇਹ ਕੰਮ ਨਹੀਂ ਹੁੰਦਾ। ਵੇਖੋ ਆਪਣੇ ਸਿੱਖਾਂ ਨੂੰ ਕਿੱਡਾ ਉੱਚਾ ਆਦਰਸ਼ ਮਹਾਰਾਜ ਜੀ ਨੇ ਸਿਖਾਇਆ। ਹਜੂਰ ਕਹਿੰਦੇ ਭਲੇ ਪੁਰਖ ਦਾ ਇਹ ਕੰਮ ਨਹੀਂ ਹੁੰਦਾ ਹੈ। ਕਿਆ ਦਾਰਾ ਪਰ ਕਰਨ ਪ੍ਰਹਾਰ, ਇਸਤਰੀ ਦੇ ਉੱਤੇ ਵਾਰ ਕਰਨਾ ਮਹਾਰਾਜ ਕਹਿੰਦੇ ਕਿੱਧਰ ਦੀ ਮਰਦਾਨਗੀ ਹੈ। ਛੋਰ ਦੇਤ ਹੈ ਹਿਰਦੇ ਵਿਚਾਰ, ਜਿਹੜੇ ਦਾਨੇ ਪੁਰਸ਼ ਹੁੰਦੇ ਆ ਉਹਦੇ ਵਿੱਚ ਵਿਚਾਰ ਕਰਕੇ ਮਾਫ ਕਰ ਦਿੰਦੇ ਆ, ਛੱਡ ਦਿੰਦੇ ਹਨ। ਇਸ ਕੇ ਸੁਤ ਕੋ ਪੁੰਨ ਹਮ ਮਾਰੈ, ਤੇ ਜਿਹੜੀ ਪੁੱਤਰ ਦੀ ਗੱਲ ਕਰਦਾ ਹੈ ਮਹਾਰਾਜ ਕਹਿੰਦੇ ਇਹਦੇ ਪੁੱਤਰ ਨੂੰ ਫਿਰ ਅਸੀਂ ਮਾਰਾਂਗੇ। ਰਚਹਿ ਜੁਧ ਜਬ ਸ਼ਸਤਰ ਪ੍ਰਹਾਰ, ਜਦੋਂ ਯੁੱਧ ਦੇ ਵਿੱਚ ਆਵੇਗਾ ਨਾ ਸਾਡੇ ਤੇ ਸ਼ਸਤਰ ਪਕੜ ਕਰਕੇ, ਉਦੋਂ ਮਹਾਰਾਜ ਕਹਿੰਦੇ ਮੈਦਾਨੇ ਜੰਗ ਦੇ ਅੰਦਰ ਇਸ ਨੂੰ ਮਾਰ ਦਿਆਂਗੇ। ਅਬ ਤਿਆਗਣ ਹੀ ਬਨਹਿ ਵਿਚਾਰੋ, ਹੁਣ ਤਾਂ ਭਾਈ ਜੇਠਾ ਸੋਚ ਲੈ, ਇਹਨਾਂ ਨੂੰ ਤਿਆਗਣਾ ਹੀ, ਜਿਹੜਾ ਇਹਨਾਂ ਛੱਡਣਾ ਹੀ ਬਣਦਾ ਹੈ। ਬਹੁਰ ਤੁਰਕ ਬ੍ਰਿੰਦਨ ਜੁਤ ਮਾਰੋ, ਬਹੁਰੋ ਜਿਹੜੇ ਤੁਰਕਾਂ ਨੂੰ ਚੜਾ ਕੇ ਲਿਆਵੇਗਾ, ਸੂਮੂ ਜ਼ਾਲਮਾਂ ਦੇ ਸਹਿਤ ਇਸ ਨੂੰ ਮਾਰਾਂਗੇ। ਸੁਨ ਗੁਰ ਸ੍ਰੀ ਗੁਰ ਕੋ ਸੁਨ ਕਰ ਪ੍ਰਸਥਾਨ, ਸਤਿਗੁਰੂ ਜੀ ਦਾ ਚੱਲਣਾ ਜਦੋਂ ਸੁਣਿਆ ਹੈ, ਗੁਰ ਸੰਗਤ ਦਰਸੇ ਗਨ ਆਨ। ਦਿੱਲੀ ਦੀਆਂ ਹਜ਼ਾਰਾਂ ਸੰਗਤਾਂ ਇਕੱਤਰ ਹੋ ਗਈਆਂ, ਨਗਾਰੇ ਵੱਜਣ ਲੱਗ ਪਏ। ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਸਥਾਨ ਸੁਣਿਆ ਕਿ ਹਜੂਰ ਚੱਲੇ ਹਨ, ਅਨਕ ਉਪਾਇਨ ਧਰ ਧਰ ਬੰਦਹਿ, ਬਹੁਤ ਭੇਟਾਵਾਂ ਸੰਗਤਾਂ ਪਿਆਰ ਨਾਲ ਲੈ ਕੇ ਆਈਆਂ। ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ। ਪਾਏ ਮਨੋਰਥ ਹੋਤ ਆਨੰਦ ਹੈ, ਬਹੁਤ ਇੱਛਾਵਾਂ ਹਜੂਰ ਦੇ ਦਰਸ਼ਨਾਂ ਨਾਲ ਹੀ ਪੂਰੀਆਂ ਹੋ ਜਾਂਦੀਆਂ। ਸਿੱਖ ਘਰੋਂ ਤੁਰਦੇ ਐ ਇੱਛਾ ਲੈ ਕਰਕੇ, ਮਹਾਰਾਜ ਜੀ ਦੇ ਦਰਸ਼ਨ ਕਰਨ ਨਾਲ ਇੱਛਾ ਪੂਰਤੀ ਹੁੰਦੀ ਹੈ। ਇੰਨਾ ਸੁਖ ਸਿੱਖਾਂ ਨੂੰ ਆਨੰਦ ਪ੍ਰਾਪਤ ਹੁੰਦਾ ਏ। ਸਭਨ ਕੋ ਦੀਨੋ ਉਪਦੇਸ਼, ਸਭ ਦੇ ਤਾਈ ਮਹਾਰਾਜ ਜੀ ਨੇ ਉਪਦੇਸ਼ ਦੇਣਾ ਕੀਤਾ। ਸਤ ਨਾਮ ਕੋ ਭਜੋ ਹਮੇਸ਼, ਕਿ ਸੱਚੇ ਨਾਮ ਦਾ ਹਮੇਸ਼ਾ ਹੀ ਇਕਾਗਰਤਾ ਨਾਲ ਭਜਨ ਕਰਨਾ ਕਰੋ। ਗੁਰ ਕੋ ਸੇਵੋ ਜਨਮ ਸੁਧਾਰੋ, ਗੁਰੂ ਨਾਨਕ ਸਾਹਿਬ ਜੀ ਨੂੰ ਸੇਵਨਾ ਕਰੋ। ਜਦੋਂ ਤੁਸੀਂ ਸਤਿਗੁਰੂ ਜੀ ਨੂੰ ਸੇਵੋਗੇ ਤੁਹਾਡਾ ਜਨਮ ਸੁਧਰ ਜਾਵੇਗਾ। ਜਨਮ ਆਪਣਾ ਇਉਂ ਸਫਲ ਕਰਨਾ ਕਰੋ। ਗੁਰਮੁਖ ਬਨੋ ਅੰਤ ਨਹਿ ਹਾਰੋ, ਗੁਰਮੁਖ ਬਣੋ, ਅੰਤ ਦੇ ਸਮੇਂ ਹਾਰ ਕੇ ਨਹੀਂ ਜਾਓਗੇ।
ਸਤਿਗੁਰੂ ਜੀ ਇਹ ਸਿੱਖਿਆ ਦਿੰਦੇ ਐ ਜਨਮ ਦੇ ਸਫਲ ਕਰਨ ਵਾਸਤੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਜੂਰ ਜਦੋਂ ਜੋਤੀ ਜੋਤ ਸਮਾਉਣ ਲੱਗੇ ਸੀ ਨਾ, ਤੇ ਉਦੋਂ ਵੀ ਸਿੱਖਾਂ ਨੇ ਬੜੀ ਬੇਬਲਤਾ ਨਾਲ ਮਹਾਰਾਜ ਨੂੰ ਪੁੱਛਿਆ, ਮਹਾਰਾਜ ਸਾਨੂੰ ਕੋਈ ਸਿੱਖਿਆ ਦੇ ਦਿਓ। ਸਤਿਗੁਰਾਂ ਜੀ ਨੇ ਇੱਕ ਵਾਰ ਸੰਗਤ ਵੱਲ ਮੁੱਖ ਕਰਕੇ ਆਖਿਆ, ਜਾਗਣਾ ਜਾਗਨ ਨੀਕਾ, ਹਰ ਕੀਰਤਨ ਮੈਂ ਜਾਗਣਾ। ਇਹ ਸਤਿਗੁਰਾਂ ਜੀ ਨੇ ਕਿਹਾ ਕਿ ਵਾਹਿਗੁਰੂ ਦੀ ਕੀਰਤੀ ਵਿੱਚ ਸਦਾ ਜਾਗਣਾ, ਵਾਹਿਗੁਰੂ ਦੇ ਨਾਮ ਨੂੰ ਸਦਾ ਜਪਣਾ। ਇਹ ਮਹਾਰਾਜ ਦਿੱਲੀ ਦੇ ਸਿੱਖਾਂ ਦਾ ਪਿਆਰ ਵੇਖ ਕੇ ਹਜੂਰ ਉਹਨਾਂ ਨੂੰ ਸਿੱਖਿਆ ਦਿੰਦੇ ਐ, ਗੁਰਮੁਖ ਬਣੋ ਤੇ ਨਾਮ ਜਪਣਾ ਕਰੋ। ਦਿਵਸ ਦੁਆਦਸ਼ੀ ਥਿਤੀ ਬਿਤਾਈ, ਜਦੋਂ 12ਵੀਂ ਤਰੀਕ ਬਤੀਤ ਹੋ ਗਈ ਹੈ, ਤਰੋਦਸ਼ਮੀ ਮਹਿ ਕੀਨ ਚੜਾਈ, 13ਵੀਂ ਤਰੀਕ ਨੂੰ ਤੁਰਨਾ ਕੀਤਾ। ਅਦਕ ਧੁਨੀ ਧੌਂਸਾ ਤੁੰਕਾਰਾ, ਬਹੁਤ ਉੱਚੀ ਧੌਂਸੇ ਜਿਹੜੇ ਸੀ ਨਾ ਤੇ ਸਮੇਂ ਤੁੰਕਾਰ ਉੱਠੇ, ਭਾਵ ਨਗਾਰਿਆਂ ਦੀਆਂ ਧੁਨਾਂ ਜਿਹੜੀਆਂ ਸੀ ਉੱਚੀ ਉੱਠ ਪਈਆਂ। ਤਤ ਛਿਨ ਦਲ ਤਿਆਰ ਹੋਵੇ ਸਾਰਾ, ਬੜੀ ਛੇਤੀ ਨਾਲ ਸਾਰਾ ਦਲ ਜਿਹੜਾ ਸੀ ਸੈਨਾ ਤਿਆਰ ਹੋ ਗਈ। ਜਹਾਂਗੀਰ ਉਤ ਚੜ ਕਰ ਚਾਲਾ, ਜਹਾਂਗੀਰ ਵੀ ਉਧਰੋਂ ਚੜ ਕਰਕੇ ਚੱਲ ਪਿਆ। ਮਾਨਵ ਚੱਲੇ ਹਜ਼ਾਰੋਂ ਨਾਲਾ, ਹਜ਼ਾਰਾਂ ਲੋਕ ਜਹਾਂਗੀਰ ਦੇ ਨਾਲ ਤੁਰਦੇ ਆ। ਤਬ ਜੇਠਾ ਮਨ ਮਾਹੇ ਵਿਚਾਰੇ, ਤਦੋਂ ਭਾਈ ਜੇਠਾ ਜੀ ਨੇ ਮਨ ਵਿੱਚ ਸੋਚਿਆ, ਚੰਦੂ ਕੋ ਗੁਰ ਨਹੀਂ ਨਿਹਾਰੈ, ਕਿ ਚੰਦੂ ਦਾ ਮੂੰਹ ਸੁੱਜਿਆ ਹੋਇਆ ਹੈ, ਸਿਰ ਸੁੱਜਿਆ ਹੋਇਆ ਹੈ, ਤੇ ਸਵਾ ਮਿੱਟੀ ਖੇ ਦੇ ਭਾਈ ਸਿਰ 'ਚ, ਤੇ ਗੁਰੂ ਸਾਹਿਬ ਕਿਤੇ ਇਹਦੀ ਹਾਲਤ ਨੂੰ ਇਸ ਤਰ੍ਹਾਂ ਵੇਖ ਨਾ ਲੈਣ। ਮਹਾ ਕਿਰਪਾਲ ਸੁਭਾਉ ਜੇ ਦੇਖੈ, ਮਹਾਰਾਜ ਦਾ ਮਹਾ ਕਿਰਪਾਲੂ ਸੁਭਾਅ ਏ। ਸਤਿਗੁਰੂ ਜੀ ਨੇ ਜੇ ਇਸ ਤਰ੍ਹਾਂ ਇਸ ਨੂੰ ਵੇਖਣਾ ਕੀਤਾ, ਇਹਦਾ ਮੂੰਹ ਜੋ ਸੁੱਜਿਆ ਹੋਇਆ ਏ, ਨਹੀਂ ਛੁਟਾਏ ਦੇ ਅਵਰੇਖੈ, ਕਿਤੇ ਵੇਖ ਕੇ ਮਹਾਰਾਜ ਛਡਾ ਹੀ ਨਾ ਦੇਣ ਕਿ ਛੱਡ ਦਿਓ ਗੁਰੂ ਸਾਹਿਬ ਨੂੰ, ਕਿਤੇ ਤਰਸ ਨਾ ਆ ਜਾਵੇ। ਚੰਡਾਲਨ ਕੋ ਸੀਖ ਸਿਖਾਈ, ਜਿਹੜੇ ਚੰਡਾਲ ਸੀ ਨਾ ਨਾਲ, ਉਹਨਾਂ ਨੂੰ ਭਾਈ ਜੇਠਾ ਜੀ ਨੇ ਸਮਝਾਉਣਾ ਕੀਤਾ ਚੰਦੂ ਸਵਾਨਨ ਸਾਥ ਮਿਲਾਈ, ਕਿ ਚੰਦੂ ਜਿਹੜਾ ਹੈ ਨਾ, ਇਹਨੂੰ ਕੁੱਤਿਆਂ ਵਿੱਚ ਹੀ ਮਿਲਾ ਕਰਕੇ ਰੱਖਣਾ ਏ। ਗੁਰ ਕੀ ਦ੍ਰਿਸ਼ਟ ਬਚਾਵਤ ਆਵਹੁ, ਗੁਰੂ ਮਹਾਰਾਜ ਸਾਹਿਬ ਜੀ ਦੀ ਦ੍ਰਿਸ਼ਟੀ ਤੋਂ ਬਚਾਉਂਦੇ ਲਿਆਉਣਾ ਹੈ, ਮਹਾਰਾਜ ਦੇ ਸਾਹਮਣੇ ਨਹੀਂ ਇਸ ਨੂੰ ਲੈ ਕਰਕੇ ਆਉਣਾ। ਡੇਰਾ ਦੂਰ ਕਰੋ ਇਸ ਥਾਵਹੁ, ਜਿੱਥੇ ਮਹਾਰਾਜ ਦਾ ਉਤਾਰਾ ਹੋਵੇ, ਕੁੱਤੇ ਕਿ ਜਿਹੋ ਜੀ ਸੰਗਲੀ ਕੁੱਤਿਆਂ ਦੇ ਗਲ ਪਾਈ ਸੀ, ਪਹਿਲਾਂ ਤਾਂ ਉਹਦੇ ਰੱਸੀ ਨਾਲ ਉੱਥੇ ਬੰਨਿਆ ਹੋਇਆ ਸੀ, ਫਿਰ ਸੰਗਲੀ ਜਿਹੜੀ ਸੀ ਨਾ ਇੱਕ ਉਹਦੇ ਚੰਦੂ ਦੇ ਵੀ ਗਲ ਪਾ ਦੇਣਾ ਕੀਤੀ। ਨਰ ਸ਼ੋਰੇ ਗਨ ਖਲ ਰਖਵਾਰੀ, ਮੂਰਖ ਦੀ ਰਖਵਾਲੀ ਵਾਸਤੇ ਕੁਝ ਕੁ ਸੇਵਕ ਭਾਈ ਜੇਠਾ ਜੀ ਨੇ ਛੱਡ ਦਿੱਤੇ। ਆਪ ਮਿਲਿਓ ਗੁਰ ਕੇ ਸੰਗ ਜਾਈ, ਤੇ ਆਪ ਸਤਿਗੁਰਾਂ ਜੀ ਦੇ ਕੋਲ ਆ ਕਰਕੇ ਹਾਜ਼ਰ ਹੋ ਗਏ ਸੇਵਾ ਵਿੱਚ। ਬੱਜਤ ਨਿਸ਼ਾਨ ਚਲਤ ਅਗਵਾਈ, ਮਹਾਰਾਜ ਜੀ ਸਵਾਰੀ ਜਦੋਂ ਚੱਲਦੀ ਹੈ, ਅੱਗੇ ਅੱਗੇ ਨਗਾਰੇ ਵੱਜਦੇ ਜਾਂਦੇ ਆ। ਦਿਨ ਪ੍ਰਤ ਕੂਚ ਮੁਕਾਮ ਕਰਨ ਤੇ, ਦਿਨ ਪ੍ਰਤੀ ਕੂਚ ਦਰ ਕੂਚ ਹੁੰਦਾ ਹੈ। ਸ਼ਾਮ ਦਾ ਸੂਰਜ ਢਲਦਾ ਹੈ, ਸਤਿਗੁਰੂ ਜੀ ਦੀਵਾਨ ਸਜਾਉਂਦੇ ਆ, ਪੜਾ ਪੈ ਜਾਂਦਾ ਹੈ। ਕਬ ਕਬ ਗੁਰ ਅਰ ਸ਼ਾਹੋ ਮਿਲਨ ਤੇ, ਕਦੇ ਕਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇ ਜਹਾਂਗੀਰ ਬਾਦਸ਼ਾਹ ਦਾ ਮਿਲਾਪ ਹੁੰਦਾ ਏ। ਅਨਕ ਖੁਸ਼ੀ ਕੀ ਬਾਤਨ ਕਰਤੇ, ਬਹੁਤ ਪ੍ਰਸੰਨ ਚਿੱਤ ਹੋ ਕੇ ਮਹਾਰਾਜ ਜੀ ਬਚਨ ਬਿਲਾਸ ਕਰਦੇ ਆ। ਕਹਿ ਸੁਨ ਮਿਲ ਕਰ ਆਨੰਦ ਧਰਤੇ, ਆਪਸ ਦੇ ਅੰਦਰ ਕਹਿ ਸੁਣ ਕਰਕੇ ਬਹੁਤ ਜਹਾਂਗੀਰ ਵੀ ਖੁਸ਼ ਹੁੰਦਾ ਹੈ ਕਿ ਮਹਾਰਾਜ ਜੀ ਦੇ ਦਰਸ਼ਨਾਂ ਦਾ ਸੁਭਾਗ ਮਿਲਿਆ ਏ। ਜਿਤਕ ਗੁਰੂ ਚਾਹਤ ਮਾਗ ਚਾਲੇ, ਜਿੰਨਾ ਕੁ ਸਤਿਗੁਰੂ ਜੀ ਰਸਤੇ ਤੇ ਇੱਛਾ ਕਰਦੇ ਆ ਚੱਲਣ ਦੀ, ਤਿਤੋ ਸ਼ਾਹੋ ਚਹ ਚੱਲੇ ਸੁਖਾਲੇ, ਸੁਖ ਦੇ ਸਹਿਤ ਜਹਾਂਗੀਰ ਵੀ ਓਨਾ ਹੀ ਚੱਲਦਾ ਹੈ। ਜਿੱਥੇ ਮਹਾਰਾਜ ਪੜਾ ਪਵਾ ਦਿੰਦੇ ਉੱਥੇ ਹੀ ਜਹਾਂਗੀਰ ਵੀ ਪੜਾ ਕਰ ਲੈਂਦਾ ਏ। ਇੱਕ ਦਿਨ ਸ਼ਾਹੋ ਸੰਗ ਗੁਰ ਮਿਲੇ, ਇੱਕ ਦਿਨ ਜਹਾਂਗੀਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਰਸਤੇ ਵਿੱਚ ਮਿਲਾਪ ਹੋਇਆ ਏ। ਬਚਨ ਬਿਲਾਸ ਬਖਾਨੇ ਭਲੇ, ਸੱਚੇ ਪਾਤਸ਼ਾਹ ਮਹਾਰਾਜ ਜਹਾਂਗੀਰ ਦੇ ਨਾਲ ਬਚਨ ਬਿਲਾਸ ਕਰ ਰਹੇ ਆ। ਬੇਗਮ ਕੇ ਸਮੀਪ ਸ਼ੁਭ ਡੇਰੇ, ਉੱਥੇ ਜਹਾਂਗੀਰ ਦੀਆਂ ਬੇਗਮਾਂ ਦਾ ਜਿਹੜਾ ਤੰਬੂ ਹੈ, ਰਣਵਾਸ ਹੈ,
ਉਹ ਵੀ ਨੇੜੇ ਹੀ ਲੱਗਾ ਹੋਇਆ ਏ। ਚਿਖਨ ਝਰੋਖੇ ਲੱਗੇ ਕਨੇਰੇ, ਜਿਸ ਤੰਬੂਆਂ ਦੇ ਅੰਦਰ ਵੇਖਣ ਲਈ ਬੜੇ ਜ਼ਿਆਦੇ ਝਰੋਖੇ ਜਿਹੜੇ ਹਨ ਉਹ ਲੱਗੇ ਹੋਏ ਆ। ਮਖਮਲ ਜਰੀ ਝਾਲਰਨ ਲੜਕੀ, ਬਹੁਤ ਜ਼ਿਆਦੇ ਮਖਮਲ ਦੇ ਕੱਪੜੇ ਦੀਆਂ ਜਿਹੜੀਆਂ ਝਾਲਰਾਂ ਹਨ ਜਰੀਦਾਰ, ਉਹ ਲਟਕ ਰਹੀਆਂ ਨੇ ਉਹ ਤੰਬੂਆਂ ਦੇ ਦੁਆਲੇ। ਚੋਬ ਸੋ ਚਾਂਦੀ ਚਾਮੀ ਕਰ ਕੀ, ਉਹਨਾਂ ਤੰਬੂਆਂ ਦੀਆਂ ਜਿਹੜੀਆਂ ਚੋਭਾਂ ਨੇ ਨਾ ਉਹ ਵੀ ਸੋਨੇ ਦੀਆਂ ਬਣੀਆਂ ਹੋਣੀਆਂ, ਕਿਉਂਕਿ ਬਾਦਸ਼ਾਹਤ ਦੀ ਇਹ ਜਿਹੜੀ ਹੈ ਵੱਡਾ ਪ੍ਰਤਾਪ ਦਿਖਾਉਣ ਲਈ ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਬੇਗਮਾਂ ਦੇ ਜਿੱਥੇ ਤੰਬੂ ਲੱਗੇ ਹੋਏ ਆ ਉਹ ਤੰਬੂਆਂ ਦੀ ਰਚਨਾ ਕਵੀਰਾਜ ਕਹਿੰਦੇ ਆ ਕਿ ਬੜੀਆਂ ਸੋਹਣੀਆਂ ਸੋਹਣੀਆਂ ਚੋਭਾਂ ਜੋ ਸੋਨੇ ਦੀਆਂ ਬਣੀਆਂ ਹੋਈਆਂ ਨੇ। ਹੀਰੇ ਮੁਕਰ ਸੋ ਮੁਕਤਾ ਲਾਗੇ, ਉਹਨਾਂ ਕੱਪੜਿਆਂ ਦੇ ਵਿੱਚ ਜਿਹੜੇ ਤੰਬੂ ਦੇ ਬਣੇ ਹੋਏ ਜਰੀਦਾਰ, ਉਹਨਾਂ ਵਿੱਚ ਬੜੀਆਂ ਸੋਹਣੀਆਂ ਹੀਰਿਆਂ ਦੀਆਂ ਲੜੀਆਂ ਜੜੀਆਂ ਹੋਈਆਂ, ਤੇ ਨਾਲ ਨਾਲ ਜਿਹੜੇ ਦਰ ਲੰਘਣ ਵਾਸਤੇ ਬਣਾਏ ਹੋਏ ਆ ਉਥੇ ਮੋਤੀਆਂ ਦੀਆਂ ਮਾਲਾਂ ਲਟਕ ਰਹੀਆਂ ਨੇ। ਜਗਮਗ ਚਮਤਕਾਰ ਦੁੱਤ ਜਾਗੇ, ਬਹੁਤ ਜ਼ਿਆਦਾ ਜਗਮਗਾਹਟ ਹੁੰਦੀ ਹੈ ਤੇ ਬੜੀ ਦੁੱਤ ਸੋਭਾ ਜਾਗਦੀ ਹੈ ਹੀਰਿਆਂ ਦੇ ਚਮਕਣੇ ਕਰਕੇ। ਤਿੰਨ ਮੈਂ ਫਿਰੇ ਬੇਗਮਾ ਹੇਰਤ, ਉਹਨਾਂ ਤੰਬੂਆਂ ਦੇ ਅੰਦਰ ਬੇਗਮਾਂ ਜਿਹੜੀਆਂ ਫਿਰ ਰਹੀਆਂ ਨੇ ਇੱਧਰ ਉੱਧਰ ਵੇਖਦੀਆਂ ਹੋਈਆਂ। ਹਜ਼ਰਤ ਕੀ ਦਿਸ਼ ਦ੍ਰਿਸ਼ਟੀ ਪ੍ਰੇਰਤ, ਜਹਾਂਗੀਰ ਵੱਲ ਉਹਨਾਂ ਨੇ ਆਪਣੀ ਦ੍ਰਿਸ਼ਟੀ ਜਿਸ ਵਕਤ ਪਾਈ ਹੈ। ਇੱਕ ਦੋਏ ਨਫਰ ਨਿਕਟ ਤਹ ਪੇਖੇ, ਵੇਖਦੀਆਂ ਨੇ ਕਿ ਇੱਕ ਦੋ ਨੌਕਰ ਜਿਹੜੇ ਆ ਉਹ ਨੇੜੇ ਖਲੋਤੇ ਆ। ਪੁਨ ਸ੍ਰੀ ਹਰਿ ਗੋਬਿੰਦ ਜੀ ਦੇਖੇ, ਫਿਰ ਇਹਨਾਂ ਬੇਗਮਾਂ ਦੀ ਨਿਗਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਪਾਵਨ ਸਰੀਰ ਦੇ ਉੱਪਰ ਪਈ ਆ। ਮਹਾਰਾਜ ਦਾ ਮੁਖਾਰ ਬਿੰਦ ਤੱਕਿਆ ਏ। ਮੁਖ ਮੰਡਲ ਦੀਰਘ ਜਿਸ ਕੇਰਾ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਮੁਖ ਮੰਡਲ ਬਹੁਤ ਦੀਰਘ ਵਿਸਥਾਰ ਸਹਿਤ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਹਜੂਰ ਬੈਠਦੇ ਐ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਵੀਰ ਆਸਣ ਲਾ ਕੇ ਤਖਤ ਤੇ ਸਜਦੇ ਐ। ਮਹਾਰਾਜ ਜੀ ਦੇ ਦਰਸ਼ਨਾਂ ਨੂੰ ਵੇਖ ਰਹੀਆਂ ਜਹਾਂਗੀਰ ਦੀਆਂ ਬੇਗਮਾਂ। ਸ਼ਮਸ਼ ਮਨਹੁ ਤਮ ਚਹਿ ਸਸ ਕੇਰਾ, ਜਿਹੜਾ ਹਜੂਰ ਦੇ ਮੁਖ ਤੇ ਦਾੜਾ ਹੈ ਨਾ, ਕਾਲਾ ਦਾੜਾ, ਕਵੀਰਾਜ ਪ੍ਰਮਾਣ ਦਿੰਦੇ ਇਉਂ ਲੱਗ ਰਿਹਾ ਜਿਵੇਂ ਚੰਦਰਮਾ ਨੂੰ ਹਨੇਰੇ ਨੇ ਘੇਰਾ ਪਾਇਆ ਹੋਵੇ। ਹਨੇਰਾ ਕਾਲੇ ਰੰਗ ਦਾ ਹੁੰਦਾ ਹੈ ਨਾ ਤੇ ਚੰਦਰਮਾ ਉਜਲ ਹੁੰਦਾ ਹੈ। ਹਜੂਰ ਦਾ ਪਵਿੱਤਰ ਮੁਖ ਮੰਡਲ ਇੰਨਾ ਪ੍ਰਤਾਪ ਨਾਲ ਦਗਦਾ ਹੈ ਤੇ ਕਾਲੇ ਰੰਗ ਦਾ ਦਾੜਾ ਇਉਂ ਪ੍ਰਤੀਤ ਹੁੰਦਾ ਜਿਵੇਂ ਚੰਦਰਮਾ ਨੂੰ ਹਨੇਰੇ ਨੇ ਘੇਰਾ ਪਾਇਆ ਹੋਵੇ। ਮੰਦ ਮੰਦ ਮੁਸਕਾਵਤ ਬੋਲਤ, ਸਤਿਗੁਰੂ ਜੀ ਹੌਲੀ ਹੌਲੀ ਮੁਸਕਰਾਉਂਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜੂਰ ਬਚਨ ਕਰਦੇ ਆ। ਜਨ ਬਿਦਰਮ ਕੋ ਸੰਪਟ ਖੋਲਤ, ਜਾਨੋ ਇਉਂ ਲੱਗਦਾ ਜਿਵੇਂ ਮੂੰਗੇ ਦੇ ਡੱਬੇ ਵਿੱਚ ਮੋਤੀਆਂ ਦੀ ਮਾਲਾ ਹੁੰਦੀ ਹੈ ਨਾ, ਇਵੇਂ ਉਹ ਮੂੰਗੇ ਦਾ ਡੱਬਾ ਹੀ ਉਹਦਾ ਢੱਕਣ ਹੀ ਖੁੱਲਦਾ ਹੋਵੇ ਜਦੋਂ ਸਤਿਗੁਰਾਂ ਜੀ ਦੇ ਪਵਿੱਤਰ ਦੰਦ ਦਿਸਦੇ ਆ ਇੰਨੇ ਸੋਹਣੇ। ਹੀਰਨ ਪਾਤ ਦੰਤ ਵਿੱਚ ਦੀਖੇ, ਮਹਾਰਾਜ ਜੀ ਦੇ ਪਵਿੱਤਰ ਮੁਖਾਰ ਬਿੰਦ ਵਿੱਚ ਜਿਹੜੇ ਦੰਦ ਵੈ ਇਉਂ ਪ੍ਰਤੀਤ ਹੋਵੇ ਜਿਵੇਂ ਹੀਰਿਆਂ ਦੀਆਂ ਲੜੀਆਂ ਚਮਕ ਰਹੀਆਂ ਨੇ। ਬਚਨ ਸੁਗੰਧਤ ਸੁਧਾ ਸਰੀਖੇ, ਸਤਿਗੁਰਾਂ ਜੀ ਦੇ ਪਵਿੱਤਰ ਬਚਨ ਇਉਂ ਲੱਗ ਰਹੇ ਆ ਜਿਵੇਂ ਬਹੁਤ ਭਾਰੀ ਸੁਗੰਧੀ ਵਰਗੇ ਹਨ। ਬਹੁ ਵਿਸਤਰਤ ਬਿਲੋਚਨ ਬੰਕੇ, ਮਹਾਰਾਜ ਜੀ ਦੇ ਬਹੁਤ ਵਿਸਥਾਰ ਸਹਿਤ ਹਜੂਰ ਦੇ ਬਹੁਤ ਸੁੰਦਰ ਨੇਤਰ, ਚੌੜੇ ਚੌੜੇ ਸਤਿਗੁਰਾਂ ਜੀ ਦੇ ਕਮਲ ਦੀਆਂ ਪੰਖੜੀਆਂ ਵਰਗੇ ਸੁੰਦਰ ਨੇਤਰ ਹਨ। ਕਮਲ ਪੰਖੁਰੀ ਕੀ ਕਰ ਸੰਕੇ, ਤੇ ਕਹਿੰਦੇ ਕਮਲ ਪੰਖੜੀਆਂ ਜਿਹੜੀਆਂ ਨੇ ਕਵੀਰਾਜ ਪ੍ਰਮਾਣ ਦਿੰਦੇ ਆ ਉਹ ਕੀ ਬਰਾਬਰਤਾ ਕਰ ਸਕਦੀਆਂ, ਪਰ ਦ੍ਰਿਸ਼ਟਾਂਤ ਇੱਕ ਅੰਗੀ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹੋ ਜਿਹੇ ਰਸੀਲੇ ਨੇਤਰ ਜਿਨ੍ਹਾਂ ਨੂੰ ਵੇਖ ਕਰਕੇ ਇਹ ਬੇਗਮਾਂ ਤਾਂ ਕੀ, ਜਿਸ ਸਰੂਪ ਨੂੰ ਵੇਖ ਕਰਕੇ ਸਾਰੀ ਕਾਇਨਾਤ ਮੋਹਿਤ ਹੋ ਰਹੀ ਹੈ। ਜਿਸ ਪਾਵਨ ਸਰੂਪ ਦੀ ਬਾਬਤ ਸਤਿਗੁਰੂ ਜੀ ਵੀ ਕਹਿੰਦੇ ਐ, ਜੋ ਨਿਰੰਕਾਰ ਦੀ ਸਿਫਤ ਕਰਦੇ ਆ ਨਾ ਮਹਾਰਾਜ, ਹਜੂਰ ਕਹਿੰਦੇ ਕਿ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸਰੂਪ ਬਾਰੇ ਇਤਿਹਾਸ ਨੇ ਕਿਹਾ ਕਿ ਸੱਚੇ ਪਾਤਸ਼ਾਹ ਮਹਾਰਾਜ ਬਹੁਤ ਸੁੰਦਰ ਸੀ ਚਿਹਰਾ ਗਰੀਬ ਨਵਾਜ ਜੀ ਦਾ। ਤੇ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਹੱਸਦੇ ਐ, ਗਰੀਬ ਨਵਾਜ ਬਚਨ ਕਰਦੇ ਐ, ਇਹ ਜਹਾਂਗੀਰ ਦੀਆਂ ਬੇਗਮਾਂ ਸਤਿਗੁਰੂ ਜੀ ਦੇ ਸਰੂਪ ਵੱਲ ਵੇਖ ਰਹੀਆਂ ਹਨ। ਜੇਵਰ ਜਬਰ ਜਵਾਹਰ ਜਰੇ, ਪ੍ਰਗਟ ਹੀ ਸਤਿਗੁਰਾਂ ਜੀ ਦੇ ਗਲ ਵਿੱਚ ਪਈ ਹੋਈ ਮੋਤੀਆਂ ਦੀ ਮਾਲਾ ਚਮਕ ਰਹੀ ਹੈ
ਜਿਹੜੇ ਸੱਚੇ ਪਾਤਸ਼ਾਹ ਜੀ ਦੇ ਬਾਜੂਆਂ ਤੇ ਬੱਝੇ ਹੋਏ ਬਹੁਟੇ ਹਨ, ਉਹਨਾਂ ਵਿੱਚ ਹੀਰੇ ਚਮਕ ਰਹੇ ਆ। ਪਹਿਰ ਸਰੀਰ ਵਿਭੂਖਤ ਕਰੇ। ਬਹੁਤ ਸੁੰਦਰ ਜਿਹੜੇ ਆ ਸਤਿਗੁਰਾਂ ਜੀ ਨੇ ਵਸਤਰ ਤੇ ਇਤਿਆਦਿਕ ਸ਼ਸਤਰ ਵਸਤਰ ਧਾਰਨ ਕੀਤੇ ਆ। ਗੁਰ ਸੁੰਦਰਤਾ ਕਹਿ ਲਗ ਕਹੋ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਸਰੋਤਾ ਜਨੋ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੁੰਦਰਤਾ ਮੈਂ ਕਿੱਥੋਂ ਤੱਕ ਕਹਿਣਾ ਕਰਾਂ। ਮਹਿ ਕਿਹਠਾਂ ਅਪਰ ਨਾ ਲਹੋ। ਮੈਂ ਤਾਂ ਇਹ ਸਮਝਦਾ ਕਿ ਧਰਤੀ ਦੇ ਉੱਤੇ ਹੋਰ ਥਾਂ ਤੇ ਕਿਸੇ ਵੀ ਇਹ ਸੁੰਦਰਤਾ ਇੰਨੀ ਨਹੀਂ ਜਿੰਨੀ ਸੁੰਦਰਤਾ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਦੇ ਉੱਤੇ ਵਾਸ ਕੀਤਾ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜਿਹਾ ਸੁੰਦਰ ਸਰੂਪ ਹਨ। ਰੂਪ ਬਿਲੋਕ ਬੇਗਮਾ ਸਾਰੀ। ਸਾਰੀਆਂ ਬੇਗਮਾਂ ਸਤਿਗੁਰਾਂ ਜੀ ਦਾ ਪਵਿੱਤਰ ਰੂਪ ਵੇਖ ਕਰਕੇ ਰੀਜ ਰਹੀ ਜਨ ਮ੍ਰਿਗੀ ਵਿਚਾਰੀ। ਇਉਂ ਰੀਝ ਗਈਆਂ ਜਿਵੇਂ ਮ੍ਰਿਗੀ ਹਿਰਨੀ ਹੁੰਦੀ ਹੈ, ਕੰਡੇ ਹੇੜੇ ਦੇ ਸ਼ਬਦ ਦੇ ਉੱਤੇ ਵਿੰਨਿਆ ਜਾਂਦਾ ਜਿਵੇਂ ਚਿੱਤ। ਇੱਕ ਟਕ ਦੇਖ ਰਹੀ ਸਭ ਦਾਰਾ। ਇੱਕ ਟੱਕ ਕੋਈ ਇੱਧਰ ਉੱਧਰ ਨੇਤਰ ਵੀ ਨਹੀਂ ਹਿਲਾਏ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਸਰੂਪ ਨੂੰ ਵੇਖ ਰਹੀਆਂ ਨੇ। ਮਨੋ ਜੂਪ ਮੈਂ ਮਨ ਕੋ ਹਾਰਾ। ਇਉਂ ਜਾਣੋ ਕਵੀ ਰਾਜ ਕਹਿੰਦੇ ਜਿਵੇਂ ਜੂਏ ਵਿੱਚ ਹੀ ਆਪਣਾ ਮਨ ਹਾਰ ਗਈਆਂ ਹੋਣ, ਇਸ ਤਰ੍ਹਾਂ ਸਤਿਗੁਰਾਂ ਜੀ ਦੇ ਰੂਪ ਨੂੰ ਵੇਖਦਿਆਂ ਉਹਨਾਂ ਨੂੰ ਸੁੱਧ ਬੁੱਧ ਭੁੱਲ ਗਈ ਹੈ। ਨਿਕਟ ਝਰੋਖੇ ਰਹਿ ਗਈ ਠਾਂਡੀ। ਝਰੋਖਿਆਂ ਦੇ ਵਿੱਚ ਹੀ ਖਲੋਤੀਆਂ ਰਹਿ ਗਈਆਂ। ਪ੍ਰੀਤ ਬਿਲੋਕਣ ਕੀ ਔਰ ਬਾਡੀ। ਹਿਰਦੇ ਵਿੱਚ ਵੇਖਣ ਦੀ ਬਾਹਲੀ ਪ੍ਰੀਤੀ ਵੱਧ ਗਈ। ਹਟ ਨਹਿ ਸਕਹਿ ਚਿੱਤਰ ਸੀ ਖਰੀ। ਹਟ ਨਹੀਂ ਸਕਦੀਆਂ, ਜਿਵੇਂ ਚਿੱਤਰ ਨਹੀਂ ਕੋਈ ਜੜ ਹੋ ਜਾਂਦਾ ਹੈ ਤਸਵੀਰ ਲੱਗੀ ਹੋਈ, ਇਸ ਤਰ੍ਹਾਂ ਉਹਨਾਂ ਦੇ ਚਿੱਤ ਜਾੜੀ ਹੋ ਗਏ ਵੇਖਦੀਆਂ ਹੋਈਆਂ ਦੇ। ਅੰਗ ਅੰਗ ਮਹਿ ਜਿਨ ਤੋ ਦੁੱਤ ਧਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੇਖਦੀਆਂ ਨੇ ਜਿਨ੍ਹਾਂ ਦੇ ਅੰਗ ਅੰਗ ਵਿੱਚ ਇੰਨੀ ਜ਼ਿਆਦੀ ਸੋਭਾ ਹੈ। ਜਬ ਲਗ ਗੁਰੂ ਸ਼ਾਹੋ ਟਿਗ ਖਰੇ। ਜਦੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਹਾਂਗੀਰ ਦੇ ਕੋਲ ਸਤਿਗੁਰੂ ਜੀ ਬੈਠੇ ਗੱਲਬਾਤ ਕਰਦੇ ਰਹੇ, ਇਤ ਉਤ ਨਹੀਂ ਬਿਲੋਚਨ ਕਰੇ। ਉਹਨਾਂ ਨੇ ਆਪਣੀਆਂ ਅੱਖਾਂ ਇੱਧਰ ਉੱਧਰ ਕੀਤੀਆਂ ਹੀ ਨਹੀਂ। ਪੁਨ ਉਠ ਗੁਰੂ ਵਹਿਰ ਕੋ ਚਾਲੇ। ਫਿਰ ਸਤਿਗੁਰੂ ਜੀ ਉੱਠ ਕਰਕੇ ਗਰੀਬ ਨਵਾਜ ਬਾਹਰ ਨੂੰ ਚੱਲ ਪਏ ਅਵਲੋਕਤ ਅਕੁਲਾਵਤ ਨਾਲੇ। ਤੇ ਵੇਖ ਕਰਕੇ ਬਹੁਤ ਚਿੱਤ ਉਹਨਾਂ ਦਾ ਵਿਆਕੁਲ ਹੋ ਰਿਹਾ। ਸਤਿਗੁਰੂ ਜੀ ਨੂੰ ਜਦੋਂ ਉਥੋਂ ਤੁਰਦਿਆਂ ਵੇਖਿਆ, ਹੁਣ ਮਹਾਰਾਜ ਜੀ ਦਾ ਦਰਸ਼ਨ ਨਹੀਂ ਹੁੰਦਾ। ਚਿਤ ਮਹਿ ਲੱਗੀ ਚਟਪਟੀ ਐਸੇ। ਤੇ ਚਿੱਤ ਦੇ ਅੰਦਰ ਇਹੋ ਜੀ ਖਿੱਚ ਲੱਗ ਗਈ ਮਹਾਰਾਜ ਨੂੰ ਵੇਖਣ ਦੀ। ਇਨ ਸੋ ਮਿਲਬੋ ਲਹਿ ਹਮ ਕੈਸੇ। ਤੇ ਸੋਚਦੀਆਂ ਜਹਾਂਗੀਰ ਦੀਆਂ ਬੇਗਮਾਂ ਕਿ ਅਸੀਂ ਇਹਨਾਂ ਦਾ ਦਰਸ਼ਨ ਕਿਵੇਂ ਕਰਨਾ ਕਰੀਏ। ਨਿਕਟ ਹੋਏ ਜਬ ਦੇਖਣ ਕਰੈ। ਜਦੋਂ ਨੇੜੇ ਹੋ ਕਰਕੇ ਇਹਨਾਂ ਦਾ ਦਰਸ਼ਨ ਵੇਖਾਂਗੇ, ਆਤ ਪ੍ਰਮੋਦ ਕੋ ਹਿਰਦੇ ਧਰੈ। ਬਹੁਤ ਹਿਰਦੇ ਵਿੱਚ ਪ੍ਰਸੰਨਤਾ ਹੋਵੇਗੀ। ਚਿਤਵਤ ਯਤਨ ਅਨੇਕ ਪ੍ਰਕਾਰਾ। ਅਨੇਕਾਂ ਪ੍ਰਕਾਰ ਦੇ ਯਤਨ ਫਿਰ ਸੋਚਣ ਲੱਗੀਆਂ ਕਿ ਕਿਵੇਂ ਮਹਾਰਾਜ ਜੀ ਦਾ ਦਰਸ਼ਨ ਹੋਵੇ, ਕਿਉਂਕਿ ਇਸਲਾਮ ਵਿੱਚ ਬੇਗਮ ਨੂੰ ਬਾਹਰ ਨਹੀਂ ਆਉਣ ਦਿੰਦੇ। ਉਹ ਔਰਤ ਨੂੰ ਕਦਾ ਵੀ ਪਰਾਇਆ ਮਰਦ ਜਿਹੜਾ ਉਹਦੇ ਮੱਥੇ ਨਹੀਂ ਲੱਗਣ ਦਿੰਦੇ। ਇਹ ਇੰਨੀਆਂ ਜ਼ਿਆਦੀਆਂ ਹਦਾਇਤਾਂ ਸਖਤ ਨੇ। ਜੇ ਕਿਤੇ ਤੁਸੀਂ ਮੁਸਲਮਾਨਾਂ ਦੇ ਘਰ ਵਿੱਚ ਵੀ ਜਾਓ ਨਾ, ਤੇ ਉਹਨਾਂ ਦੇ ਘਰ ਦਾ ਵੀ ਇਸ ਤਰ੍ਹਾਂ ਦੀ ਬਣਤਰ ਹੁੰਦੀ ਹੈ ਕਿ ਜੇ ਕੋਈ ਪਰਾਇਆ ਆਉਂਦਾ ਉਸ ਨੂੰ ਉੱਥੋਂ ਹੀ ਮਿਲ ਕੇ ਉਹ ਬਾਰ-ਬਾਰ ਤੋਰ ਦਿੰਦੇ ਆ। ਕਦੇ ਬੇਗਮ ਜਿਹੜੀ ਆ ਉਹ ਬੁਰਕੇ ਤੋਂ ਬਿਨਾਂ ਬਾਹਰ ਨਹੀਂ ਆਉਂਦੀ ਹੈ। ਸੋਚਣ ਲੱਗੀਆਂ ਕਿ ਅਸੀਂ ਮਹਾਰਾਜ ਦੇ ਦਰਸ਼ਨ ਕਿਵੇਂ ਕਰ ਸਕਦੀਆਂ ਹਾਂ। ਗਨ ਦਾਸੀ ਮਹਿ ਬਾਕ ਉਚਾਰਾ। ਬਹੁਤ ਦਾਸੀਆਂ ਵਿੱਚ ਇਉਂ ਦੱਸੀਆਂ ਫਿਰ ਕਿ ਸਾਡਾ ਤਾਂ ਚਿੱਤ ਕਰਦਾ। ਆਪਣੀਆਂ ਦਾਸੀਆਂ ਨੂੰ ਕਿਹਾ ਕਿ ਮਹਾਰਾਜ ਜੀ ਦੇ ਦਰਸ਼ਨ ਵੇਖਣ ਨੂੰ ਸਾਡਾ ਮਨ ਕਰਦਾ ਏ। ਹਜ਼ਰਤ ਨਿਕਟ ਕੌਣ ਇਹ ਆਇਓ। ਉਹਨਾਂ ਨੂੰ, ਇਹਨਾਂ ਬੇਗਮਾਂ ਨੂੰ ਜਿਹੜਾ ਸੀ ਨਾ, ਉਹ ਆਪਣੀਆਂ ਦਾਸੀਆਂ ਨੂੰ ਪੁੱਛਦੀਆਂ, ਪਤਾ ਤਾਂ ਹੈਗਾ, ਪਰ ਦਾਸੀਆਂ ਨੂੰ ਪੁੱਛਦੀਆਂ ਬਾਦਸ਼ਾਹ ਦੇ ਕੋਲ ਕੌਣ ਸਨ ਜੋ ਆਏ ਹੋਏ ਸਨ। ਮਿਲ ਬੋਲਤ ਚਿਰਕਾਲ ਬਿਤਾਇਓ। ਚਿਰਕਾਲ ਸਮਾਂ ਬਤੀਤ ਕੀਤਾ ਬਾਦਸ਼ਾਹ ਨੇ ਜਿਨ੍ਹਾਂ ਨਾਲ ਗੱਲਬਾਤ ਕਰਦਿਆਂ ਹੋਇਆ। ਦਾਸੀ ਏਕ ਬਿਰਧਾ ਸਭ ਜਾਣੇ। ਇੱਕ ਬਿਰਧ ਸੀਗੀ ਦਾਸੀ, ਉਹ ਸਾਰਾ ਕੁਝ ਜਾਣਦੀ ਸੀਗੀ। ਸਭ ਬੇਗਮ ਸੋ ਭੇਵ ਬਖਾਨੇ। ਸਾਰੀਆਂ ਬੇਗਮਾਂ ਦੇ ਤਾਈਂ ਉਹ ਭੇਦ ਦੱਸਣ ਲੱਗੀ। ਸ਼੍ਰੀ ਹਰਗੋਬਿੰਦ ਇਹ ਗੁਰ ਪੀਰ। ਕਹਿਣ ਲੱਗੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਹਨ। ਭਏ ਸਹਾਇਕ ਸ਼ਾਹੋ ਸਰੀਰ। ਬਾਦਸ਼ਾਹ ਦੇ ਸਰੀਰ ਤੇ ਵੱਡਾ ਕਸ਼ਟ ਆਇਆ ਸੀ
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਰੱਖਿਆ ਕੀਤੀ ਹੈ। ਦੁਰਗ ਗਵਾਲੀਅਰ ਬੈਠੇ ਜਾਏ, ਗਵਾਲੀਅਰ ਦੇ ਕਿਲੇ ਵਿੱਚ ਚੰਦੂ ਨੇ ਜਿਨ੍ਹਾਂ ਨੂੰ ਕੈਦ ਕਰ ਲਿਆ ਸੀਗਾ, ਕਰੇ ਜਾਪ ਲੀਏ ਸ਼ਾਹੋ ਬਚਾਏ। ਬਾਦਸ਼ਾਹ ਦੀ ਰੱਖਿਆ ਜਿਨ੍ਹਾਂ ਨੇ ਕਰਨਾ ਕੀਤੀ ਉੱਥੇ ਜਾ ਕਰਕੇ। ਕੇਤਕ ਮਾਸ ਬਿਤੇ ਚੱਲ ਆਏ, ਕਿੰਨੇ ਕੁ ਮਹੀਨੇ ਬਤੀਤ ਹੋ ਗਏ ਆ ਤੇ ਹੁਣ ਆਪਣੇ ਦੇਸ਼ ਨੂੰ ਮਹਾਰਾਜ ਜੀ ਚੱਲ ਕੇ ਜਾ ਰਹੇ ਆ। ਹਜ਼ਰਤ ਮਾਨੇ ਸੀਸ ਨਿਵਾਏ, ਤੇ ਜਹਾਂਗੀਰ ਬਾਦਸ਼ਾਹ ਬਹੁਤ ਮੰਨਦਾ ਹੈ ਗੁਰੂ ਸਾਹਿਬ ਨੂੰ, ਬੜੇ ਅਦਬ ਨਾਲ ਸੀਸ ਝੁਕਾਉਂਦਾ ਏ। ਅਨਕ ਉਪਾਇਨ ਅਰਪਨ ਕਰੈ, ਬਹੁਤ ਭੇਟਾਵਾਂ ਸ਼ਰਧਾ ਨਾਲ ਅਰਪਣ ਕਰਦਾ ਏ। ਸਹਿਤ ਪ੍ਰੀਤ ਕੇ ਸ਼ਰਧਾ ਧਰੈ, ਤੇ ਸਹਿਤ ਪ੍ਰੇਮ ਦੇ ਮਹਾਰਾਜ ਦੇ ਉੱਪਰ ਸ਼ਰਧਾ ਕਰਦਾ ਏ। ਸੁਨ ਬੇਗਮ ਤਬ ਰਚਿਓ ਉਪਾਏ, ਤਦੋਂ ਸੁਣ ਕਰਕੇ ਬੇਗਮਾਂ ਨੇ ਫਿਰ ਉਪਾਅ ਰਚਨਾ ਕੀਤਾ, ਯਤਨ ਕਰਨਾ ਕੀਤਾ। ਕਹੈ ਸ਼ਾਹੋਂ ਸੋ ਪੀਰ ਦਿਖਾਏ, ਬਾਦਸ਼ਾਹ ਜਹਾਂਗੀਰ ਨੂੰ ਕਹਿੰਦੀਆਂ ਕਿ ਅਸੀਂ ਕਹਾਂਗੇ ਕਿ ਸਾਨੂੰ ਪੀਰ ਜੀ ਦਾ ਦਰਸ਼ਨ ਕਰਵਾਓ। ਹਮ ਭੀ ਬੰਦਹੇਂਗੀ ਤਿਨ ਚਰਨ, ਅਸੀਂ ਵੀ ਉਹਨਾਂ ਦੇ ਚਰਨਾਂ ਤੇ ਬੰਦਨਾ ਕਰਨਾ ਚਾਹੁੰਦੀਆਂ ਹਾਂ। ਜਿਨ ਦਰਸ਼ਨ ਤੇ ਦੁਖ ਗਨ ਹਰਨ, ਜਿਨ੍ਹਾਂ ਦੇ ਦਰਸ਼ਨਾਂ ਦੇ ਨਾਲ ਹੀ ਸਾਰੇ ਦੁੱਖ ਨਾਸ਼ ਹੋ ਜਾਂਦੇ ਆ। ਗਇਓ ਸ਼ਾਹੋ ਆਪਣੇ ਰਣਵਾਸ, ਜਦੋਂ ਜਹਾਂਗੀਰ ਆਇਆ ਨਾ ਆਪਣੇ ਰਣਵਾਸ ਦੇ ਅੰਦਰ ਜਿੱਥੇ ਰਾਣੀਆਂ ਦੇ ਤੰਬੂ ਲੱਗੇ ਹੋਏ ਆ, ਖਾਨ ਪਾਨ ਕੇ ਕਰਨ ਬਿਲਾਸ, ਤੇ ਲੰਗਰ ਪ੍ਰਸ਼ਾਦ ਛਕਣ ਦੇ ਨਾਲ ਨਾਲ ਜਦੋਂ ਗੱਲਬਾਤ ਜਿੱਥੇ ਬੈਠਾ ਕਰਦਾ ਏ, ਤਬ ਬੇਗਮ ਨੇ ਬਾਤ ਚਲਾਈ। ਤਦੋਂ ਇੱਕ ਬੇਗਮ ਨੇ ਜਹਾਂਗੀਰ ਦੇ ਕੋਲ ਗੱਲ ਚਲਾਉਣਾ ਕੀਤੀ ਪੀਰ ਭਏ ਤੁਮਰੇ ਜੋ ਸਹਾਈ, ਕਿ ਜਿਹੜੇ ਗੁਰੂ ਪੀਰ ਤੁਹਾਡੇ ਸਹਾਈ ਹੋਏ ਹਨ, ਦਰਸ਼ਨ ਤੇ ਅਗ ਓਗਨ ਹਰਤਾ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਵੱਡੇ ਵੱਡੇ ਪਾਪ ਨਾਸ਼ ਹੁੰਦੇ ਐ। ਜਹਾਂਗੀਰ ਨੂੰ ਕਹਿੰਦੀਆਂ ਤਾਂ ਇਸ ਮਤ ਨਾਲ ਹੈ, ਪਰ ਇਹਨਾਂ ਦਾ ਚਿੱਤ ਵਾਸ਼ਨਾ ਸਹਿਤ ਖਿੱਚਿਆ ਗਿਆ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਦਾ ਕਿਵੇਂ ਚਿੱਤ ਸ਼ਾਂਤ ਕਰਨਗੇ, ਉਹ ਪ੍ਰਸੰਗ ਕਵੀਰਾਜ ਕਹਿ ਰਹੇ ਹੈ। ਸਾਧ ਸੰਗਤ ਜੀ, ਜਿਹੜਾ ਚੰਦਨ ਹੁੰਦਾ ਨਾ, ਸੱਪ ਉਹਦੇ ਕੋਲ ਕਿਉਂ ਜਾਂਦੇ ਐ? ਕਿਉਂਕਿ ਸੱਪਾਂ ਦੀ ਜ਼ਹਿਰ ਵਧੀ ਹੁੰਦੀ ਹੈ ਤੇ ਚੰਦਨ ਦੇ ਕੋਲੋਂ ਉਹਨਾਂ ਨੂੰ ਠੰਡਕ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਜੀਆਂ ਦੇ ਅੰਦਰ ਵਿਕਾਰਾਂ ਦੀ ਜ਼ਹਿਰ ਵੱਧ ਜਾਂਦੀ ਹੈ ਨਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹ ਵਧੀ ਹੋਈ ਜ਼ਹਿਰ ਨੂੰ ਸ਼ਾਂਤ ਕਰ ਦਿੰਦੇ। ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਚੰਦਨ ਵਰਗਾ ਠੰਡਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪ੍ਰਮਾਣ ਦੇ ਕਰਕੇ ਦੱਸਿਆ, ਨਾਮ ਦੀ ਠੰਡਕ ਦੀ ਬਰਾਬਰ ਤਾਂ ਭਾਵੇਂ ਚੰਦਨ ਵੀ ਨਹੀਂ ਕਰ ਸਕਦਾ, ਪਰ ਇਹ ਪ੍ਰਮਾਣ ਇੱਕ ਅੰਗੀ ਹੁੰਦੇ ਆ। ਜਿਹੜਾ ਕੋਈ ਮਨ ਦੇ ਅੰਦਰ ਭਾਵੇਂ ਵਾਸ਼ਨਾ ਹੀ ਲੈ ਕਰਕੇ ਆ ਜਾਂਦਾ ਗੁਰੂ ਜੀ ਦੇ ਘਰ ਦੇ ਅੰਦਰ, ਸੱਚੇ ਪਾਤਸ਼ਾਹ ਮਹਾਰਾਜ ਉਹਦੇ ਵੀ ਚਿੱਤ ਨੂੰ ਸ਼ਾਂਤ ਕਰ ਦਿੰਦੇ ਆ। ਗਰੀਬ ਨਵਾਜ ਇਹਨਾਂ ਦੇ ਮਨ ਦੀ ਭਾਵਨਾ ਹੈ, ਕਹਿੰਦੀਆਂ ਜਿਨ੍ਹਾਂ ਦੇ ਦਰਸ਼ਨ ਕਰਕੇ ਵੱਡੇ ਵੱਡੇ ਪਾਪ ਨਾਸ਼ ਹੋ ਜਾਂਦੇ ਆ। ਸੰਕਟ ਮੈਂ ਸਹਾਇ ਕੋ ਕਰਤਾ, ਜਿਹੜੇ ਸੰਕਟ ਦੁੱਖ ਦੇ ਸਮੇਂ ਵਿੱਚ ਬੜੀ ਸਹਾਇਤਾ ਕਰਦੇ ਆ। ਹੈ ਕਿ ਨਹੀਂ ਇਨਕੇ ਸੰਗਦਾਰਾ, ਤੇ ਇਹਨਾਂ ਦੇ ਨਾਲ ਇਹਨਾਂ ਦੀ ਇਸਤਰੀ ਵੀ ਹੈ ਜਾਂ ਨਹੀਂ? ਸੋਚਦੀਆਂ ਕਿ ਮਹਾਰਾਜ ਗ੍ਰਸਤੀ ਹਨ ਜਾਂ ਨਹੀਂ? ਸੋਚਦੀਆਂ ਹਨ ਕਿ ਇਹਨਾਂ ਦੇ ਨਾਲ ਇਸਤਰੀ ਕੋਲ ਹੈ ਜਾਂ ਨਹੀਂ? ਇਉਂ ਪੁੱਛਦੀਆਂ ਹਨ ਜਹਾਂਗੀਰ ਨੂੰ। ਸੁਨ ਹਜ਼ਰਤ ਨੇ ਬਾਕ ਉਚਾਰਾ, ਸੁਣ ਕਰਕੇ ਜਹਾਂਗੀਰ ਕਹਿਣ ਲੱਗਾ, ਪੂਰਬ ਹੀ ਸੰਸੈ ਮੁਝ ਐਸੇ, ਕਹਿਣ ਲੱਗਾ ਮੈਨੂੰ ਤਾਂ ਪਹਿਲਾਂ ਵੀ ਮਨ ਦੇ ਅੰਦਰ ਇਹ ਸ਼ੰਸ਼ਾ ਆਇਆ ਸੀਗਾ ਤਰਨ ਅਵਸਥਾ ਇਨ ਕੀ ਜੈਸੇ, ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਉਮਰ ਚੜ੍ਹਦੀ ਜਵਾਨੀ ਹੈ, ਬਿਨ ਇਸਤਰੀ ਕਿਮ ਨਿਸਾ ਬਿਤਾਵੈ, ਤੇ ਬਿਨਾਂ ਇਸਤਰੀ ਤੋਂ ਇਹ ਕਿਵੇਂ ਆਪਣਾ ਸਮਾਂ ਬਤੀਤ ਕਰਦੇ ਆ? ਕਿਉਂਕਿ ਇਹ ਇਹੋ ਜਿਹਾ ਸਾਧ ਸੰਗਤ ਜੀ ਸਰੀਰ ਦੇ ਅੰਦਰ ਵਾਸ਼ਨਾ ਦੀ ਸ਼ਕਤੀ ਪਰਮੇਸ਼ਰ ਨੇ ਬਣਾਈ ਹੈ, ਬਿਨਾਂ ਸ਼ਬਦ ਦੀ ਕਮਾਈ ਤੋਂ ਇਸ ਨੂੰ ਵਸੀਕਾਰ ਨਹੀਂ ਕੀਤਾ ਜਾ ਸਕਦਾ। ਜਿਹੜੇ ਇਸ ਦਾ ਗਿਆਨ ਹੋਰਨਾਂ ਤਰੀਕਿਆਂ ਨਾਲ ਹਾਸਲ ਕਰ ਲੈਂਦੇ ਆ ਨਾ, ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਕਾਮ ਉਹਨਾਂ ਨੂੰ ਸਿਰ ਹੀ ਨਹੀਂ ਚੱਕਣ ਦਿੰਦਾ, ਇੰਨਾ ਮੱਤ ਮਾਰ ਕੇ ਰੱਖਦਾ ਹੈ। ਤੇ ਜਿਨ੍ਹਾਂ ਨੂੰ ਧਰਮ ਦੇ ਗਿਆਨ ਦੇ ਨਾਲ ਧਰਮ ਦੇ ਕੁੰਡੇ ਥੱਲੇ ਇਸ ਦੀ ਸੋਝੀ ਪੈਂਦੀ ਆ ਨਾ, ਉਹ ਫਿਰ ਸ਼ਬਦ ਦੀ ਕਮਾਈ ਨਾਲ ਇਸ ਨੂੰ ਵਸੀਕਾਰ ਕਰ ਲੈਂਦੇ ਆ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਦਾਤ ਦਿੱਤੀ। ਵੇਖ ਲਓ ਦਸਮ ਦਵਾਰ ਦੇ ਵਿੱਚ ਸਮਾਧੀਆਂ ਲਾਉਣ ਵਾਲੇ ਵੀ ਮਛਿੰਦਰ ਨਾਥ, ਇੱਕ ਪਾਸੇ ਸਮਾਧੀ ਲੱਗੀ ਹੋਈ ਸੀ ਸਰੀਰ ਦੇ ਅੰਦਰ, ਦੂਸਰੇ ਪਾਸੇ ਆਪਣੀ ਰੂਹ ਨੂੰ ਕੱਢ ਕੇ ਅਮਰੂ ਰਾਜੇ ਦੀ ਦੇਹ ਵਿੱਚ ਜਾ ਵੜਿਆ ਸੀ। ਸਿੰਗਲਾ ਦੀਪ ਦਾ ਰਾਜਾ ਅਮਰੂ
ਉਹ ਜਦੋਂ ਦੇਹਾਂਤ ਹੋਇਆ ਤੇ ਉਹ ਆਪ ਤਾਂ ਮਰ ਗਿਆ, ਪਰ ਉਹ ਅਰਥੀ ਤੋਂ ਕਿਉਂ ਉੱਠ ਪਿਆ? ਕਿਉਂਕਿ ਮਛਿੰਦਰਨਾਥ ਉਹਦੇ ਵਿੱਚ ਜਾ ਵੜਿਆ। ਦੇਹ ਤਾਂ ਬਾਹਰੋਂ ਅਮਰੂ ਰਾਜੇ ਦੀ ਹੈ, ਪਰ ਅੰਦਰ ਮਛਿੰਦਰਨਾਥ ਵੜ ਗਿਆ ਪਦਮਨੀ ਜਾਤੀ ਦੀਆਂ ਇਸਤਰੀਆਂ ਦੇ ਭੋਗਾਂ ਨੂੰ ਭੋਗਣ ਵਾਸਤੇ, ਇਹ ਵਾਸ਼ਨਾ ਲੈ ਕਰਕੇ। ਤੇ ਜਦੋਂ ਫਸ ਗਿਆ ਭੋਗਾਂ ਦੇ ਅੰਦਰ, ਫਿਰ ਗੋਰਖਨਾਥ ਨੇ ਇਹਨ ਹੁਕਮ ਜਾਰੀ ਕਰਤਾ ਸੀ ਕਿ ਕੋਈ ਕੰਨ ਪਾਟਾ ਜੋਗੀ ਮੇਰੇ ਰਾਜ 'ਚ ਨਾ ਵੜੇ। ਤੇ ਗੋਰਖਨਾਥ ਜਿਹੜਾ ਸੀ ਨਾ, ਗਾਉਣ ਵਜਾਉਣ ਵਾਲਿਆਂ ਦੇ ਨਾਲ ਭੇਖ ਬਦਲ ਕੇ ਗਿਆ। ਫਿਰ ਉਹਨੇ ਜਦੋਂ ਉੱਥੇ ਤਾਲ ਪੂਰਿਆ, ਕਹਿੰਦਾ ਹੈ ਕਿ ਜਾਗ ਮਛਿੰਦਰਾ ਗੋਰਖ ਆਏ। ਉਸੇ ਸਮੇਂ ਅਮਰੂ ਰਾਜੇ ਦੀ ਦੇਹ ਜਿਹੜੀ ਨਾ ਤਖਤ ਤੇ ਪਏ ਦੀ ਲੁੜਕ ਗਈ ਸੀ, ਮਛਿੰਦਰਨਾਥ ਵਿੱਚੋਂ ਨਿਕਲ ਗਿਆ। ਜਦੋਂ ਇਹਨੂੰ ਲੈ ਕੇ ਆਇਆ ਨਾ ਗੋਰਖ, ਗੁਰੂ ਨਾਨਕ ਸਾਹਿਬ ਦੇ ਚਰਨੀ ਪਾਇਆ, ਕਹਿੰਦਾ ਮਹਾਰਾਜ ਹੈ ਤਾਂ ਮੇਰਾ ਗੁਰੂ, ਪਰ ਇਹ ਵਿਸ਼ਿਆਂ 'ਚ ਡੋਲ ਗਿਆ ਹੈ। ਹਜੂਰ ਨੇ ਫਿਰ ਆਖਿਆ ਸੀ, ਸੁਣ ਮਾਛਿੰਦਰਾ ਨਾਨਕ ਬੋਲੇ, ਪੰਚਗਤ ਜਿਹੜੇ ਪੰਜ ਵਕਾਰ ਹੈ, ਪੰਜਗਤ ਵਸਤ ਕਰੇ ਨਹੀਂ ਡੋਲੇ। ਮਹਾਰਾਜ ਕਹਿੰਦੇ ਭਾਈ ਇਹ ਪੰਜ ਵਕਾਰ ਜੇ ਵਸ ਕਰੇ ਤੇ ਫਿਰ ਨਹੀਂ ਮਨ ਡੋਲਦਾ, ਤੇ ਜੇ ਕਰਕੇ ਪੰਜਾਂ ਨੂੰ ਵਸੀਕਾਰ ਨਹੀਂ ਕੀਤਾ, ਸ਼ਬਦ ਵਿੱਚ ਸੁਰਤ ਨਹੀਂ ਜੋੜੀ, ਤਾਂ ਮਹਾਰਾਜ ਕਹਿੰਦੇ ਭਾਈ ਵੱਡੇ ਵੱਡੇ ਡੋਲ ਜਾਂਦੇ ਐ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਨੂੰ ਵੇਖ ਕਰਕੇ ਬੇਗਮਾਂ ਮੋਹਤ ਹੋ ਗਈਆਂ। ਜਹਾਂਗੀਰ ਵੀ ਆਪਣੇ ਮਨ ਵਿੱਚ ਸੋਚਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇੰਨਾ ਸੁਹੱਪਣ ਹੈ, ਇੰਨੀ ਚੜ੍ਹਦੀ ਜਵਾਨੀ ਹੈ, ਮਹਾਰਾਜ ਸੱਚੇ ਪਾਤਸ਼ਾਹ ਇਸਤਰੀ ਤੋਂ ਬਿਨਾਂ ਕਿਵੇਂ ਰਹਿ ਸਕਦੇ ਆ? ਜਿਨਹੁ ਦੇਖ ਤ੍ਰੀ ਧੀਰ ਨ ਪਾਵੈ, ਜਿਨ੍ਹਾਂ ਦਾ ਦਰਸ਼ਨ ਵੇਖ ਕਰਕੇ ਹੀ ਕੋਈ ਜੇ ਭਾਵਨਾ ਇਹੋ ਜੀ ਰੱਖ ਕੇ ਵੇਖ ਲੇ ਤਾਂ ਧੀਰਜ ਨਹੀਂ ਅੰਦਰ ਰਹਿੰਦੀ, ਕਿਉਂਕਿ ਮਹਾਰਾਜ ਸੁੰਦਰ ਐਸੇ ਹਨ। ਰੂਪ ਅਨੂਪਮ ਮ੍ਰਿਦਲ ਸੁਭਾਏ, ਮਹਾਰਾਜ ਜੀ ਦਾ ਇੰਨਾ ਰੂਪ ਅਨੂਪਮ, ਉਪਮਾ ਤੋਂ ਰਹਿਤ ਹੈ, ਤੇ ਸੁਭਾਅ ਵੀ ਸਤਿਗੁਰਾਂ ਜੀ ਦਾ ਇੰਨਾ ਕੋਮਲ ਹੈ। ਬੋਲਤ ਬਦਨ ਕਮਲ ਬਿਕਸਾਏ, ਮਹਾਰਾਜ ਜੀ ਜਦੋਂ ਬੋਲਦੇ ਐ ਇਉਂ ਲੱਗਦਾ ਜਿਵੇਂ ਕਮਲ ਦਾ ਫੁੱਲ ਹੀ ਖਿੜਦਾ ਹੈ। ਕਰਹੁ ਪੀਰ ਕੋ ਪਰਖਨ ਅਬੈ, ਤੇ ਜਹਾਂਗੀਰ ਦਾ ਮਨ ਵੀ ਬਣ ਗਿਆ, ਆਪਣੀਆਂ ਬੇਗਮਾਂ ਨੂੰ ਕਹਿੰਦਾ ਫਿਰ ਤੁਸੀਂ ਪੀਰ ਨੂੰ ਪਰਖੀ ਲਓ। ਜਿਵੇਂ ਰਾਜੇ ਸ਼ਿਵਨਾਭ ਨੇ ਉਹ ਪਦਮਨੀ ਜਾਤੀ ਦੀਆਂ ਇਸਤਰੀਆਂ ਨੂੰ ਭੇਜਿਆ ਸੀ ਗੁਰੂ ਨਾਨਕ ਸਾਹਿਬ ਨੂੰ ਪਰਖਣ ਵਾਸਤੇ, ਤੇ ਕਵਿਰਾਜ ਨੇ ਉੱਥੇ ਲਿਖਿਆ ਕਿ ਕਹਿੰਦੇ ਜਦੋਂ ਉਹ ਚੱਲਦੀਆਂ ਨੇ ਗਹਿਣੇ ਹਿਲਦੇ ਆਉਂ ਲੱਗਦਾ ਜਿਵੇਂ ਕਾਮਦੇਵ ਦੀ ਬੀਣਾ ਵੱਜ ਰਹੀ ਹੋਵੇ। ਜਦੋਂ ਬੋਲਦੀਆਂ ਨੇ ਇਉਂ ਲੱਗਦਾ ਜਿਵੇਂ ਕਾਮਦੇਵ ਦਾ ਨਗਾਰਾ ਵੱਜ ਰਿਹਾ ਹੋਵੇ। ਕਹਿੰਦੇ ਨੇ ਰਾਜੇ ਸ਼ਿਵਨਾਭ ਦਾ ਬਹਾਨਾ ਪਾ ਕਰਕੇ ਜਾਣੋ ਕਿ ਕਾਮਦੇਵ ਨੇ ਗੁਰੂ ਨਾਨਕ ਸਾਹਿਬ ਦੀ ਪਰਖ ਕਰਨ ਦਾ ਹੌਸਲਾ ਕਰ ਲਿਆ ਹੋਵੇ। ਤੇ ਜਦੋਂ ਸਤਿਗੁਰਾਂ ਦੇ ਸਾਹਮਣੇ ਆ ਕਰਕੇ ਉਹਨਾਂ ਨੇ ਹਾਵ ਭਾਵ ਦਿਖਾਏ, ਹਜੂਰ ਨੇ ਬਸੰਤ ਰਾਗ ਵਿੱਚ ਸ਼ਬਦ ਉਠਾਇਆ ਸੀ, ਤੇ ਭਾਈ ਮਰਦਾਨਾ ਜੀ ਨੇ ਇਹੋ ਜੀ ਰਬਾਬ ਛੇੜੀ ਜਿਹਦੇ ਵਿੱਚ ਸਤਿਗੁਰਾਂ ਵਾਕ ਕਹੇ ਸੀ, ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸੱਚ ਦੌਤ ਸਵਾਰ। ਸਤਿਗੁਰੂ ਜੀ ਦੇ ਸ਼ਬਦ ਮੁਖ ਤੋਂ ਸੁਣ ਕਰਕੇ ਵਕਾਰਾਂ ਦੀ ਇੱਛਾ ਹੀ ਨਾਸ਼ ਹੋ ਗਈ ਸੀ। ਤਪਦੇ ਮਨ ਮਹਾਰਾਜ ਜੀ ਨੇ ਠਾਰ ਦਿੱਤੇ ਸੀਗੇ। ਜਹਾਂਗੀਰ ਦੇ ਮਨ ਵਿੱਚ ਵੀ ਫੁਰਨਾ ਬਣ ਗਿਆ ਕਿ ਸਤਿਗੁਰਾਂ ਦੀ ਪਰਖ ਕਰਨੀ ਚਾਹੀਦੀ ਹੈ। ਕਾਮ ਬਸੀ ਹੋਏ ਕਹਿ ਨਹਿ ਕਬੈ, ਮਹਾਰਾਜ ਕਦੇ ਕਾਮ ਦੇ ਵਸੀਕਾਰ ਹੁੰਦੇ ਐ ਜਾਂ ਨਹੀਂ ਹੁੰਦੇ ਹਨ। ਆਪਣੇ ਤਨ ਕੋ ਸਭ ਸ਼ਿੰਗਾਰੋ, ਤੇ ਜਹਾਂਗੀਰ ਕਹਿੰਦਾ ਹੈ ਬੇਗਮਾਂ ਨੂੰ, ਕਿਉਂਕਿ ਉਹ ਵੀ ਬੜੇ ਬੜੇ ਵੱਡਿਆਂ ਘਰਾਣਿਆਂ ਤੋਂ ਸੁੰਦਰ ਰਾਜਕੁਮਾਰੀਆਂ ਜਿਹੜੀਆਂ ਵਿਆਹੀਆਂ ਹੋਈਆਂ ਸਨ, ਕਹਿੰਦਾ ਆਪਣੇ ਤਨ ਨੂੰ ਚੰਗੀ ਤਰ੍ਹਾਂ ਸ਼ਿੰਗਾਰਨਾ ਕਰੋ। ਜਾਹੋ ਸਮੀਪੀ ਦਰਸ ਨਿਹਾਰੋ, ਤੇ ਜਾਓ ਕੋਲ ਫਿਰ ਉਹਨਾਂ ਦਾ ਦਰਸ਼ਨ ਕਰਨਾ ਕਰੋ। ਕਰਹੁ ਬਿਲੋਕਨ ਲੋਚਨ ਗਾਤ ਕੋ, ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੀ ਗਤ ਹਾਲਤ ਜਿਹੜੀ ਹੈ ਨਾ ਉਹ ਵੇਖਣਾ ਕਰਿਓ, ਕਿਉਂਕਿ ਮਨੁੱਖ ਦੇ ਨੇਤਰਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜੀ ਨਿਗਾਹ ਨਾਲ ਵੇਖ ਰਿਹਾ ਹੈ। ਦ੍ਰਿਸ਼ਟੀ ਤੋਂ ਪਤਾ ਲੱਗ ਜਾਂਦਾ ਹੈ ਕਿ ਇਹਦੀ ਦ੍ਰਿਸ਼ਟੀ ਕਿਹੇ ਜੀ ਪੈ ਰਹੀ ਹੈ। ਰੂਪ ਦਾ ਸ਼ਿਕਾਰੀ ਹੋ ਕੇ ਵੇਖ ਰਿਹਾ ਹੈ ਕਿ ਜਾਂ ਕਰਕੇ ਸਦਭਾਵਨਾ ਨਾਲ ਵੇਖ ਰਿਹਾ ਹੈ ਜਾਂ ਪ੍ਰੇਮ ਨਾਲ ਵੇਖ ਰਿਹਾ, ਕਿਹੋ ਜੀ ਨਿਗਾਹ ਦੀ ਦ੍ਰਿਸ਼ਟੀ ਹੈ ਇਹ ਪਤਾ ਲੱਗ ਜਾਂਦਾ ਹੈ। ਜਹਾਂਗੀਰ ਕਹਿੰਦਾ ਜਦੋਂ ਤੁਹਾਡਾ ਰੂਪ ਵੇਖਣਗੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਨੇਤਰਾਂ ਦੀ ਜਿਹੜੀ ਦ੍ਰਿਸ਼ਟੀ ਹੈ ਨਾ
ਉਹ ਗਤ ਚਾਲ ਵੇਖਣਾ ਕਰਿਓ ਕਿ ਮਹਾਰਾਜ ਦੇ ਦ੍ਰਿਸ਼ਟੀ ਕਿਹੋ ਜੀ ਹੁੰਦੀ ਹੈ। ਹੋਏ ਕੈ ਨਹਿ ਵਿਕਾਰ ਤਬ ਚਿਤ ਕੋ, ਤੇ ਚਿੱਤ ਦੇ ਅੰਦਰ ਵਕਾਰ ਮਹਾਰਾਜ ਦੇ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ। ਹਮ ਤੇ ਤ੍ਰੇ ਬਿਨ ਰਹਿਓ ਨ ਜਾਈ, ਕਿਉਂਕਿ ਬਾਦਸ਼ਾਹ ਰਸਾਂ ਦੇ ਅਧੀਨ ਹੁੰਦੇ ਐ। ਕਹਿੰਦਾ ਸਾਥੋਂ ਤਾਂ ਵਾਸ਼ਨਾ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਤਿਨ ਕੈ ਤਨ ਉਪਰ ਤਰੁਨਾਈ, ਉਹਨਾਂ ਦੇ ਤਨ ਸਰੀਰ ਦੇ ਉੱਤੇ ਏਡੀ ਚੜ੍ਹਦੀ ਜਵਾਨੀ ਹੈ। ਸੁਨ ਬੇਗਮ ਮਨ ਭਾਵਤ ਹੋਈ, ਤੇ ਸੁਣ ਕਰਕੇ ਬੇਗਮਾਂ ਖੁਸ਼ ਹੋ ਗਈਆਂ ਕਿਉਂਕਿ ਉਹਨਾਂ ਦੇ ਮਨ ਭਾਉਂਦੀ ਗੱਲ ਹੋ ਗਈ। ਹਰਖ ਵਿਸਾਲ ਬਿਖੈ ਸਭ ਕੋਈ, ਸਾਰੇ ਬੜੇ ਤੇ ਸਮੇਂ ਉਹ ਪ੍ਰਸੰਨ ਹੋਈਆਂ। ਭਈ ਭੋਰ ਜਹ ਹੋਵੇ ਡੇਰਾ, ਤੇ ਜਿੱਥੇ ਜਹਾਂਗੀਰ ਕਹਿੰਦਾ ਕੱਲ ਸਵੇਰ ਨੂੰ ਹੋਵੇਗਾ ਡੇਰਾ, ਕੱਲ ਦੇ ਸਮੇਂ ਹਮ ਕਰਹਿ ਦਰਸ਼ਨ ਗੁਰ ਕੇਰਾ, ਉਸ ਸਮੇਂ ਤੁਸੀਂ ਜਾਇਓ। ਤੇ ਕਹਿੰਦੀਆਂ ਅਸੀਂ ਉਸ ਸਮੇਂ ਜਾਵਾਂਗੀਆਂ ਤੇ ਹਜੂਰ ਦਾ ਦਰਸ਼ਨ ਕਰਾਂਗੀਆਂ। ਮਸਲਤ ਕਰ ਇਮ ਨਿਸਾ ਬਿਤਾਈ, ਸਲਾਹ ਕਰਕੇ ਮੈਂ ਰਾਤ ਬਤੀਤ ਕੀਤੀ। ਚਿਤ ਬੇਗਮ ਕੇ ਅਤ ਖਟਕਾਈ, ਤੇ ਬਹੁਤ ਚਿੱਤ ਜਿਹੜੇ ਆ ਉਹ ਮਨ ਦੇ ਅੰਦਰ ਇਹੀ ਲਗਨ ਲੱਗੀ ਹੋਈ ਹੈ ਕਿ ਕਦੋਂ ਮਹਾਰਾਜ ਦਾ ਦਰਸ਼ਨ ਕਰਾਂਗੀਆਂ, ਸਮਾਂ ਕਦੋਂ ਆਵੇਗਾ। ਭਈ ਪ੍ਰਭਾਤ ਕੂਚ ਕਰ ਡੇਰਾ, ਜਦੋਂ ਸਵੇਰ ਹੋਈ ਤੇ ਡੇਰੇ ਕੂਚ ਕੀਤੇ ਆ। ਜਾਏ ਬਿਪਾਸਾ ਕੋ ਜਲ ਹੇਰਾ, ਇੱਧਰ ਸੱਚੇ ਪਾਤਸ਼ਾਹ ਮਹਾਰਾਜ ਦੁਆਬੇ ਦੀ ਧਰਤੀ ਵਿੱਚ ਪ੍ਰਵੇਸ਼ ਕਰ ਗਏ। ਬਿਆਸ ਦਰਿਆ ਦੇ ਕੰਢੇ ਤੇ ਆ ਕਰਕੇ ਡੇਰਾ ਕੀਤਾ। ਪਾਰ ਉਰਾਰ ਸਿਵਰ ਕੋ ਘਾਲਾ, ਸੱਚੇ ਪਾਤਸ਼ਾਹ ਨੇ ਉਰਲੇ ਪਾਸੇ ਜਿਹੜਾ ਸੀ ਨਾ ਡੇਰਾ ਪਵਾ ਦਿੱਤਾ। ਜਹ ਕਹਿ ਤੰਬੂ ਲੱਗੇ ਬਿਸਾਲਾ, ਜਿੱਥੇ ਕਿਥੇ ਬਹੁਤ ਭਾਰੀ ਤੰਬੂ ਸ਼ਾਮਿਆਨੇ ਲੱਗ ਗਏ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਮਾਂ ਆਪਣੀ ਚਾਲ ਨਾਲ ਚੱਲਦਾ ਜਿਹੜਾ 5 ਮਿੰਟ ਉੱਤੇ ਹੋ ਗਏ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਇਹ ਦਰਸ਼ਨ ਕਰਨ ਵਾਸਤੇ ਆਉਂਦੀਆਂ। ਅੱਛਾ, ਸਿੰਘਾਂ ਦਾ ਹੁਕਮ ਹੋਇਆ ਪ੍ਰਸੰਗ ਪੂਰਾ ਕਰ ਦਈਏ ਤੇ ਆਪ ਪਿਆਰ ਨਾਲ ਇਕਾਗਰ ਚਿੱਤ ਸਰਵਣ ਕਰੋ। ਇਹਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਿੱਖਿਆ ਗਰੀਬ ਨਵਾਜ਼ ਬਖਸ਼ਿਸ਼ ਕਰਨਗੇ। ਕਿਉਂਕਿ ਸਾਧ ਸੰਗਤ ਜੀ ਜਿਹੜਾ ਸਰੀਰ ਹੈ ਨਾ, ਸਰੀਰ ਦੇ ਅੰਦਰ ਸਭ ਚੀਜ਼ਾਂ ਵਿਆਪਦੀਆਂ। ਮਹਾਰਾਜ ਜੀ ਕਹਿੰਦੇ ਨੇ ਕਾਮ ਕ੍ਰੋਧ ਕਾ ਚੋਲੜਾ ਸਭ ਗਾਲੇ ਆਏ ਪਾਏ। ਜਿਹੜਾ ਸਰੀਰ ਕਰਕੇ ਸੰਸਾਰ 'ਚ ਆਇਆ ਹੈ ਨਾ, ਇਹ ਸਰੀਰ ਕਾਮ ਤੇ ਕ੍ਰੋਧ ਦਾ ਚੋਲਾ ਏ। ਇਹਨਾਂ ਨੂੰ ਜਿਨ੍ਹਾਂ ਪੂਰੇ ਗੁਰੂ ਜੀ ਦੀ ਸਿੱਖਿਆ ਨਾਲ ਵਸੀਕਾਰ ਕੀਤਾ, ਅਸੀਂ ਆਪਣੇ ਜੀਵਨ ਅੰਦਰ ਉਹਨਾਂ ਸਤਿਪੁਰਸ਼ਾਂ ਦੇ ਦਰਸ਼ਨ ਕੀਤੇ ਹੈ ਜਿਨ੍ਹਾਂ ਨੇ ਇਸ ਚੀਜ਼ ਨੂੰ ਵਸੀਕਾਰ ਕਰ ਲਿਆ ਸੀ। ਇਹ ਵਸੀਕਾਰ ਕਰਨੀ ਬਹੁਤ ਕਠਿਨ ਹੈ, ਬੜੀ ਦੁਸਤਰਬ ਹੈ। ਸਤਿਗੁਰਾਂ ਨੇ ਇਸੇ ਕਰਕੇ ਗ੍ਰਸਥ ਧਰਮ ਬਖਸ਼ਿਸ਼ ਕੀਤਾ। ਸਿੰਘਣੀ ਨੂੰ ਹੁਕਮ ਕੀਤਾ ਆਪਦੇ ਸਿੰਘ ਦੇ ਪਤੀਵਰਤਾ ਧਰਮ ਵਿੱਚ ਰਹਿ ਕਰਕੇ ਜਤ ਸਤ ਵਿੱਚ ਪ੍ਰਪੱਕ ਰਹਿਣਾ। ਜਿੰਨਾ ਇਸਤਰੀ ਵਿੱਚ ਜਤ ਸਤ ਹੁੰਦਾ ਉਹਦੇ ਪਤੀ ਵਿੱਚ ਓਨੀ ਤਾਕਤ ਹੁੰਦੀ। ਜਿੰਨਾ ਸਿੰਘ ਦੇ ਅੰਦਰ ਜਤ ਦੀ ਸ਼ਕਤੀ ਹੁੰਦੀ ਹੈ ਸਾਧ ਸੰਗਤ ਜੀ, ਓਡਾ ਵੱਡਾ ਉਸ ਦਾ ਪ੍ਰਤਾਪ ਹੁੰਦਾ ਹੈ। ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਦਾਤ ਦਿੱਤੀ ਹੈ। ਸਾਡੇ ਪੁਰਖਿਆਂ ਨੇ ਐਡਾ ਉੱਚਾ ਜੀਵਨ ਕਮਾਇਆ। ਮੈਦਾਨੇ ਜੰਗ ਦੇ ਅੰਦਰ ਦੁਸ਼ਮਣ ਦੀਆਂ ਇਸਤਰੀਆਂ ਦਾ ਵੀ ਵੱਡਾ ਮਾਣ ਕੀਤਾ, ਸਤਿਕਾਰ ਕੀਤਾ। ਦੁਸ਼ਮਣ ਦੀ ਇਸਤਰੀ ਜਾਣ ਕਰਕੇ ਵੀ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਆਖਿਆ ਸੀ ਸੱਚੇ ਪਾਤਸ਼ਾਹ ਅਸੀਂ ਵੀ ਇਹਨਾਂ ਦੀ ਪੱਤ ਗਵਾ ਦਈਏ। ਮਹਾਰਾਜ ਕਹਿੰਦੇ ਖਾਲਸਾ ਜੀ ਅਸੀਂ ਤੁਹਾਨੂੰ ਸੱਚਖੰਡ ਲੈ ਕਰਕੇ ਜਾਣਾ, ਅਧੋਗਤੀ ਨੂੰ ਨਹੀਂ ਪਹੁੰਚਾਉਣਾ। ਇਸ ਕਰਕੇ ਦੁਸ਼ਮਣ ਦੀ ਔਰਤ ਹੋਵੇ ਉਹਨੂੰ ਭੈਣ ਦੇ ਬਰਾਬਰ ਸਮਝਣਾ, ਮਾਤਾ ਦੇ ਬਰਾਬਰ ਸਮਝਣਾ। ਕਦਾਚਿਤ ਆਪਣੇ ਮਨ ਦੇ ਅੰਦਰ ਮੈਲੀ ਇੱਛਾ ਨਾ ਲਿਆਉਣੀ। ਅੰਗਰੇਜ਼ ਰਾਈਟਰਾਂ ਨੂੰ ਵੀ ਲਿਖਣਾ ਪਿਆ ਕਿ ਜੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤਿਆਰ ਪਰ ਤਿਆਰ ਖਾਲਸਾ ਹੋਵੇ, ਮੈਂ ਆਪਣੀ ਪੁੱਤਰੀ ਨੂੰ ਤੇ ਆਪਣੀ ਘਰਵਾਲੀ ਨੂੰ ਆਪਣੇ ਨਾਲੋਂ ਜ਼ਿਆਦਾ ਮਹਿਫੂਜ਼ ਸਮਝਾਂਗਾ ਜੇ ਉਹ ਸਿੰਘ ਦੀ ਜਿਹੜਾ ਉਹ ਦੇਖ ਰੇਖ ਥੱਲੇ ਹੋਵੇ। ਤਾਂ ਐਡਾ ਉੱਚਾ ਜੀਵਨ ਸੀ ਗੁਰੂ ਕੇ ਖਾਲਸੇ ਦਾ। ਇਹ ਸਤਿਗੁਰਾਂ ਦੇ ਦਿੱਤੇ ਹੋਏ ਆਦਰਸ਼ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਵੇਖਣ ਵਾਸਤੇ ਉਹਨਾਂ ਨੇ ਚੇਸ਼ਟਾ ਕੀਤੀ ਹੈ ਤੇ ਬਿਆਸ ਦੇ ਕੰਢੇ ਤੇ ਡੇਰੇ ਪੈ ਗਏ ਐ। ਸਤਿਗੁਰਾਂ ਉਤਾਰਾ ਕਰ ਦਿੱਤਾ ਏ। ਗੱਜ ਬਾਜੀ ਅਰ ਨਰ ਸਮੁਦਾਏ, ਬਹੁਤ ਜ਼ਿਆਦੇ ਹਾਥੀ ਘੋੜੇ ਤੇ ਹਜ਼ਾਰਾਂ ਲੋਕ ਹਨ। ਟੇਕ ਸਭਨ ਬਿਸਰਾਮ ਸੋ ਪਾਏ, ਸਭ ਨੇ ਵੇਖ ਕਰਕੇ ਡੇਰਾ ਆਪੋ ਆਪਣਾ ਕੀਤਾ ਏ। ਦੋਹਰਾ ਪੀਰ ਪ੍ਰੀਖਿਆ ਪਰਖਬੇ, ਜਹਾਂਗੀਰ ਕਹਿ ਦੀਨ। ਜਦੋਂ ਫਿਰ
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਰਖ ਕਰਨ ਵਾਸਤੇ ਜਹਾਂਗੀਰ ਨੇ ਕਹਿ ਦਿੱਤਾ ਏ। ਸਭ ਬੇਗਮ ਮਨ ਭਾਵਤੀ ਜਾਨ ਹਰਖ ਬੜ ਕੀਨ। ਸਾਰੇ ਬੇਗਮਾਂ ਦੇ ਮਨ ਪਾਉਂਦੀ ਹੋ ਗਈ, ਬਹੁਤ ਪ੍ਰਸੰਨ ਹੋਈਆਂ ਨੇ। ਚੌਪਈ ਕੋ ਖੋੜਸ ਬਰਖਨ ਕੋ 20। ਤੇ ਕੋਈ ਤਾਂ 16 ਸਾਲ ਦੀ ਹੈ ਰਾਜਕੁਮਾਰੀ, ਜਿਸ ਦਾ ਕਿਉਂਕਿ ਇਹਨਾਂ ਨੇ ਤਲਵਾਰ ਦੇ ਜ਼ੋਰ ਨਾਲ ਰਾਜਪੂਤ ਰਾਜਿਆਂ ਦੀਆਂ ਰਾਜਕੁਮਾਰੀਆਂ ਵਿਆਹੀਆਂ ਸੀ। ਤੇ ਇਹ ਜਹਾਂਗੀਰ ਵਰਗੇ ਜਿਹੜੇ ਹਨ ਨਾ ਸਾਰੇ, ਇਹ ਰਾਜਪੂਤਣੀਆਂ ਦੇ ਪੇਟਾਂ ਤੋਂ ਪੈਦਾ ਹੋਏ ਆ, ਮੁਸਲਮਾਨੀਆਂ ਦੇ ਬੱਚੇ ਨਹੀਂ ਇਹ ਰਾਜਪੂਤਨੀਆਂ ਦੇ ਬੱਚੇ ਆ ਇਹ ਸਾਰੇ। ਕਿਉਂਕਿ ਇਹ ਰੂਪ ਵੇਖ ਕਰਕੇ ਉਹਨਾਂ ਰਾਜਿਆਂ ਨੂੰ ਮਜਬੂਰ ਕਰਦੇ ਸੀ ਤੇ ਉਹ ਭੀਖ ਵਿੱਚ ਆਪਣਾ ਰਾਜ ਲੈ ਲੈਂਦੇ ਸੀਗੇ ਤੇ ਆਪਣੀਆਂ ਲੜਕੀਆਂ ਦੇ ਡੋਲੇ ਦੇ ਦਿੰਦੇ ਸੀਗੇ। ਤੇ ਇਹ ਜਿਹੜੀਆਂ ਇਸਤਰੀਆਂ ਨੇ, ਇਹਨਾਂ ਰਾਜਿਆਂ ਦੀਆਂ ਆਪਣੀਆਂ ਉਮਰਾਂ 80-80 90-90 ਸਾਲ ਦੀਆਂ ਹੁੰਦੀਆਂ। ਤੇ ਇਸਤਰੀਆਂ ਇਹਨਾਂ ਦੀਆਂ ਉਹ ਦੱਸਦੇ ਆ ਕਵੀ ਰਾਜ, ਕਹਿੰਦੇ ਕੋਈ ਤਾਂ 16 ਸਾਲ ਦੀ ਇਹਦੀ ਬੇਗਮ, ਤੇ ਕੋਈ ਇਉਂ ਕਹਿੰਦੇ ਹਨ, ਫਿਰ ਪੜ੍ਹਦੇ ਹੋ ਕੋ ਖੋੜਸ ਬਰਖਨ ਕੋ 20। ਕੋਈ 20 ਸਾਲ ਦੀ ਉਮਰ ਦੀ ਹੈ ਤੇ ਕਿਸੇ ਦੀ 16 ਸਾਲ ਉਮਰ ਹੈ। ਕਿਸ ਬੇਗਮ ਕੀ ਬੈਸ 25। ਕਿਸੇ ਬੇਗਮ ਦੀ 25 ਸਾਲ ਉਮਰ ਹੈ। ਕਰ ਇਸ਼ਨਾਨ ਕੋ ਪ੍ਰਥਮ ਸਰੀਰ। ਪਹਿਲਾਂ ਇਹਨਾਂ ਨੇ ਇਸ਼ਨਾਨ ਕੀਤਾ ਹੈ ਆਪਣੇ ਸ਼ਰੀਰਾਂ ਦਾ। ਪਹਿਰੇ ਰੰਗਦਾਰ ਬਰ ਚੀਰ। ਬੜੇ ਰੰਗਦਾਰ ਸੋਹਣੇ ਸੋਹਣੇ ਵਸਤਰ ਪਹਿਨੇ ਆ, ਕਿਉਂਕਿ ਸ਼ਿੰਗਾਰ ਨੂੰ ਵੇਖ ਕਰਕੇ, ਰੂਪ ਨੂੰ ਵੇਖ ਕਰਕੇ ਜਿਹੜੇ ਚਿੱਤ ਹਨ ਫਿਰ ਉਹ ਡੋਲਦੇ ਤੇ ਸ਼ਿਕਾਰੀ ਹੁੰਦੇ ਆ। ਜਿਸ ਦੇ ਮਨ ਦਾ ਇਹ ਖਿਆਲ ਹੁੰਦਾ ਹੈ ਨਾ ਕਿ ਮੇਰੇ ਰੂਪ ਦਾ ਪ੍ਰਭਾਵ ਦੂਸਰੇ ਤੇ ਪਵੇ ਤੇ ਵੇਖਣ ਵਾਲਾ ਵੀ ਉਧਰੋਂ ਸ਼ਿਕਾਰੀ ਹੋ ਕਰਕੇ ਵੇਖੇ। ਸਤਿਗੁਰਾਂ ਜੀ ਨੇ ਕਿਹਾ, ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸ਼ਯਾਦ। ਜਿਹੜੀਆਂ ਇਸਤਰੀਆਂ ਦੇ ਮਨ ਚੰਚਲ ਹੁੰਦੇ ਆ, ਪੁਰਸ਼ ਵੀ ਸ਼ਯਾਦ ਸ਼ਿਕਾਰੀ ਹੋ ਕਰਕੇ ਫਿਰ ਜਿਹੜੇ ਤੀਰ ਮਾਰਦੇ ਆਪਣੀ ਨਿਗਾਹ ਦੇ, ਅਧੋਗਤੀ ਨੂੰ ਇਹ ਜੀਵਨ ਜਾਂਦਾ ਹੈ। ਇਹਨਾਂ ਦੀਆਂ ਉਮਰਾਂ ਦਸੀਆਂ ਵੇਖ ਲਓ, 25 ਸਾਲ ਤੋਂ ਕਿਸੇ ਦੀ ਉਮਰ ਵੱਧ ਨਹੀਂ। ਤੇ ਸ਼ਿੰਗਾਰ ਕੀਤੇ ਆ ਇਹਨਾਂ ਨੇ ਸ਼ਰੀਰਾਂ ਦੇ ਉੱਪਰ। ਜੇਵਰ ਜਬਰ ਜਵਾਹਰ ਜਰੇ। ਪ੍ਰਗਟ ਹੀ ਸ਼ਰੀਰ ਦੇ ਉੱਤੇ ਸੋਹਣੇ ਸੋਹਣੇ ਜਿਹੜੇ ਜੇਵਰ ਗਹਿਣੇ ਹਨ, ਜਿਨ੍ਹਾਂ ਵਿੱਚ ਪਏ ਹੀਰੇ ਚਮਕਦੇ ਆ, ਧਾਰਨ ਕੀਤੇ ਆ। ਮੁਕਤਾ ਗੋਲ ਆਬ ਵੱਡ ਖਰੇ। ਬਹੁਤ ਵੱਡੇ ਵੱਡੇ ਮੋਤੀਆਂ ਦੇ ਹਾਰ ਪਾਏ ਹਨ। ਹੀਰਨ ਕੋ ਚਾਮੀ ਕਰ ਚਾਰੂ। ਬਹੁਤ ਸੋਹਣੇ ਸੁੰਦਰ ਗਹਿਣਿਆਂ ਦੇ ਉੱਤੇ ਹੀਰਿਆਂ ਦੀਆਂ ਜੋ ਪੰਕਤੀਆਂ ਨੇ। ਚਮਕਤ ਚੌਸਰ ਹਾਰ ਉਦਾਰੂ। ਬੜਾ ਚੌਸਰ ਸੁੰਦਰ ਹਾਰ ਜਿਹੜਾ ਹੈ ਨਾ, ਉਹ ਚੌਂ ਨੁਕਰਾਂ ਵਾਲਾ ਹੁੰਦਾ, ਜਿਹੜਾ ਗਲ ਵਿੱਚ ਪਾਇਆ ਹੁੰਦਾ, ਉਹ ਬੜਾ ਸੁੰਦਰ ਚਮਕਦਾ ਹੈ। ਜੋ ਰਜਪੂਤ ਨਰੇਸ਼ ਕੁਮਾਰੀ। ਦੱਸਦੇ ਹੁਣ ਕਵੀ ਰਾਜ ਵੀ ਕਿ ਜਿਹੜੇ ਰਾਜਪੂਤ ਰਾਜੇ ਸੀ ਤੇ ਉਹਨਾਂ ਦੀਆਂ ਜਿਹੜੀਆਂ ਰਾਜਕੁਮਾਰੀਆਂ ਸਨ, ਅਦਕ ਸਰੂਪਵਤੀ ਦੁੱਤ ਸਾਰੀ। ਬਹੁਤ ਸੋਹਣੀਆਂ ਸਰੂਪ ਵਾਲੀਆਂ ਤੇ ਬਹੁਤ ਦੁੱਤ ਉਹਨਾਂ ਦੇ ਚਿਹਰੇ ਦੇ ਉੱਤੇ ਬੜਾ ਪ੍ਰਭਾਵ ਹੈ ਜੋ ਬੰਦਾ। ਆਂਖ ਪਾਖਰੀ ਮਨਹੁ ਸਰੋਜਾ। ਤੇ ਇਹਨਾਂ ਦੀਆਂ ਅੱਖ ਦੀਆਂ ਪੰਖੜੀਆਂ ਜਿਹੜੀਆਂ ਭਾਵ ਜਾਣੋ ਕਿ ਕਮਲ ਫੁੱਲ ਵੀ ਇਸ ਤਰ੍ਹਾਂ ਦਾ ਸੁੰਦਰ ਨਹੀਂ ਜਿਸ ਤਰ੍ਹਾਂ ਦੇ ਇਹਨਾਂ ਦੇ ਨੇਤਰ ਕਮਲ ਵਰਗੇ ਹਨ। ਕੱਟ ਜਨਸ਼ੀਨੀ ਪੀਨ ਅਰੋਜਾ। ਤੇ ਬਹੁਤ ਇਹ ਕਵੀ ਰਾਜ, ਇਹ ਸਾਧ ਸੰਗਤ ਜੀ, ਕਵਿਤਾ ਦੇ ਸ਼ਿੰਗਾਰ ਰਸ ਹੁੰਦੇ ਆ। ਤੋ ਸੁਣ ਕਰਕੇ ਕਈ ਮਨ ਵਿੱਚ ਇਉਂ ਖਿਆਲ ਕਰਦੇ ਆ ਜੀ, ਵੇਖੋ ਇਹ ਬਚਨ ਜਿਹੜੇ ਉਹ ਲਿਖਣੇ ਨਹੀਂ ਚਾਹੀਦੇ। ਕਵੀ ਰਾਜ ਨੇ ਜਿੱਥੇ ਰੌਦਰ ਰਸ ਲਿਖਿਆ, ਵੀਰ ਰਸ ਲਿਖਿਆ, ਉੱਥੇ ਕਵਿਤਾ ਦੇ ਅੰਦਰ ਕਾਮ ਰਸ ਵੀ ਹੁੰਦਾ ਤੇ ਕਾਮ ਰਸ ਨੂੰ ਵਸੀਕਾਰ ਕਰਨ ਦਾ ਵੀ ਉਪਦੇਸ਼ ਹੁੰਦਾ ਜੋ ਸਤਿਗੁਰੂ ਜੀ ਦੇ ਮੁਖ ਤੋਂ ਹੋਣਾ ਹੈ। ਇਹਨਾਂ ਦੇ ਸ਼ਰੀਰਾਂ ਦੇ ਅੰਗਾਂ ਦੀ ਬਾਬਤ ਦੱਸਦੇ ਆ ਕਿ ਲੱਕ ਕਿਹੋ ਜੇ ਪਤਲੇ ਐ, ਅਸਥਣ ਕਿਹੋ ਜੇ ਹਨ। ਬੀਚ ਪਜਾਮਨ ਉਰੂਜ ਮੇਲੇ। ਤੇ ਇਸ ਪ੍ਰਕਾਰ ਸੋਹਣੇ ਸੋਹਣੇ ਵਸਤਰ ਜਿਹੜੇ ਆ ਉਹ ਪਹਿਨੇ ਹੋਏ ਆ, ਜਿਨ੍ਹਾਂ ਚੋਂ ਅੰਗ ਦ੍ਰਿਸ਼ਟੀ ਪੈਂਦੇ ਆ। ਗੋਲ ਸੁਸ਼ੀਲਕ ਜਨ ਜੁਗ ਕੇਲੇ। ਤੇ ਬਹੁਤ ਇਸ ਪ੍ਰਕਾਰ ਜਿਹੜੇ ਕੇਲਿਆਂ ਦੀ ਤਰ੍ਹਾਂ ਲੱਤਾਂ ਜਿਹੜੀਆਂ ਇਸ ਪ੍ਰਕਾਰ ਦੀਆਂ ਕਵੀਰਾਜ ਕਹਿੰਦੇ ਹਨ। ਚੱਲੇ ਮਰਾਲ ਚਾਲ ਬਰਬਾਲਾ। ਜਿਵੇਂ ਹੰਸ ਚਾਲ ਚੱਲਦਾ ਹੈ ਉਸ ਤਰ੍ਹਾਂ ਦੀ ਚਾਲ ਚੱਲਦੀਆਂ ਨੇ। ਸਗਰੇ ਸੁੰਦਰ ਅੰਗ ਬਿਸਾਲਾ। ਸਾਰੇ ਸਰੀਰ ਦੇ ਅੰਗ ਬੜੇ ਸੁੰਦਰ ਹਨ। ਅੰਜਨ ਜੋਤ ਖੰਜਨ ਜਨ ਨੈਣ। ਤੇ ਜਿਹੜੇ ਨੇਤਰ ਹਨ ਇਸ ਪ੍ਰਕਾਰ ਬਹੁਤ ਜ਼ਿਆਦੇ ਖੰਜਨ ਤ੍ਰਿਖੇ ਮਿਰਗੀਆਂ ਵਰਗੇ ਸੁੰਦਰ ਹਨ। ਕੰਜਨ ਮਾਦ ਭੰਜਨ ਸਰ ਮੈਨ। ਜਿਹੜੇ ਇਸ ਪ੍ਰਕਾਰ ਮਦ ਹੰਕਾਰ ਨੂੰ ਭੰਜ ਦੇਣ ਵਾਲੇ ਭਾਵ ਨਾਸ਼ ਕਰ ਦੇਣ ਵਾਲੀ ਦ੍ਰਿਸ਼ਟੀ ਹੈ। ਸਭ ਜਗ ਬੀਨ ਬੀਨ ਜੇ ਆਨੀ। ਜਿਵੇਂ ਸਾਰੇ ਜਗਤ ਵਿੱਚੋਂ ਚੁਣ ਚੁਣ ਕੇ ਇਹਨਾਂ ਨੇ ਆਪਣੀਆਂ
ਰਾਜਕੁਮਾਰੀਆਂ ਨੂੰ ਲਿਆਂਦਾ ਹੋਵੇ। ਕਿਆ ਸੁੰਦਰਤਾ ਕਰੈ ਬਖਾਨੀ, ਕੀ ਇਹਨਾਂ ਦੀ ਸੁੰਦਰਤਾ ਕਵਿਰਾਜ ਕਹਿੰਦੇ ਕਹਿਣਾ ਕਰੀਏ। ਪ੍ਰੇਰੀ ਚਲੀ ਸ਼ਾਹੂ ਕੀ ਸੋਏ, ਤੇ ਜਹਾਂਗੀਰ ਦੀਆਂ ਪ੍ਰੇਰੀਆਂ ਹੋਈਆਂ ਇਹ ਚੱਲ ਪਈਆਂ ਨੇ। ਆਸ ਉਪਮਾ ਕਵ ਕੇ ਮਨ ਹੋਏ, ਕਵਿਰਾਜ ਕਹਿੰਦੇ ਇਹੋ ਜੀ ਉਪਮਾ ਮੇਰੇ ਮਨ ਦੇ ਅੰਦਰ ਹੋ ਰਹੀ ਹੈ। ਔਰ ਬਸ ਆਦ ਮਨਹੁ ਸਮਦਾਈ, ਕੀ ਦ੍ਰਿਸ਼ਟਾਨ ਦਿੰਦੇ ਆ ਕਵਿਰਾਜ ਕਹਿੰਦੇ ਇਉਂ ਲੱਗਦਾ ਜਿਵੇਂ ਸਵਰਗ ਦੀਆਂ ਅਪੱਛਰਾਂ ਉਗਰਬਸੀ ਆਦਿਕ ਹੁੰਦੀਆਂ ਹਨ। ਸ਼ਿਵ ਕੇ ਪਰਖਨ ਹੇਤ ਪਠਾਈ, ਜਿਵੇਂ ਕਹਿੰਦੇ ਪਰਖਣ ਵਾਸਤੇ ਹੀ ਸਤਿਗੁਰਾਂ ਜੀ ਨੂੰ ਭੇਜ ਦਿੱਤੀਆਂ ਹੋਣ। ਕਹਿ ਨਾਰਦ ਢਿਗ ਰੰਭਾ ਆਦ, ਕਿਆ ਕਹਿ ਕਹਿੰਦੇ ਜਾਂ ਰੰਭਾ ਆਦਿਕ ਇਹ ਵੀ ਬੜੀ ਸੁੰਦਰ ਅਪੱਛਰਾ ਮੰਨੀ ਹੈ। ਚੱਲੀ ਕਰਨ ਕੋ ਬਹੁ ਤਪ ਬਾਦ, ਤੇ ਬਹੁਤ ਤਪ ਨੂੰ ਹੀ ਜਿਵੇਂ ਨਾਸ਼ ਕਰਨ ਵਾਸਤੇ ਨਾਰਦ ਵਰਗਿਆਂ ਨੂੰ ਡਲਾਉਣ ਵਾਸਤੇ ਜਿਵੇਂ ਅਪੱਛਰਾ ਜਾਂਦੀਆਂ ਸੀਗੀਆਂ, ਤੇ ਸਾਰੀਆਂ ਇਹਨਾਂ ਦੀਆਂ ਸਾਖੀਆਂ ਇਹੀ ਹੈ। ਕੋਈ ਜਿਹੜਾ ਸੀ ਰਿਖੀ ਵਿਸ਼ਵਾਮਿੱਤਰ ਵਰਗਾ ਉਹ 10,000 ਤਪ ਕਰਦਾ ਫਿਰ ਡੋਲ ਗਿਆ। ਕੋਈ ਨਾਰਦ ਵਰਗਾ ਕਹਿੰਦਾ ਮੈਂ ਕਾਮ ਜਿੱਤ ਲਿਆ, ਹਾਥੀ ਅਜੇ ਫੜਿਆ ਸੀ ਇਸਤਰੀ ਦਾ ਤਾਂ ਡੋਲ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਰਖ ਕਰਨ ਨੂੰ ਇਹ ਤੁਰੀਆਂ ਹਨ। ਪ੍ਰਥਮ ਪਠੀ ਦਾਸੀ ਨੇ ਕਹਿਓ, ਤੇ ਪਹਿਲਾਂ ਜਿਹੜੀ ਭੇਜੀ ਸੀ ਦਾਸੀ ਪਤਾ ਕਰਨ ਨੂੰ ਉਸਨੇ ਆ ਕੇ ਦੱਸਿਆ। ਬੇਗ ਮਾਤ ਤੁਮ ਦਰਸ਼ਨ ਚਾਹਿਓ, ਸੱਚੇ ਪਾਤਸ਼ਾਹ ਜੀ ਦੇ ਕੋਲ ਖਬਰ ਆਈ ਕਿ ਮਹਾਰਾਜ ਜਹਾਂਗੀਰ ਦੀਆਂ ਬੇਗਮਾਂ ਆਪ ਜੀ ਦਾ ਦਰਸ਼ਨ ਕਰਨਾ ਚਾਹੁੰਦੀਆਂ ਨੇ। ਅੰਤਰ ਹੋਏ ਇਕੰਤ ਗੁਰ ਬੈਸੇ, ਸੱਚੇ ਪਾਤਸ਼ਾਹ ਜੀ ਬੇਨਤੀ ਹੈ ਬੇਗਮਾਂ ਨੇ ਆਪ ਦਾ ਦਰਸ਼ਨ ਕਰਨਾ ਹੈ, ਆਪ ਇਕਾਂਤ ਹੋ ਕਰਕੇ ਸੱਚੇ ਪਾਤਸ਼ਾਹ ਇਕੱਲੇ ਬੈਠਣਾ ਕਰੋ। ਪਰਦੇ ਮਹਿ ਦਰਸੇ ਤਰੀ ਜੈਸੇ, ਜਿਵੇਂ ਪਰਦੇ ਦੇ ਅੰਦਰ ਮਹਾਰਾਜ ਇਸਤਰੀ ਆ ਕਰਕੇ ਬੈਠਦੀ ਐਵੇਂ ਮਹਾਰਾਜ ਤੁਹਾਡੇ ਬੇਗਮਾਂ ਨੇ ਦਰਸ਼ਨ ਕਰਨੇ ਨੇ। ਤਿਨ ਕੋ ਸਿਦਕ ਪੂਰੀਏ ਧੀਰ, ਮਹਾਰਾਜ ਉਹਨਾਂ ਦਾ ਸਿਦਕ ਉਹਨਾਂ ਦੀ ਧੀਰਜ ਜਿਹੜੀ ਆ ਉਹ ਪੂਰਨ ਕਰਨਾ ਕਰੋ। ਦੇਹੋ ਦਰਸ਼ਨ ਆਵੇ ਜਿਮ ਤੀਰ, ਮਹਾਰਾਜ ਜਿਵੇਂ ਤੁਹਾਡੇ ਦਰਸ਼ਨਾਂ ਨੂੰ ਆਉਣ ਆਪ ਦਰਸ਼ਨ ਬਖਸ਼ਣਾ ਕਰੋ। ਬਿਨੈ ਸੁਨੀ ਤਿਨ ਕੀ ਬਹੁ ਜਬੈ, ਜਦੋਂ ਉਹਨਾਂ ਦੀ ਇਹ ਬੇਨਤੀ ਸੱਚੇ ਪਾਤਸ਼ਾਹ ਨੇ ਸੁਣਨਾ ਕੀਤੀ, ਹੋਏ ਇਕੰਤ ਬੈਠੇ ਗੁਰ ਤਬੈ, ਤਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਕਾਂਤ ਹੋ ਕੇ ਸਤਿਗੁਰੂ ਜੀ ਬੈਠ ਗਏ ਆ। ਸਭ ਘਟ ਕੀ ਲਖ ਅੰਤਰ ਜਾਮੀ, ਹਜੂਰ ਤਾਂ ਅੰਤਰਜਾਮੀ ਹੈ। ਸੱਚੇ ਪਾਤਸ਼ਾਹ ਤਾਂ ਜਾਣਦੇ ਆ ਕਿ ਜਹਾਂਗੀਰ ਕੀ ਇੱਛਾ ਕਰ ਬੈਠਾ ਹੈ, ਬੇਗਮਾਂ ਕੀ ਮਨ ਵਿੱਚ ਸੋਚ ਰਹੀਆਂ ਨੇ। ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਹਜੂਰ ਸਭ ਕੁਝ ਜਾਣਦੇ ਹਨ। ਸੁਮਤ ਦੇਨ ਇਛ ਪੂਰਨ ਸੁਆਮੀ, ਮਾਲਕ ਸਤਿਗੁਰੂ ਜੀ ਨੇ ਸ੍ਰੇਸ਼ਟ ਮਤ ਦੇਣ ਦੀ ਇੱਛਾ ਕੀਤੀ ਹੈ। ਡੋਰੇ ਆਦਿਕ ਜੇ ਅਸਵਾਰੀ, ਜਿਹੜੇ ਇਸ ਪ੍ਰਕਾਰ ਡੋਲੇ ਆਦਿਕ ਜੋ ਅਸਵਾਰੀਆਂ ਹਨ। ਪਰਦੇ ਮੈਂ ਹਜਰਤ ਕੀ ਨਾਰੀ, ਪਰਦੇ ਦੇ ਅੰਦਰ ਜਿਹੜੀਆਂ ਬੇਗਮਾਂ ਰਹਿੰਦੀਆਂ ਨੇ ਜਹਾਂਗੀਰ ਦੀਆਂ, ਉਤਰੀ ਆਨ ਗੁਰੂ ਕੇ ਦੁਆਰੇ, ਸਤਿਗੁਰੂ ਜੀ ਦੇ ਦੁਆਰੇ ਆ ਕਰਕੇ ਬੇਗਮਾਂ ਉਤਰ ਪਈਆਂ। ਗਮਨੀ ਨਿਕਟ ਆਨੰਦ ਕੋ ਧਾਰੇ, ਬਹੁਤ ਆਨੰਦ ਧਾਰ ਕੇ ਸਤਿਗੁਰਾਂ ਜੀ ਵੱਲ ਚੱਲ ਪਈਆਂ। ਬਹੁਤ ਦੀਨਾਰ ਜਵਾਹਰ ਲਿਆਈ, ਬਹੁਤ ਜ਼ਿਆਦੀਆਂ ਮੋਹਰਾਂ ਥਾਲਾਂ ਦੇ ਅੰਦਰ ਭਰ ਭਰ ਕੇ ਅਸ਼ਰਫੀਆਂ ਲੈ ਕਰਕੇ ਆਈਆਂ ਨੇ। ਪ੍ਰਥਮ ਉਪਾਇਨ ਧਾਰੇ ਅਗਵਾਈ, ਪਹਿਲਾਂ ਮਹਾਰਾਜ ਜੀ ਦੇ ਅੱਗੇ ਭੇਟਾਵਾਂ ਅਰਪਣ ਕੀਤੀਆਂ। ਕਰ ਕਰ ਬੰਧਨ ਬੈਠੀ ਤੀਰ, ਤੇ ਨਮਸਕਾਰ ਕਰ ਕਰਕੇ ਹਜੂਰ ਦੇ ਕੋਲ ਬੈਠ ਗਈਆਂ। ਨਾਰ ਸ਼ਬੀਲੀ ਗੌਰ ਸਰੀਰ, ਬਹੁਤ ਗੋਰੇ ਸੋਹਣੇ ਰੰਗ ਤੇ ਬੜਾ ਹੀ ਸੁੰਦਰ ਸਰੂਪ ਹੈ। ਬਦਨ ਉਘਾਰ ਅੰਚਰਾ ਟਾਰੈ, ਉਹਨਾਂ ਨੇ ਉਸੇ ਸਮੇਂ ਜਦੋਂ ਵੇਖਿਆ ਹਜੂਰ ਸਾਹਮਣੇ ਸਜੇ ਬੈਠੇ ਐ, ਆਪਣੇ ਬੁਰਕੇ ਉਠਾ ਦਿੱਤੇ ਆਪਣੇ ਚਿਹਰਿਆਂ ਦੇ ਉੱਤੋਂ। ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਆਪਣੇ ਰੂਪ ਦਾ ਹਾਵ ਭਾਵ ਵਿਖਾਉਣ ਲੱਗੀਆਂ। ਇੱਕ ਟਕ ਗੁਰ ਕੋ ਰੂਪ ਨਿਹਾਰੈ, ਇੱਕ ਟਕ ਜਿਵੇਂ ਚਕੋਰ ਚੰਦਰਮਾ ਵੱਲ ਵੇਖਦੀ ਐ, ਇਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਸਰੂਪ ਵੱਲ ਵੇਖਣ ਲੱਗੀਆਂ। ਭਈ ਬਿਬਸ ਮੋਹਤ ਹੋਵੈ ਰਹੀ, ਬੇਵਸ ਹੋ ਗਈਆਂ, ਮੋਹਤ ਹੋ ਗਈਆਂ ਸਤਿਗੁਰਾਂ ਦਾ ਰੂਪ ਵੇਖ ਕਰਕੇ। ਦੇਖ ਦਸ਼ਾ ਸਤਿਗੁਰ ਤਬ ਕਹੀ, ਤਦੋਂ ਉਹਨਾਂ ਦੀ ਇਹ ਹਾਲਤ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਪ੍ਰਥਮ ਪੁੰਨ ਕੋ ਫਲ ਇਹ ਪਾਇਓ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪਹਿਲਾਂ ਦੇ ਕੀਤੇ ਹੋਏ ਸ਼ੁਭ ਕਰਮ ਦੇ ਪੁੰਨ ਫਲ ਨੂੰ ਤੁਸੀਂ ਪਾਇਆ ਏ। ਸੁੰਦਰ ਰੂਪ ਅਨੂਪ ਸੁਹਾਇਓ, ਜਿਹੜਾ ਇਹ ਸੁੰਦਰ ਰੂਪ ਹੈ ਨਾ ਸਾਧ ਸੰਗਤ ਜੀ, ਜਿਹੜਾ ਸਰੀਰ ਪ੍ਰਾਪਤ ਹੋਣਾ ਗੁਰੂ ਸਾਹਿਬ ਸਿੱਖਿਆ ਦੇਣ ਲੱਗੇ ਐ। ਪਹਿਲਾਂ ਆਪਾਂ ਪਿੱਛੋਂ ਸਭ ਕੁਝ ਸੁਣਿਆ, ਜੇ ਕੱਜ ਕੇ ਜਿਹੜੀ ਸਰੀਰ ਦੀ ਹਾਲਤ ਮਹਾਰਾਜ ਦਿਖਾਉਂਦੇ ਐ, ਕਵਿਰਾਜ ਨੇ ਦਿਖਾਇਆ ਹੈ, ਤੇ ਉਹਦੀ ਸਚਾਈ ਕੀ ਹੈ ਹੁਣ ਮਹਾਰਾਜ ਦੱਸਣ ਲੱਗੇ ਆ। ਕਿਉਂਕਿ ਸਰੀਰ ਵੱਲ ਵੇਖ ਕੇ ਮਨ ਆਕਰਸ਼ਿਤ ਹੋ ਜਾਂਦਾ ਹੈ।
ਰੂਪ ਨੂੰ ਵੇਖ ਕਰਕੇ ਮਨ ਆਕਰਸ਼ਿਤ ਹੋ ਜਾਂਦਾ ਹੈ ਤੇ ਮਨੁੱਖ ਆਪਣੇ ਜੀਵਨ ਦੇ ਅੰਦਰ ਡਿੱਗ ਜਾਂਦਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਹੈ ਕਿ ਜਿਹੜਾ ਇਹ ਰੂਪ ਰੰਗ ਪ੍ਰਾਪਤ ਹੋਇਆ ਨਾ, ਪਿਛਲੇ ਜਨਮਾਂ ਦੇ ਪੁੰਨ ਕਰਮੇ ਕਰਨੇ ਕਰਕੇ ਇਹ ਸੋਹਣਾ ਰੂਪ ਰੰਗ ਜੀਵ ਨੂੰ ਪ੍ਰਾਪਤ ਹੁੰਦਾ ਏ। ਸਰਬ ਪਦਾਰਥ ਭੋਗੋ ਭਲੇ, ਤੇ ਸਾਰੇ ਪਦਾਰਥ ਉਹਨਾਂ ਦਾ ਸੁਖ ਭਲੇ ਤਰੀਕੇ ਨਾਲ ਜਿਹੜਾ ਜੀਵ ਭੋਗਦਾ ਹੈ। ਜਸ ਇੱਛੋ ਤਸ ਤੂਰਨ ਮਿਲੇ, ਜਿਸ ਤਰ੍ਹਾਂ ਦੀ ਇੱਛਾ ਕਰੇ ਮਨ ਅੰਦਰ ਉਸੇ ਤਰ੍ਹਾਂ ਦੀ ਚੀਜ਼ ਛੇਤੀ ਮਿਲ ਜਾਵੇ। ਪੀਰ ਫਕੀਰਨ ਸੇਵਾ ਕਰੀਏ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਇਹੋ ਜੇ ਸੁਖ ਮਿਲੇ ਹੋਣ ਨਾ ਤੇ ਫਿਰ ਪੀਰਾਂ ਤੇ ਫਕੀਰਾਂ ਦੀ ਸੇਵਾ ਮਨ ਲਾ ਕਰਕੇ ਕਰੀਦੀ ਹੈ। ਮਨ ਕੋ ਪ੍ਰੇਮ ਸ਼ਾਹੋ ਮਹਿ ਧਰੀਏ, ਤੇ ਮਨ ਦਾ ਪ੍ਰੇਮ ਆਪਣੇ ਪਤੀ ਦੇ ਅੰਦਰ ਧਰਨਾ ਕਰੀਦਾ ਹੈ। ਪਤੀ ਤੋਂ ਬਿਨਾ ਹੋਰ ਕਿਸੇ ਦੇ ਸਰੂਪ ਵੱਲ ਮੋਹਤ ਨਹੀਂ ਹੋਈਦਾ। ਤ੍ਰਿਯਨ ਕੋ ਅਮਾਨ ਇਹ ਅਹੇ, ਕਿਉਂਕਿ ਇਸਤਰੀਆਂ ਦਾ ਇਹ ਅਮਾਨ ਹੈ, ਇਸਤਰੀ ਦਾ ਇਹ ਧਰਮ ਹੈ ਕਿ ਆਪਣੇ ਪਤੀ ਤੋਂ ਬਿਨਾ ਜਿਹੜੇ ਸੰਸਾਰ ਦੇ ਅੰਦਰ ਹੋਰ ਮਰਦ ਨੇ ਉਹਨਾਂ ਨੂੰ ਇਸਤਰੀਆਂ ਦੀ ਨਿਆਈ ਵੇਖੇ। ਇਹ ਸੱਚੇ ਪਾਤਸ਼ਾਹ ਕਹਿੰਦੇ ਇਸਤਰੀ ਦਾ ਅਮਾਨ ਹੈ, ਉਸ ਨੂੰ ਆਪਣੇ ਅਮਾਨ ਤੇ ਕਾਇਮ ਰਹਿਣਾ ਚਾਹੀਦਾ ਹੈ। ਪਤ ਬਿਨ ਅਪਰ ਪੁਰਖ ਨਹਿ ਚਾਹੇ, ਪਤੀ ਤੋਂ ਬਿਨਾ ਹੋਰ ਪੁਰਖ ਨੂੰ ਵੇਖਣ ਦੀ ਇੱਛਾ ਤੇ ਚਾਹਨਾ ਨਾ ਕਰਨਾ ਕਰੇ। ਸੁਨ ਕਰ ਸਤਿਗੁਰ ਕੋ ਬਚਨੀ ਕੋ, ਸਤਿਗੁਰਾਂ ਜੀ ਦਾ ਇਹ ਚੰਗਾ ਉੱਤਮ ਬਚਨ ਸੁਣ ਕਰਕੇ ਚਾਹੇ ਉਪਾਵਨ ਮਨ ਮਥ ਜੀ ਕੋ। ਸੱਚੇ ਪਾਤਸ਼ਾਹ ਜੀ ਦੇ ਮਨ ਦੇ ਅੰਦਰ ਨਾ ਵਾਸ਼ਨਾ ਪੈਦਾ ਕਰਨਾ ਚਾਹੁੰਦੀਆਂ ਹਨ। ਕਹੋ ਪੀਰ ਜੀ ਸਾਥ ਨਾ ਦਾਰਾ, ਤੇ ਕਹਿਣ ਲੱਗੇ ਨੇ ਇਹ ਬੇਗਮਾਂ ਕਹਿੰਦੀਆਂ ਪੀਰ ਜੀ ਤੁਹਾਡੇ ਕੋਲ ਫਿਰ ਪੜਨਾ ਕਰੋ। ਕਹੋ ਪੀਰ ਜੀ ਸਾਥ ਨਾ ਦਾਰਾ, ਕਿ ਤੁਹਾਡੇ ਕੋਲ ਇਸਤਰੀ ਨਹੀਂ ਹੈ। ਬੇਗਮਾਂ ਪੁੱਛਦੀਆਂ ਮਹਾਰਾਜ ਤੁਹਾਡੇ ਕੋਲ ਕੋਈ ਇਸਤਰੀ ਕਿਉਂ ਨਹੀਂ ਹੈ। ਤਰਨ ਬੈਸ ਕਿਮ ਹੋਤ ਗੁਜ਼ਾਰਾ, ਤੁਹਾਡੀ ਜਵਾਨੀ ਵਾਲੀ ਉਮਰ ਹੈ। ਵੇਖੋ ਕੋਈ ਔਰਤ ਪੁੱਛੇ ਤੇ ਉਸ ਮਰਦ ਦੇ ਉੱਤੇ ਫਿਰ ਕੀ ਬੀਤਦੀ ਹੈ ਜਿਸ ਦੇ ਕੋਲ ਕੋਈ ਕਮਾਈ ਨਹੀਂ ਹੈ, ਜਿਸ ਦੇ ਕੋਲ ਗੁਰੂ ਜੀ ਦਾ ਉਪਦੇਸ਼ ਨਹੀਂ, ਭਾਵੇਂ ਕਿ ਬਾਹਰੋਂ ਸਰੂਪ ਧਾਰਨ ਕੀਤਾ ਹੋਇਆ ਹੈ, ਪਰ ਚਿੱਤ ਉਦੋਂ ਹੀ ਟਿਕਿਆ ਰਹਿੰਦਾ ਜਦੋਂ ਸਤਿਗੁਰੂ ਦੇ ਸ਼ਬਦ ਵਿੱਚ ਪ੍ਰੀਤ ਹੋਵੇ ਤੇ ਪਰਲੋਕ ਦੀ ਸੋਝੀ ਹੋਵੇ, ਉਦੋਂ ਹੀ ਚਿੱਤ ਸਥਿਰ ਰਹਿੰਦਾ, ਨਹੀਂ ਤੇ ਚਿੱਤ ਨਹੀਂ ਸਥਿਰ ਰਹਿੰਦਾ। ਮਹਾਰਾਜ ਜੀ ਨੂੰ ਕਹਿੰਦੀਆਂ ਕਿ ਜਵਾਨੀ ਦੀ ਅਵਸਥਾ ਤੁਹਾਡਾ ਗੁਜ਼ਾਰਾ ਕਿਵੇਂ ਹੁੰਦਾ ਹੈ। ਰੂਪ ਅਨੂਪਮ ਸੁੰਦਰ ਅਹੈ, ਤੇ ਰੂਪ ਆਪ ਜੀ ਦਾ ਇੰਨਾ ਸੁੰਦਰ ਕਿ ਜਿਸ ਰੂਪ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਦੇਖਤ ਕੌਣ ਹਰਖ ਨਹਿ ਲਹੈ, ਦੇਖਦਿਆਂ ਆਪ ਜੀ ਦੇ ਰੂਪ ਨੂੰ ਕੌਣ ਨਹੀਂ ਪ੍ਰਸੰਨ ਹੋਵੇਗਾ। ਕਿਉਂ ਨਾ ਬਿਲਾਸ ਕਰੋ ਮਨ ਭਾਏ, ਤੇ ਕਿਉਂ ਨਹੀਂ ਤੁਸੀਂ ਮਨ ਭਾਉਂਦੇ ਸਰੀਰ ਦੇ ਰਸ ਭੋਗਦੇ ਹੋ। ਬਹੁਰ ਤਰਨਤਾ ਬੈਸ ਨਾ ਪਾਏ, ਬਹੁਰੋ ਇਹ ਜਵਾਨੀ ਦੀ ਅਵਸਥਾ ਫਿਰ ਥੋੜੋ ਪਾਉਣੀ ਹੈ। ਮਨੁੱਖ ਨੇ ਇਹੀ ਲਾਭ ਸਮਝਿਆ ਹੁੰਦਾ ਕਿ ਜਵਾਨੀ ਦੀ ਉਮਰ ਵਿੱਚ ਜਿੰਨੇ ਵਿਸ਼ੇ ਭੋਗੇ ਜਾਂਦੇ ਆ ਭੋਗ ਲਓ, ਕਿਉਂਕਿ ਇਹੀ ਲਾਭ ਹੈ। ਇਹ ਮਨ ਨੇ ਲਾਭ ਮੰਨਿਆ ਹੋਇਆ ਹੈ। ਪਰ ਸਤਿਗੁਰੂ ਜੀ ਕਹਿੰਦੇ ਐ ਜਦੋਂ ਤੇਰੇ ਕੋਲ ਭਜਨ ਕਰਨ ਦਾ ਸਮਾਂ ਤੂੰ ਵਿਸ਼ਿਆਂ ਵਿੱਚ ਗਵਾ ਰਿਹਾ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਜਦੋਂ ਤੈਨੂੰ ਜਪ ਤਪ ਕਾ ਬੰਧ ਬੇੜ ਲਾ, ਉਦੋਂ ਤੇਰਾ ਮਨ ਇਹ ਕਹਿ ਰਿਹਾ ਹੈ ਕਿ ਤੈਨੂੰ ਲਾਭ ਉਠਾਉਣਾ ਚਾਹੀਦਾ ਵਿਸ਼ਿਆਂ ਨੂੰ ਭੋਗਣ ਦਾ। ਜਵਾਨੀ ਹੈ, ਲੰਘ ਗਈ ਬੀਤ ਗਈ, ਵਿਸ਼ੇ ਨਾ ਭੋਗੇ ਤੇ ਕੀ ਫਲ ਮਿਲੇਗਾ, ਕੋਈ ਲਾਭ ਨਹੀਂ ਜਿਵੇਂ ਹੋਵੇਗਾ। ਮਨ ਨੇ ਇਸ ਦੇ ਅੰਦਰ ਲਾਭ ਮੰਨਿਆ ਹੋਇਆ ਹੈ। ਤੇ ਸਾਧ ਸੰਗਤ ਜੀ ਕਈ ਗੱਲਾਂ ਹੁੰਦੀਆਂ ਜਿਹੜੀਆਂ ਸਟੇਜ ਤੇ ਨਹੀਂ ਕੀਤੀਆਂ ਜਾਂਦੀਆਂ। ਬਹੁਤ ਚੀਜ਼ਾਂ ਸਾਡੇ ਸਮਾਜ ਦੇ ਅੰਦਰ ਇੱਥੋਂ ਦੀਆਂ ਪ੍ਰਵੇਸ਼ ਕਰ ਰਹੀਆਂ ਤੇ ਸਾਡੇ ਬੱਚੇ ਬੱਚੀਆਂ ਇੰਨਾ ਜ਼ਿਆਦਾ ਇਸ ਚੀਜ਼ ਦੇ ਪ੍ਰਭਾਵ ਥੱਲੇ ਆ ਗਏ ਕਿ ਅੱਜ ਨੌਜਵਾਨ ਬੱਚੀਆਂ ਤੇ ਨੌਜਵਾਨ ਬੱਚੇ ਵਿਸ਼ਿਆਂ ਵਿੱਚ ਇੰਨੇ ਡੋਲੇ ਹੋਏ ਆ ਤੇ ਆਪਸ ਵਿੱਚ ਕਹਿੰਦੇ ਆ, ਮੈਂ ਗਿਆ ਸਾਂ ਕੈਂਪ ਦੇ ਵਿੱਚ, ਉਹਨਾਂ ਕੁਝ ਮੈਨੂੰ ਇਹੋ ਜਿਹੇ ਬਚਨ ਦੱਸੇ ਆ, ਕਹਿੰਦੇ ਆ ਕਿ ਆਪਸ ਵਿੱਚ ਇਹ ਗੱਲਾਂ ਕਰਦੇ ਆ ਕਿ ਤੇਰੇ ਕਿੰਨਿਆਂ ਦੇ ਨਾਲ ਸੰਬੰਧ ਹੈ। ਆਪਸ ਵਿੱਚ ਬੱਚੀਆਂ ਗੱਲਾਂ ਕਰਦੀਆਂ ਤੇ ਬੱਚੇ ਗੱਲਾਂ ਕਰਦੇ ਆ ਤੇਰਾ ਕਿੰਨੀਆਂ ਲੜਕੀਆਂ ਨਾਲ ਸੰਬੰਧ ਹੋਇਆ ਹੈ। ਜਿੰਨਾ ਵੱਧ ਸੰਬੰਧ ਹੋਇਆ ਉਹਨੂੰ ਅਸੀਂ ਬਹੁਤ ਜ਼ਿਆਦਾ ਉਹ ਸਮਝਦੇ ਤੂੰ ਕਿ ਬੜਾ ਸਿਆਣਾ ਹੈ, ਤੂੰ ਤੇ ਬੜਾ ਚੰਗਾ ਹੈ। ਇਹ ਨਹੀਂ ਪਤਾ ਕਿ ਇੱਕ ਇੱਕ ਕੀਤੀ ਗਲਤੀ ਦਾ ਫਲ ਕੀ ਭੋਗਣਾ ਪੈਂਦਾ ਹੈ। ਧਰਮ ਦੇ ਬਾਬਤ ਕਾਮ ਦਾ ਗਿਆਨ ਹੈ ਨਹੀਂ, ਸਰੀਰ ਦੇ ਰਸ ਵਿੱਚ ਭੋਗਣ ਦੇ ਪਾਸੇ ਪੈ ਕਰਕੇ
ਮਨ ਡੋਲਿਆ ਹੋਇਆ ਹੈ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਬੀਜ ਬੀਜਣਾ ਤਾਂ ਸੌਖਾ ਹੈ, ਤੈਨੂੰ ਸਰੀਰ ਮਿਲਿਆ ਹੈ, ਬੁੱਧੀ ਮਿਲੀ ਹੈ, ਪਰ ਹੁਣ ਤੂੰ ਜੇ ਵਿਕਾਰਾਂ ਦੇ ਅਧੀਨ ਹੋ ਕੇ ਰਸਾਂ ਵਿੱਚ ਫਸ ਕਰਕੇ ਇੱਧਰ ਨੂੰ ਰੁੜਿਆ ਹੋਇਆ ਹੈ, ਪਰ ਜਦੋਂ ਇਸ ਦਾ ਫਲ ਲੱਗਦਾ ਨਾ ਉਦੋਂ ਤੈਥੋਂ ਭੋਗਿਆ ਨਹੀਂ ਜਾਣਾ, ਬੜੀਆਂ ਚੀਕਾਂ ਮਾਰੇਗਾ, ਬਹੁਤ ਡਾਡਾ ਮਾਰੇਗਾ। ਮਨੁੱਖਾ ਜਨਮ ਭੋਗਾਂ ਨੂੰ ਭੋਗਣ ਵਾਸਤੇ ਨਹੀਂ ਮਿਲਿਆ। ਜਿਹੜੇ ਪਰਿਵਾਰ ਸਤਸੰਗਤ ਨਹੀਂ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਨਾਲ ਪ੍ਰੇਮ ਨਹੀਂ ਕਰਦੇ, ਘਰ ਵਿੱਚ ਕਮਾਈ ਨਹੀਂ ਕਰਦੇ, ਉੱਥੇ ਇਹ ਚੀਜ਼ਾਂ ਬਹੁਤ ਜਲਦ ਅਸਰ ਕਰਦੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਸਾਨੂੰ ਸਿੱਖਿਆ ਦੇ ਰਿਹਾ ਹੈ। ਹਜੂਰ ਨੂੰ ਵੇਖੋ, ਉਹਨਾਂ ਨੇ ਪ੍ਰਤੱਖ ਕਿਹਾ ਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਉੱਤਰ ਦਿੰਦੇ ਫਰਮਾਉਂਦੇ ਹਨ, ਕਿਉ ਨਾ ਬਿਲਾਸ ਕਰੋ ਮਨ ਭਾਏ। ਇਹ ਕਹਿੰਦੀਆਂ ਕਿਉਂ ਨਹੀਂ ਤੁਸੀਂ ਮਨ ਭਾਉਂਦੇ ਭੋਗਾਂ ਨੂੰ ਭੋਗਦੇ ਹੋ। ਬਹੁਰ ਤਰਨਤਾ ਬੈਸ ਨਾ ਪਾਏ। ਬਹੁਰੋ ਜਵਾਨੀ ਦੀ ਉਮਰ ਥੋੜੋ ਪਾਓਗੇ, ਜਵਾਨੀ ਤਾਂ ਲੰਘ ਜਾਵੇਗੀ। ਅਪਰ ਆਨੰਦ ਮਨਿੰਦ ਨਾ ਇਸਕੇ। ਇਸ ਰਸ ਦੇ ਬਰਾਬਰ ਹੋਰ ਕੋਈ ਆਨੰਦ ਨਹੀਂ। ਇਹੀ ਮਨੁੱਖ ਨੇ ਮੰਨਿਆ ਹੋਇਆ ਦੇਹ ਵਿੱਚ ਕਿ ਕਾਮ ਰਸ ਤੋਂ ਬਿਨਾ ਹੋਰ ਸਿਖਰ ਦਾ ਆਨੰਦ ਕੋਈ ਵੀ ਨਹੀਂ। ਜਦੋਂ ਕਿ ਸਤਿਗੁਰੂ ਜੀ ਨੇ ਜਿਸ ਜਿਸ ਨੂੰ ਸਿੱਖਿਆ ਦਿੱਤੀ, ਮਹਾਰਾਜ ਕਹਿੰਦੇ ਕਾਮ ਦਾ ਆਨੰਦ ਬ੍ਰਹਮਾ ਆਨੰਦ ਦੇ ਸਾਹਮਣੇ ਇੱਕ ਬੂੰਦ ਦੀ ਨਿਆਈ ਹੈ, ਛੋਟਾ ਜਿਹਾ। ਬ੍ਰਹਮਾ ਆਨੰਦ ਸਮੁੰਦਰ ਦੀ ਨਿਆਈ ਹੈ। ਮਹਾਰਾਜ ਜੀ ਨੇ ਕਿਹਾ ਕਿ ਨਿਮਖ ਕਾਮ ਸਵਾਦ ਕਾਰਨ, ਥੋੜਾ ਜਿਹਾ ਕਾਮ ਨੂੰ ਭੋਗਣ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਅੱਖ ਦੇ ਖੋਲਣ ਤੇ ਬੰਦ ਕਰਨ ਦਾ ਸਮਾਂ ਜਿਹੜਾ ਤੈਨੂੰ ਉਹ ਰਸ ਚਿੰਬੜਿਆ ਹੋਇਆ ਹੈ, ਤੇ ਇਸ ਰਸ ਨੂੰ ਕਹਿੰਦਾ ਚਰਮ ਸੀਮਾ ਦਾ ਆਨੰਦ ਹੈ, ਸਭ ਤੋਂ ਵੱਡਾ ਆਨੰਦ ਹੈ। ਦੰਪਤ ਰੂਪ ਤਰਨਤਾ ਜਿਸ ਕੇ। ਤੇ ਜਿਸ ਦੋਹਾਂ ਦੇ ਚਿਹਰਿਆਂ ਦੇ ਉੱਤੇ ਜਵਾਨੀ ਹੋਵੇ, ਰੂਪ ਹੋਵੇ, ਸੋਹਣਾ ਹੋਵੇ ਸਰੂਪ। ਨਿਫਲ ਨਾ ਕੀਜੇ ਪ੍ਰਿਆ ਬਹੀਨ। ਤੇ ਮਹਾਰਾਜ ਆਪਣੀ ਜਵਾਨੀ ਜਿਹੜੀ ਆ ਨਾ ਇਹ ਨਿਸਫਲ ਨਾ ਗਵਾਉਣਾ ਕਰੋ। ਜਹਾਂਗੀਰ ਦੀਆਂ ਬੇਗਮਾਂ ਕਹਿੰਦੀਆਂ ਨੇ, ਸਤਿਗੁਰੂ ਜੀ ਨੂੰ ਕਹਿੰਦੀਆਂ ਆਪਣੀ ਜਵਾਨੀ ਜਿਹੜੀ ਹੈ ਇਹ ਵਿਅਰਥ ਨਾ ਗਵਾਉਣਾ ਕਰੋ। ਜੋਗ ਸਰਬ ਸੁਖ ਕੇ ਤਨ ਚੀਨ। ਤੇ ਸਾਰੇ ਸੁੱਖਾਂ ਦੇ ਯੋਗ ਹੈ ਤੁਹਾਡਾ ਤਨ ਸਰੀਰ, ਇਸ ਗੱਲ ਨੂੰ ਜਾਣਨਾ ਕਰੋ। ਸ੍ਰੀ ਹਰਗੋਬਿੰਦ ਸੁਨ ਕਰ ਕਹਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜੂਰ ਸੁਣ ਕਰਕੇ ਕਹਿੰਦੇ ਆ, ਨਾਰ ਭੋਗ ਸਭ ਜਨਮਨ ਲਹਿਓ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਉਹਨਾਂ ਜਹਾਂਗੀਰ ਦੀਆਂ ਬੇਗਮਾਂ ਨੂੰ ਕਿ ਜਿਹੜਾ ਨਾਰ ਇਸਤਰੀ ਦਾ ਭੋਗ ਹੈ ਨਾ, ਇਸਤਰੀ ਨੇ ਮਰਦ ਨੂੰ ਭੋਗਣਾ ਤੇ ਮਰਦ ਨੇ ਇਸਤਰੀ ਨੂੰ ਭੋਗਣਾ। ਸਤਿਗੁਰੂ ਜੀ ਕਹਿੰਦੇ ਤਾਂ ਸਾਰੀਆਂ ਜੂਨਾਂ ਵਿੱਚ ਹੈ, ਪਸ਼ੂ ਪਕਸ਼ੀ ਜਿੰਨੇ ਜਾਨਵਰ ਵੈ। ਸਤਿਗੁਰੂ ਜੀ ਕਹਿੰਦੇ ਤਾਂ ਸਾਰੀਆਂ ਜੂਨਾਂ ਵਿੱਚ ਮਨੁੱਖ ਜਿਹੜਾ ਨਾ ਕੱਲਾ ਮਨੁੱਖ ਨਹੀਂ, ਸਾਰੀਆਂ ਜੂਨਾਂ ਵਿੱਚ ਇਹ ਲੈ ਸਕਦਾ ਹੈ। ਏਕ ਸਮਾਨ ਸਭਨ ਮਹਿ ਅਹੈ। ਸਾਰਿਆਂ ਦੇ ਵਿੱਚ ਇੱਕ ਸਮਾਨ ਹੈ, ਇਹ ਵੇਖਣਾ ਕਰੋ ਧਿਆਨ ਦੇ ਨਾਲ। ਸੂਕਰ ਕੂਕਰ ਸਭ ਸੁਖ ਲਹੈ। ਸਾਰੇ ਕੁੱਤੇ ਸੂਰ ਸਾਰੇ ਹੀ ਮਹਾਰਾਜ ਕਹਿੰਦੇ ਭੋਗ ਦਾ ਸੁਖ ਲੈਂਦੇ ਆ। ਇਹੋ ਮਨੁੱਖ ਤਨ ਪਾਏ ਵਿਸ਼ੇਸ਼। ਇਹ ਮਨੁੱਖਾ ਤਨ ਜਿਹੜਾ ਨਾ ਇਹ ਵਿਸ਼ੇਸ਼ ਪ੍ਰਾਪਤ ਹੋਇਆ ਹੈ। ਸਿਮਰਨ ਕਰੇ ਖੁਦਾਏ ਹਮੇਸ਼। ਹਮੇਸ਼ਾ ਖੁਦਾ ਦਾ ਸਿਮਰਨ ਕਰਨ ਲਈ ਇਹ ਤਨ ਸਰੀਰ ਮਿਲਿਆ ਏ। ਜਨਮ ਅਨੇਕਨ ਕੋ ਦੁਖ ਖੋਵੈ। ਅਨੇਕਾਂ ਜਨਮਾਂ ਦਾ ਦੁੱਖ ਨਾਸ਼ ਹੋ ਜਾਵੇਗਾ। ਜਿਸ ਤੇ ਮਰਨ ਕਸ਼ਟ ਨਹਿ ਜੋਵੈ। ਜਿਸ ਕਰਕੇ ਮਰਨ ਦਾ ਕਸ਼ਟ ਨਹੀਂ ਫਿਰ ਭੋਗਣਾ ਪਵੇਗਾ। ਮਰਨ ਦਾ ਏਡਾ ਵੱਡਾ ਕਸ਼ਟ ਵੈ, ਕਹਿੰਦੇ ਇੱਕ ਬਿੱਛੂ ਡੰਗ ਮਾਰੇ ਨਾ ਪੱਥਰ ਦੇ ਉੱਤੇ ਖਿਲ ਬਣਾ ਦਿੰਦਾ ਉਹਨੂੰ। 70,000 ਇਕੱਠੇ ਹੀ ਬਿੱਛੂ ਡੰਗ ਮਾਰਨ ਤੇ ਏਡਾ ਜ਼ਿਆਦਾ ਦੁੱਖ ਹੁੰਦਾ ਜਦੋਂ ਜੀਵ ਦੇ ਪ੍ਰਾਣ ਨਿਕਲਦੇ। ਸੱਚੇ ਪਾਤਸ਼ਾਹ ਕਹਿੰਦੇ ਜੰਮਣ ਮਰਨ ਦਾ ਦੁੱਖ ਨਾਸ਼ ਕਰਦਾ ਹੈ ਅੱਲਾ ਦੀ ਯਾਦ, ਵਾਹਿਗੁਰੂ ਦੀ ਬੰਦਗੀ। ਇਹ ਸਰੀਰ ਜਿਹੜਾ ਨਾ ਭੋਗਣ ਹੇਤ ਜਗਦੀਸ਼ ਦਿਓ। ਵਾਹਿਗੁਰੂ ਨੇ ਭੋਗਾਂ ਨੂੰ ਭੋਗਣ ਵਾਸਤੇ, ਸਵਾਦਾਂ ਨੂੰ ਚਖਣ ਵਾਸਤੇ ਨਹੀਂ ਦਿੱਤਾ। ਜਦੋਂ ਕਲਯੁਗ ਵੀ ਗੁਰੂ ਨਾਨਕ ਸਾਹਿਬ ਦੇ ਹਜੂਰ ਆਇਆ ਸੀ ਨਾ, ਉਹਨੇ ਆਪਣੀ ਇੰਦਰੀ ਹੱਥ ਵਿੱਚ ਫੜੀ ਹੋਈ ਸੀ ਤੇ ਜੀਭ ਹੱਥ ਵਿੱਚ ਫੜੀ ਸੀ। ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹਨੇ ਇਹ ਰੂਪ ਕਾਸ ਨੂੰ ਬਣਾਇਆ। ਸਤਿਗੁਰੂ ਕਹਿੰਦੇ ਇਹਨੂੰ ਪੁੱਛ ਲੈਨੇ ਆ। ਮਹਾਰਾਜ ਕਹਿੰਦੇ ਕੀ ਕਾਰਨ ਹੈ? ਕਹਿੰਦਾ ਮਹਾਰਾਜ ਦੋਹਾਂ ਹੀ ਇੰਦਰੀਆਂ ਦੇ ਰਸ ਵਿੱਚ ਸਾਰੇ ਜੀਵ ਬੰਨ ਦਿਆਂਗਾ, ਜ਼ਬਾਨ ਦੇ ਰਸ ਵਿੱਚ ਤੇ ਇੰਦਰੀ ਦੇ ਭੋਗ ਦੇ ਰਸ ਵਿੱਚ। ਸਤਿਗੁਰੂ ਜੀ ਕਹਿੰਦੇ ਨੇ ਬਾਕੀ ਜੂਨਾਂ ਵੀ ਤਾਂ ਭੋਗਾਂ ਨੂੰ ਭੋਗਦੀਆਂ ਨਾ।
ਪਰ ਇਹ ਮਨੁੱਖਾ ਸਰੀਰ ਕੇਵਲ ਭੋਗਾਂ ਨੂੰ ਭੋਗਣ ਵਾਸਤੇ ਨਹੀਂ ਮਿਲਿਆ ਹੈ। ਤਰਨਾ ਪਨ ਕੋ ਸੁਖ ਦਿਨ ਚਾਰ, ਇਹ ਜਵਾਨੀ ਦਾ ਸੁਖ ਜਿਹੜਾ ਹੈ ਇਹ ਤਾਂ 4 ਦਿਨ ਦਾ ਹੈ। ਇਸ ਮੈਂ ਪ੍ਰੇਮ ਨ ਕਰੇ। ਪਰ ਪ੍ਰੇਮ ਜਿਹੜਾ ਨਾ ਉਹ ਨਹੀਂ ਕਰਨਾ ਚਾਹੀਦਾ। ਸੁਖ ਜੋ ਅਟਲ ਲੈਨ ਹਿਤ ਚਾਹੈ, ਤੇ ਜਿਹੜਾ ਅਟਲ ਸੁਖ ਨੂੰ ਲੈਣਾ ਚਾਹੇ ਕਿ ਸਦਾ ਰਹਿਣ ਵਾਲਾ ਸੁਖ ਪ੍ਰਾਪਤ ਹੋਵੇ, ਸਤਿਗੁਰ ਸੇਵਹਿ ਸਿਮਰ ਅਲਾਹੈ, ਤੇ ਉਹ ਸਤਿਗੁਰੂ ਦੀ ਸੇਵਾ ਕਰੇ, ਅੱਲਾ ਦਾ ਸਿਮਰਨ ਕਰਨਾ ਕਰੇ। ਥੋਰੇ ਸੁਖ ਹਿਤ ਬਹੁਤ ਨ ਖੋਵੈ, ਥੋੜੇ ਸੁਖ ਵਾਸਤੇ ਮਹਾਰਾਜ ਕਹਿੰਦੇ ਸਿਆਣਾ ਪੁਰਖ ਬਹੁਤਾ ਨੁਕਸਾਨ ਨਹੀਂ ਕਰਦਾ। ਇਹ ਥੋੜਾ ਸੁਖ ਵੈ, ਨੁਕਸਾਨ ਬਹੁਤਾ ਵੱਡਾ ਹੈ। ਸੋ ਬੁੱਧਵੰਤ ਚਤਰ ਨਰ ਹੋਵੈ, ਉਹ ਬੁੱਧੀਵਾਨ ਤੇ ਸਿਆਣਾ ਪੁਰਖ ਹੁੰਦਾ ਹੈ। ਕਈ ਵਾਰ ਆਪਾਂ ਸੋਚਦੇ ਹਾਂ ਆਪਾਂ ਗ੍ਰਸਤੀ ਹਾਂ, ਪਰ ਗ੍ਰਸਤੀ ਵਾਸਤੇ ਵੀ ਧਰਮ ਹੈ ਨਾ। ਇਹ ਨਹੀਂ ਕਿ ਸਰੀਰਕ ਸੰਬੰਧ ਇੰਨਾ ਜ਼ਿਆਦਾ ਕਰੇ ਕਿ ਸਰੀਰ ਦੀ ਤਾਕਤ ਹੀ ਸਾਰੀ ਨਾਸ਼ ਹੋ ਜਾਵੇ, ਕਿਉਂਕਿ ਸਰੀਰ ਖੀਣ ਹੁੰਦਾ ਹੈ ਬਾਰ-ਬਾਰ ਭੋਗਾਂ ਨੂੰ ਭੋਗਣੇ ਕਰਕੇ। ਮਹਾਰਾਜ ਜੀ ਨੇ ਕਿਹਾ ਭੋਗੰ ਤਾਂ ਰੋਗੰ ਹਰਖੰ ਤਾਂ ਸੋਗੰ। ਜਿੱਥੇ ਭੋਗ ਆ ਨਾ ਉੱਥੇ ਸਰੀਰ ਨੂੰ ਰੋਗ ਜ਼ਰੂਰ ਚਿੰਬੜਨੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਤੀ ਸਤੀ ਨੂੰ ਵੀ ਸੰਜਮ ਦੇਣ ਵਾਸਤੇ ਸਤਿਗੁਰਾਂ ਜੀ ਨੇ ਬਾਣੀ ਨਾਲ ਜੁੜਨ ਦੀ ਆਗਿਆ ਕੀਤੀ ਹੈ। ਪਤੀ ਵਰਤਾ ਧਰਮ ਵਿੱਚ ਰਹਿ ਕੇ, ਸਿੰਘ ਆਪਣੀ ਪਤਨੀ ਦੇ ਧਰਮ ਵਿੱਚ ਰਹਿ ਕਰਕੇ ਵੀ ਸੰਜਮ ਰੱਖੇ। ਪਰ ਜਿਵੇਂ ਜਿਵੇਂ ਸੰਸਾਰ ਦਾ ਰਹਿਣ ਸਹਿਣ ਹੁੰਦਾ ਜਾਂਦਾ ਹੈ ਨਾ, ਉਵੇਂ ਉਵੇਂ ਸਾਧ ਸੰਗਤ ਜੀ ਇਹ ਚੀਜ਼ਾਂ ਜਿਹੜੀਆਂ ਬਹੁਤ ਵਧੇਕ ਮਨਾਂ ਤੇ ਅਸਰ ਪਾਉਂਦੀਆਂ। ਮਨ ਦੇ ਖਿਆਲ ਜਿਹੋ ਜਿਹੇ ਹੁੰਦੇ ਆ ਦੇਹ ਦੇ ਉੱਤੇ ਉਹ ਪ੍ਰਗਟ ਹੁੰਦੇ ਆ। ਦੇਹ ਉਹਨਾਂ ਦਾ ਅਸਰ ਕਬੂਲਦੀ ਹੈ। ਜੇ ਕਰਕੇ ਮਨ ਦੇ ਅੰਦਰ ਸੰਤੋਖ ਹੈ, ਸਤ ਦੀ ਵਿਚਾਰ ਹੈ, ਤੇ ਦੇਹ ਸ਼ਾਂਤ ਰਹਿੰਦੀ ਹੈ। ਜੇ ਕਰਕੇ ਦੇਹ ਦੇ ਅੰਦਰ ਵਾਸ਼ਨਾ ਹੈ, ਰੂਪ ਦੇ ਵੇਖਣ ਨੂੰ ਨੇਤਰ ਆਕਰਸ਼ਿਤ ਹੁੰਦੇ ਹੈ, ਤੇ ਦੇਹ ਦੇ ਉੱਤੇ ਬਹੁਤ ਜ਼ਿਆਦਾ ਵਿਆਕੁਲਤਾ ਪ੍ਰਗਟ ਹੁੰਦੀ ਹੈ। ਕਾਮ ਨੂੰ ਭੋਗਣ ਦੀ ਚੇਸ਼ਟਾ ਜਾਗਦੀ ਹੈ। ਤੇ ਫਿਰ ਜੀਵ ਇਹ ਨਹੀਂ ਵੇਖਦਾ ਕਿ ਇਹ ਧਰਮ ਹੈ ਜਾਂ ਅਧਰਮ ਹੈ। ਮਹਾਰਾਜ ਜੀ ਕਹਿੰਦੇ ਛਿਵੇਂ ਕਾਮ ਨਾ ਪੁੱਛਿਆ ਜਾਤ, ਉਹ ਤਾਂ ਜਾਤੀ ਵੀ ਨਹੀਂ ਵੇਖਦਾ। ਇਹੋ ਜੀ ਹਾਲਤ ਹੈ। ਉੱਚੇ ਲੋਕ ਨੀਵਿਆਂ ਵਿੱਚ ਸਮਾ ਜਾਂਦੇ ਹੈ। ਭਰਥਰੀ ਜੀ ਨੇ ਬਰਾਗ ਕਿਉਂ ਧਾਰਨ ਕੀਤਾ ਸੀ? ਭਰਥਰੀ ਦੀ ਜਿਹੜੀ ਰਾਣੀ ਸੀ ਨਾ, ਉਹ ਮੁਹਾਵਤ ਦੇ ਉੱਤੇ ਮੋਹਿਤ ਹੋ ਗਈ ਸੀ। ਜਦੋਂ ਭਰਥਰੀ ਨੂੰ ਪਤਾ ਲੱਗਾ, ਸਾਰਾ ਕੁਝ ਹੀ ਛੱਡ ਕਰਕੇ ਬੈਰਾਗੀ ਹੋ ਗਿਆ ਸੀਗਾ, ਜਿਸ ਰਾਣੀ ਨੂੰ ਇੰਨਾ ਮੋਹ ਕਰਦਾ ਸੀਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਭੋਗਾਂ ਵਿੱਚ ਜੁੜਨੇ ਕਰਕੇ ਸੰਸਾਰ ਦੇ ਅੰਦਰ ਜੀਵ ਅਧੋਗਤੀ ਨੂੰ ਚਲੇ ਜਾਂਦੇ ਐ। ਜਵਾਨੀ 4 ਦਿਨਾਂ ਦੀ ਹੈ। ਇਹ 4 ਦਿਨ ਮਹਾਰਾਜ ਸਾਹਿਬ ਜੀ ਨੇ ਕਹੇ ਐ, ਇੱਕ ਜੰਮਣ ਦਾ ਹੁੰਦਾ, ਇੱਕ ਮਰਨ ਦਾ ਹੁੰਦਾ, ਇੱਕ ਆਪਣੇ ਹੱਥ ਵਿੱਚ ਹੈ, ਬਾਕੀ ਇੱਕ ਹੀ ਬਚਿਆ ਨਾ ਜਿਹੜਾ ਜੀ ਰਹੇ ਆ। ਤੇ ਕੱਲ ਨਾਮ ਕਾਲ ਦਾ ਹੁੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਭਾਈ ਥੋੜੇ ਦਿਨਾਂ ਦੀ ਜਵਾਨੀ ਤੇ ਬਹੁਤਾ ਵੱਡਾ ਨੁਕਸਾਨ ਕਰਨਾ ਜੇ ਭੋਗਾਂ ਨੂੰ ਭੋਗਦੇ ਹੋ। ਤੁਮ ਭੀ ਕਰ ਨਿਤ ਪਤ ਮਹਿ ਪ੍ਰੇਮ, ਤੁਸੀਂ ਵੀ ਆਪਣੇ ਪਤੀ ਦੇ ਅੰਦਰ ਮਹਾਰਾਜ ਕਹਿੰਦੇ ਪ੍ਰੇਮ ਕਰਨਾ ਕਰੋ। ਸਿਮਰ ਖੁਦਾਏ ਲਹੋ ਸ਼ੁਭ ਛੇਮ, ਤੇ ਖੁਦਾ ਨੂੰ ਸਿਮਰ ਕਰਕੇ ਸ਼ੁਭ ਸਿੱਖਿਆ ਪ੍ਰਾਪਤ ਕਰਨਾ ਕਰੋ, ਮੁਕਤ ਨੂੰ ਪ੍ਰਾਪਤ ਹੋਣਾ ਕਰੋ। ਬੇਗਮ ਸੁਨਹਿ ਬਸਤਰ ਕੋ ਟਾਰਹਿ, ਜਦੋਂ ਬੇਗਮਾਂ ਸੁਣ ਰਹੀਆਂ ਨਾਲ ਆਪਣੇ ਸਰੀਰ ਨੂੰ ਦਿਖਾਉਣ ਵਾਸਤੇ ਬਸਤਰ ਹਟਾ ਦਿੱਤੇ ਹੈ ਅੱਗੋਂ। ਸੁੰਦਰ ਆਪਣੇ ਅੰਗ ਦਿਖਾ ਰਹੇ, ਆਪਣੇ ਸੁੰਦਰ ਅੰਗਾਂ ਨੂੰ ਸਤਿਗੁਰਾਂ ਨੂੰ ਦਿਖਾਉਂਦੀਆਂ ਹਨ। ਭਾਵ ਭਾਵ ਕਰ ਅਨਕ ਪ੍ਰਕਾਰੀ, ਅਨੇਕਾਂ ਪ੍ਰਕਾਰ ਦੇ ਹਾਵ ਭਾਵ ਦਿਖਾਉਣਾ ਕੀਤੇ ਹੈ। ਦੇਖੇ ਰੂਪ ਹੋਤ ਬਲਿਹਾਰੀ, ਕਿ ਸੱਚੇ ਪਾਤਸ਼ਾਹ ਸਾਡੇ ਰੂਪ ਨੂੰ ਵੇਖਣ ਵਿੱਚ ਮੋਹਿਤ ਹੁੰਦੇ ਆ। ਸਤਿਗੁਰਾਂ ਜੀ ਦਾ ਸਰੂਪ ਵੇਖਦੀਆਂ ਤੇ ਬਲਹਾਰ ਹੁੰਦੀਆਂ ਹਨ। ਨਾਰ ਸੁਭਾਵ ਜੇ ਮਦਨ ਉਪਾਵਨ, ਜਿਹੜਾ ਇਸਤਰੀ ਦਾ ਸੁਭਾਅ ਹੁੰਦਾ ਨਾ, ਜਦੋਂ ਵਾਸ਼ਨਾ ਸ਼ਹਿਤ ਹੋ ਜਾਵੇ, ਇਹ ਕਵਿਰਾਜ ਦੱਸਦੇ, ਜਦੋਂ ਵਾਸ਼ਨਾ ਸ਼ਹਿਤ ਹੋ ਜਾਵੇ ਤੇ ਮਦਨ ਕਾਮ ਨੂੰ ਪੈਦਾ ਕਰਨ ਵਾਸਤੇ ਜਦੋਂ ਚੇਸ਼ਟਾ ਜਾਗਦੀ ਹੈ, ਸਭ ਕਰ ਰਹੀ ਤਹਾਰੀ ਜਾਵਨ, ਉਹਨਾਂ ਸਾਰਾ ਜ਼ੋਰ ਲਾਤਾ ਸੱਚੇ ਪਾਤਸ਼ਾਹ ਜੀ ਨੂੰ ਮੋਹਿਤ ਕਰਨ ਵਾਸਤੇ, ਹਜੂਰ ਨੂੰ ਰਿਝਾਉਣ ਵਾਸਤੇ ਸਾਰੇ ਯਤਨ ਕੀਤੇ ਐ। ਗੁਰ ਕੀ ਦ੍ਰਿਸ਼ਟ ਵਿਕਾਰ ਨਾ ਭਇਓ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਸੂਰਜ ਲਾਗੇ ਕਦੇ ਹਨੇਰਾ ਜਾ ਹੀ ਨਹੀਂ ਸਕਦਾ। ਹਜੂਰ ਦੀ ਦ੍ਰਿਸ਼ਟੀ ਵਿੱਚ ਵਿਕਾਰ ਨਹੀਂ ਆਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਮਿਹਰ ਦੀ ਨਿਗਾਹ ਨਾਲ ਹਜੂਰ ਉਵੇਂ ਹੀ ਤੱਕ ਰਹੇ ਹਨ। ਸਹਿਜ ਸੁਭਾਵ ਪ੍ਰਥਮ ਜਮ ਲਹਿਓ, ਸਹਿਜ ਸੁਭਾਅ ਸੁਤੇਸੇ ਦੀ, ਜਿਵੇਂ ਮਹਾਰਾਜ ਪਹਿਲਾਂ ਬਚਨ ਕਰ ਰਹੇ ਸੀ ਸੱਚੇ ਪਾਤਸ਼ਾਹ,
ਉਵੇਂ ਹੀ ਹਜੂਰ ਬਚਨ ਕਰ ਰਹੇ ਆ। ਪਿਖਤ ਕਟਾਛਨ ਬੰਕੇ ਕਰਕੇ, ਆਪਣੇ ਨੇਤਰਾਂ ਨੂੰ ਬੜਾ ਕਟਾਖ ਕਰਕੇ, ਕਿਉਂਕਿ ਇਹ ਹਾਵ ਭਾਵ ਹੁੰਦੇ ਐ, ਇਹ ਕਿਸੇ ਪ੍ਰਕਾਰ ਜਦੋਂ ਮੋਹਿਤ ਕਰਨਾ ਹੋਵੇ ਆਪਣੇ ਨੇਤਰਾਂ ਨੂੰ ਇਉਂ ਬੜੇ ਕਟਾਖ ਦੀ ਨਿਗਾਹ, ਤਿਰਛੀ ਨਿਗਾਹ ਨਾਲ ਵੇਖਦੀਆਂ ਹਨ। ਉਰਜ ਦਿਖਾਵਤ ਭੁਜਾ ਉਸਰ ਕੈ, ਤੇ ਆਪਣੀਆਂ ਭੁਜਾਵਾਂ ਨੂੰ ਪਸਾਰ ਕਰਕੇ ਅੰਗ ਪ੍ਰਤੰਗ ਸਤਿਗੁਰਾਂ ਨੂੰ ਇਸ ਪ੍ਰਕਾਰ ਜਿਹੜਾ ਮੋਹਿਤ ਕਰਨ ਲਈ ਦਿਖਾਉਣਾ ਕੀਤੇ। ਆਪਣੀ ਦੁੱਤ ਦਿਖਾਏ ਕਰ ਹਾਰੀ, ਆਪਣੀ ਸੋਭਾ ਵਿਖਾ ਵਿਖਾ ਕਰਕੇ ਅਕਸਰ ਤਾਂ ਫਿਰ ਹਾਰਨਾ ਹੀ ਸੀ ਨਾ। ਸਤਿਗੁਰੂ ਜੀ ਚਲਾਏਮਾਨ ਨਹੀਂ ਹੋਏ, ਕਿਉਂਕਿ ਮਹਾਰਾਜ ਦੇ ਸਿੱਖ ਨਹੀਂ ਚਲਾਏਮਾਨ ਹੁੰਦੇ ਤੇ ਹਜੂਰ ਨੂੰ ਕਿਵੇਂ ਚਲਾਏਮਾਨ ਕਰ ਸਕਦੀਆਂ ਸੀਗੀਆਂ। ਨਹਿ ਸਤਿਗੁਰ ਕਿਮ ਭਏ ਬਿਕਾਰੀ, ਸਤਿਗੁਰਾਂ ਦੇ ਕਿਸੇ ਵੀ ਤਰ੍ਹਾਂ ਤਕ ਕਾਲ ਬੈਠੀ ਢਿਗ ਹਾਰੀ, ਕਿੰਨੇ ਕੁ ਸਮਾਂ ਕੋਲ ਬੈਠ ਕਰਕੇ ਆਖਰਕਾਰ ਹਾਰ ਹੀ ਗਈਆਂ। ਸੁਣੀ ਬਾਤ ਮਨ ਭਾਵਤ ਕਹੀ, ਸਤਿਗੁਰਾਂ ਜੀ ਦੇ ਕੋਲ ਆਪਣੇ ਮਨ ਭਾਉਂਦੀਆਂ ਗੱਲਾਂ ਕਹਿ ਦਿੱਤੀਆਂ। ਹਜੂਰ ਦੇ ਉਪਦੇਸ਼ ਦੇ ਬਚਨ ਵੀ ਸੁਣੇ ਆ। ਜੋਰ ਨਾ ਚੱਲਿਓ ਜਾਨ ਸਭ ਲੀਨੀ, ਤੇ ਜਦੋਂ ਮਹਾਰਾਜ ਦੇ ਅੱਗੇ ਜ਼ੋਰ ਨਹੀਂ ਚੱਲਿਆ, ਇਹਨਾਂ ਸਾਰੀਆਂ ਬੇਗਮਾਂ ਨੇ ਜਾਣ ਲਿਆ। ਉੱਠਣ ਹੇਤ ਪੁਨ ਮਨਸ਼ਾ ਕੀਨੀ, ਫਿਰ ਉੱਠਣ ਵਾਸਤੇ ਮਨਸ਼ਾ ਕੀਤੀ, ਹਾਰ ਗਈਆਂ ਤੇ ਉੱਠਣ ਲੱਗੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਫਿਰ ਜਹਾਂਗੀਰ ਨੇ ਪੁੱਛਿਆ ਸੀ, ਕਿਉਂਕਿ ਆਪਾਂ ਸਮਾਪਤੀ ਕਰੀਏ, ਤੇ ਇਹੋ ਬਚਨ ਕਹਿ ਕੇ ਮੈਂ ਸਮਾਪਤ ਕਰਨ ਲੱਗਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਜਹਾਂਗੀਰ ਨੇ ਕਿਹਾ ਸੀ, ਸੱਚੇ ਪਾਤਸ਼ਾਹ ਆਪ ਜੀ ਦਾ ਏਡਾ ਜਵਾਨੀ ਵਾਲਾ ਰੂਪ ਹੈ, ਮਹਾਰਾਜ ਕੀ ਆਪ ਨੂੰ ਕਾਮ ਵਾਸ਼ਨਾ ਨਹੀਂ ਸਤਾਉਂਦੀ? ਜਦੋਂ ਬੇਗਮਾਂ ਨੇ ਆ ਕੇ ਦੱਸਿਆ ਨਾ ਕਿ ਮਹਾਰਾਜ ਸਾਹਿਬ ਜੀ ਦੀ ਦ੍ਰਿਸ਼ਟੀ ਤੱਕ ਵਕਾਰ ਨਹੀਂ ਆਇਆ, ਜਹਾਂਗੀਰ ਨੇ ਫਿਰ ਪੁੱਛਿਆ। ਹਜੂਰ ਮੁਸਕਰਾਉਂਦਿਆਂ ਹੋਇਆਂ ਕਹਿੰਦੇ, ਜਹਾਂਗੀਰ ਤੇਰੇ ਪ੍ਰਸ਼ਨ ਦਾ ਉੱਤਰ ਤਾਂ ਅਸੀਂ ਫਿਰ ਦਿਆਂਗੇ, ਪਰ ਅਸੀਂ ਤਾਂ ਵੇਖਿਆ ਤੂੰ 7 ਦਿਨ ਦੇ ਵਿੱਚ ਵਿੱਚ ਮਰ ਜਾਣਾ। ਜਹਾਂਗੀਰ ਤਾਂ ਸੁੱਕਣੇ ਪੈ ਗਿਆ। ਮੌਤ ਦੀ ਖਬਰ ਸੁਣ ਕੇ ਉਹਨੂੰ ਇਹ ਵੀ ਪਤਾ ਮਹਾਰਾਜ ਝੂਠ ਨਹੀਂ ਬੋਲਦੇ। ਆਪਣੇ ਘਰ ਗਿਆ, ਮਹਿਲਾਂ ਵਿੱਚ ਇਹਦਾ ਬਹੁਤ ਮਨ ਚਿੰਤਤ ਵੈ, ਕਿਸੇ ਪਾਸੇ ਹੋਰ ਮਨ ਜਾਂਦਾ ਹੀ ਨਹੀਂ। 7 ਦਿਨ ਲੰਘ ਗਏ ਅੱਲਾ ਦੀ ਇਬਾਦਤ ਕਰਦੇ ਆਂ ਇਸ ਨੂੰ। ਜਦੋਂ ਲੰਘ ਗਏ ਸੋਚਦਾ 7 ਦਿਨ ਲੰਘ ਗਏ ਮੈਂ ਮਰਿਆ ਨਹੀਂ। ਮਹਾਰਾਜ ਕੋਲ ਆ ਗਿਆ, ਕਹਿੰਦਾ ਸਤਿਗੁਰੂ ਜੀ ਤੁਹਾਡਾ ਬਚਨ ਝੂਠ ਹੋ ਗਿਆ। ਸਤਿਗੁਰੂ ਜੀ ਕਹਿੰਦੇ, ਜਹਾਂਗੀਰ ਸਾਡਾ ਬਚਨ ਝੂਠ ਨਹੀਂ ਹੁੰਦਾ। ਜਦੋਂ ਵੀ ਕੋਈ ਮਰਦਾ ਨਾ 7 ਦਿਨਾਂ 'ਚ ਹੀ ਮਰਦਾ ਹੈ, 8ਵਾਂ ਦਿਨ ਹੈ ਹੀ ਨਹੀਂ। ਸਤਿਗੁਰੂ ਗਰੀਬ ਨਵਾਜ ਕਹਿੰਦੇ, ਤੂੰ ਪ੍ਰਸ਼ਨ ਪੁੱਛਿਆ ਸੀ ਉਹਦਾ ਉੱਤਰ ਦਿੱਤਾ ਹੈ। ਮਹਾਰਾਜ ਉਹਦਾ ਉੱਤਰ ਕੀ ਹੈ? ਮਹਾਰਾਜ ਕਹਿੰਦੇ, ਓਏ 7 ਦਿਨ ਤੈਨੂੰ ਕੋਈ ਵਕਾਰ ਫੁਰਿਆ ਸੀ? ਕਹਿੰਦਾ ਨਾ ਮਹਾਰਾਜ, ਮੈਂ ਤਾਂ ਨਾ ਖਜ਼ਾਨੇ ਵੱਲ ਕੋਈ ਧਿਆਨ, ਨਾ ਬੇਗਮਾਂ ਵੱਲ ਕੋਈ ਧਿਆਨ, ਨਾ ਕੋਈ ਵਜ਼ੀਰਾਂ ਵੱਲ ਧਿਆਨ। ਮੈਂ ਤਾਂ ਕਮਰੇ 'ਚ ਬੈਠਾ ਇਬਾਦਤ ਕਰਦਾ ਰਿਹਾ, ਕਿਉਂਕਿ ਮੈਨੂੰ ਇਹੀ ਸੀ ਕਿ ਮੈਂ ਹੁਣ ਮਰ ਜਾਣਾ। ਮੌਤ ਚੇਤੇ ਕਰਾ ਦਿੱਤੀ ਤੁਸਾਂ। ਹਜੂਰ ਨੇ ਕਿਹਾ, ਜਹਾਂਗੀਰ ਸਾਨੂੰ ਮੌਤ ਸਦਾ ਚੇਤੇ ਰਹਿੰਦੀ ਹੈ, ਇਸ ਕਰਕੇ ਸਾਨੂੰ ਵਕਾਰ ਨਹੀਂ ਪਾਉਂਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਸਾਨੂੰ ਸਾਡੇ ਸਰੀਰ ਦੇ ਅੰਤ ਦਾ ਵੇਲਾ ਚੇਤਾ ਕਰਾਉਂਦੀ ਹੈ। ਜਿਹੜੇ ਗੁਰਸਿੱਖ ਸਮਝ ਜਾਂਦੇ ਆ ਨਾ ਕਿ ਇਹ ਸਰੀਰ ਦੀ ਰਚਨਾ ਕੀ ਹੈ, ਇਹਦੇ ਵਿੱਚ ਲਹੂ ਹੈ, ਮਿੱਝ ਹੈ, ਹੱਡੀਆਂ ਨੇ, ਤੇ ਇਸ ਸਰੀਰ ਨੂੰ ਵੇਖ ਕਰਕੇ ਉੱਤੇ ਚਮੜੀ ਦਾ ਲੇਪਣ ਕੀਤਾ ਹੋਇਆ ਹੈ। ਚਮੜੀ ਦੇ ਲੇਪਣ ਦੇ ਉੱਤੇ ਤੂੰ ਮੋਹਿਤ ਹੋ ਰਿਹਾ। ਮਨ ਨੂੰ ਸਮਝਾ ਕਰਕੇ ਇਸ ਦੀ ਸਚਾਈ ਪ੍ਰਗਟ ਕਰਕੇ ਸੱਚੇ ਨਾਮ ਵੱਲ ਜੋੜ ਲੈਂਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਨੇ ਇਹ ਬੇਗਮਾਂ ਦੇ ਮਨ ਜਿਹੜੇ ਸੀ ਸੱਚੇ ਪਾਤਸ਼ਾਹ ਜੀ ਨੇ ਵਕਾਰਾਂ ਵੱਲੋਂ ਹੋੜ ਦਿੱਤੇ। ਜਹਾਂਗੀਰ ਨੂੰ ਸੱਚੇ ਪਾਤਸ਼ਾਹ ਨੇ ਸ਼ੁਭ ਸਿੱਖਿਆ ਦਿੱਤੀ। ਹਜੂਰ ਦਾ ਇਹ ਪਵਿੱਤਰ ਦਿਨ, ਜਿਸ ਦਿਨ ਮਹਾਰਾਜ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ, ਉਸ ਪਵਿੱਤਰ ਦਿਨ ਨੂੰ ਮਨਾਉਂਦਿਆਂ ਇਹ ਲਗਾਤਾਰ ਪੂਰੇ ਹਫ਼ਤੇ ਦੇ ਸਮਾਗਮ ਚੱਲੇ ਹੈ। ਆਪ ਸੰਗਤਾਂ ਨੇ ਬਹੁਤ ਪਿਆਰ ਕੀਤਾ। ਦੂਰੋਂ ਹੋਰਨਾਂ ਟਾਊਨਾਂ ਵਿੱਚੋਂ ਵੀ ਬੜੇ ਪਿਆਰ ਦੇ ਨਾਲ ਸਿੱਖ ਸੰਗਤਾਂ ਤੁਸੀਂ ਆਏ ਹੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਸ ਨੂੰ ਸੁਣਨ ਵਾਸਤੇ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ, ਕਿਉਂਕਿ ਇਤਿਹਾਸ ਦੀ ਕਥਾ ਥੋੜ੍ਹੀ ਲੰਬੇਰੀ ਹੁੰਦੀ ਹੈ, ਇੱਛਾ ਸਿੰਘਾਂ ਨੇ ਕੀਤੀ, ਭਾਵੇਂ ਸਰੀਰ ਮੇਰਾ ਮੰਨਦਾ ਨਹੀਂ, ਤੇ ਪ੍ਰਸੰਗ ਜਿਹੜਾ ਹੈ ਨਾ ਉਹਦੇ ਪੂਰੇ ਕਰਨ ਲਈ ਇਹ ਹੌਲੀ ਹੌਲੀ ਰੋਜ਼ ਕਥਾ ਸੁਣਨੀ ਚਾਹੀਦੀ ਹੈ। ਇੱਕ ਦਿਨ 'ਚ ਨਹੀਂ ਇਹ ਸਭ ਕੁਝ ਪਤਾ ਲੱਗਦਾ। ਜਦੋਂ ਰੋਜ਼ ਆਪਾਂ ਕਥਾ ਸੁਣੀਏ ਤੇ ਕਥਾ ਦੇ ਸੁਣਨ ਨਾਲ ਆਪਾਂ ਗੁਰਮੁਖ ਬਣੀਦਾ, ਮਨ ਦੀ ਮਤ ਤਿਆਗ ਦੇਈਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀਵਨ ਦੀ ਸਚਾਈ ਸਾਨੂੰ ਜੋ ਦੱਸਦੇ ਹੈ,
ਉਹ ਸਾਡੇ ਸਮਝ ਪੈ ਜਾਂਦੀ ਹੈ, ਜੀਵਨ ਸੁਖਦਾਈ ਬਣ ਜਾਂਦਾ ਹੈ। ਜਿਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਸੰਸਾਰ ਛੱਡ ਕੇ ਜਾਣਾ ਹੈ, ਉਹ ਕਿਸੇ ਨਾਲ ਈਰਖਾ ਨਹੀਂ ਕਰਦਾ, ਕਿਸੇ ਦੇ ਨਾਲ ਅਕਾਰਨ ਮੋਹ ਵੀ ਨਹੀਂ ਕਰਦਾ। ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਆਪਣੇ ਜੀਵਨ ਨੂੰ ਉਹ ਸਫਲ ਕਰ ਲੈਂਦਾ ਹੈ। ਇਹ ਸਤਿਗੁਰਾਂ ਜੀ ਨੇ ਸਾਨੂੰ ਸ਼ੁਭ ਸਿੱਖਿਆ ਬਖਸ਼ਿਸ਼ ਕੀਤੀ ਹੈ। ਕੱਲ ਨੂੰ ਆਖਰੀ ਦੀਵਾਨ ਹੈ, ਐਤਵਾਰ ਦਾ ਦੁਪਹਿਰ ਦਾ ਸਮਾਂ ਹੋਵੇਗਾ ਕਥਾ ਦਾ। ਗੁਰਮੁਖ ਪਿਆਰੇ ਦੱਸ ਦੇਣਗੇ, ਫਿਰ ਆਪ ਸੰਗਤਾਂ ਕੋਲੋਂ ਵਿਦਾਇਗੀ ਲਵਾਂਗੇ। ਸੋ ਗੁਰਮੁਖ ਪਿਆਰੇ ਭਾਈ ਸਤਬੀਰ ਸਿੰਘ ਜੀ, ਉਹ ਸਤਿਗੁਰਾਂ ਜੀ ਦੇ ਇਸ ਅਸਥਾਨ ਤੇ ਰੋਜ਼ ਕਥਾ ਕਰਦੇ। ਇਸ ਇਤਿਹਾਸ ਦੀ ਜਿਹੜੀ ਲੜੀਵਾਰ ਕਥਾ ਦਾਸ ਨੇ ਵਿੱਚ ਹਾਜ਼ਰੀ ਭਰੀ ਹੈ ਨਾ, ਇਹ ਕਥਾ ਰੋਜ਼ ਹੁੰਦੀ ਹੈ ਸਾਧ ਸੰਗਤ ਜੀ। ਤੇ ਭਾਵੇਂ ਕਿ ਮਨ ਸੀਗਾ ਕਿ ਆਪਾਂ ਪ੍ਰਸੰਗ ਪੂਰਾ ਕਰ ਲਈਏ, ਪਰ ਵਸ ਨਹੀਂ ਹੁੰਦਾ, ਕਿਉਂਕਿ ਇਹਦੇ ਵਾਸਤੇ ਸਮਾਂ ਚਾਹੀਦਾ ਹੁੰਦਾ ਹੈ। ਜੇ ਕਰਕੇ ਆਪ ਜੀ ਇੱਥੇ ਨੇੜੇ ਰਹਿੰਦੇ ਹੋ, ਰੋਜ਼ ਤੁਹਾਨੂੰ ਇਹ ਸਤਿਗੁਰਾਂ ਜੀ ਦੀ ਸੰਗਤ ਦਾ ਫਿਰ ਲਾਭ ਉਠਾਉਣਾ ਚਾਹੀਦਾ ਹੈ। ਮਹਾਰਾਜ ਜੀ ਦੇ ਪਾਵਨ ਜੀਵਨ ਦੀ ਕਥਾ, ਨਾਲੇ ਅੱਜ ਕੱਲ੍ਹ ਤਾਂ ਸਾਧਨ ਇਹੋ ਜਿਹੇ ਆ ਕਿ ਤੁਸੀਂ ਕਿਤੇ ਵੀ ਬੈਠੇ ਕਿੱਥੋਂ ਦੀ ਵੀ ਕਥਾ ਸੁਣ ਸਕਦੇ ਆ। ਤੇ ਸਤਿਗੁਰਾਂ ਜੀ ਦੇ ਇਹ ਜੀਵਨ ਪ੍ਰਸੰਗ ਜਿਹੜਾ ਤੁਹਾਨੂੰ ਮਨ ਦੇ ਅੰਦਰ ਸਕੂਨ ਬਖਸ਼ਿਸ਼ ਕਰਦਾ ਹੈ, ਇਹ ਜ਼ਰੂਰ ਸਤਿਗੁਰਾਂ ਦਾ ਜੀਵਨ ਇਤਿਹਾਸ ਵੀ ਸੁਣੋ, ਗੁਰਬਾਣੀ ਦੀ ਕਥਾ ਵੀ ਸੁਣੋ, ਤਾਂ ਕਰਕੇ ਜੀਵਨ ਸਫਲ ਹੋਵੇ। ਇਸ ਅਸਥਾਨ ਤੇ ਇਹ ਲੜੀਵਾਰ ਕਥਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਜੀਵਨ ਦੀ ਚੱਲ ਰਹੀ ਹੈ। ਅੱਗੇ ਜਿਵੇਂ ਕਥਾ ਹੋਵੇਗੀ ਤੇ ਸ਼ਾਮ ਦੇ ਵਕਤ ਦੀਵਾਨ ਦੇ ਅੰਦਰ ਭਾਈ ਸਾਹਿਬ ਸਰਵਣ ਕਰਵਾਉਣਗੇ। ਦਾਸ ਨੂੰ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ। ਬਹੁਤ ਜਦੋਂ ਜਥੇ ਵਿੱਚ ਰਹਿ ਕਰਕੇ ਆਪਾਂ ਕਥਾ ਕਰਨੀ, ਵਿਸ਼ੇਸ਼ ਕਰਕੇ ਜਦੋਂ ਜੰਗ ਦੇ ਪ੍ਰਸੰਗ ਆਉਣੇ ਤਾਂ ਮੈਨੂੰ ਸਿੰਘਾਂ ਦੇ ਸੁਨੇਹੇ ਆਉਣੇ ਕਿ ਤੁਸੀਂ ਜ਼ਰੂਰ ਕਥਾ ਦੀ ਹਾਜ਼ਰੀ ਭਰਨ ਵਾਸਤੇ ਆਓ। ਜਿੰਨੇ ਦਿਨ ਬੈਠਿਆਂ ਕਥਾ ਕੀਤੀ, ਉਹ ਲੱਗ ਰਿਹਾ ਸੀ ਜਿਵੇਂ ਮੈਂ ਮਹਿਤੇ ਵਿਖੇ ਬੈਠਾ ਕਥਾ ਕਰ ਰਿਹਾ ਹੋਵਾਂ। ਸਿੰਘਾਂ ਨੇ ਬਹੁਤ ਪਿਆਰ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਪਿਆਰ ਇਤਫਾਕ ਸਦਾ ਬਣਾਈ ਰੱਖਣ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਆਪਣੇ ਅਸਥਾਨਾਂ ਦੀਆਂ ਚੜ੍ਹਦੀਆਂ ਕਲਾ ਕਰਨ, ਸਿੰਘਾਂ ਦੀਆਂ ਚੜ੍ਹਦੀਆਂ ਕਲਾ ਹੋਣ। ਸਤਿਗੁਰੂ ਗਰੀਬ ਨਵਾਜ ਸਾਨੂੰ ਆਪਸ ਦੇ ਅੰਦਰ ਪਿਆਰ ਇਤਫਾਕ ਬਖਸ਼ਿਸ਼ ਕਰਨ। ਕੱਲ੍ਹ ਦੇ ਦਿਨ ਕੁਝ ਬੇਨਤੀਆਂ ਕਰਾਂਗਾ, ਅੱਜ ਸਮਾਂ ਵੱਧ ਹੋ ਚੁੱਕਾ ਹੈ। ਸਮਾਪਤੀ ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਇਤਕ ਕਾਲ ਬੈਠੀ ਢਿਗ ਰਹੀ, ਸੁਣੀ ਬਾਤ ਮਨ ਭਾਵਤ ਕਹੀ। ਜੋਰ ਨ ਚੱਲਿਓ ਜਾਨ ਸਭ ਲੀਨੀ, ਉਠਨ ਹੇਤ ਪੁਨ ਮਨ ਛਾ ਕੀਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म, अविनाशी अविनाश। हे पूरन हे सरब मैं, दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा बबेक। हे अपरंपर हर हरे, हह पी होवन हार। हे संत कै सदा संग, निधारा आधार। हे ठाकुर हूँ दास रो, मैं निर्गुण गुण नहीं कोय। नानक दीजै नाम दान, राखो हिय परोए। आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो उतरे पार। जो श्रद्धा कर सेम दे, गुर पार उतारन हार। कथा निता प्रत होत है, सुनो सो सिंह सुजान। नानक गुरु गोबिंद सिंह जी, सदा करै कल्याण। नानक गुरु गोबिंद सिंह जी, सदा करै कल्याण। वाहिगुरु जी का खालसा, वाहिगुरु जी की फतेह।